ਤਾਂ ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਕਿ ਪਾਈਥਨ ਆਪਾਂ ਕਿੱਦਾਂ ਡਾਊਨਲੋਡ ਕਰਨਾ ਤੇ ਫਿਰ ਉਹਨੂੰ ਕਿੱਦਾਂ ਇੰਸਟਾਲ ਕਰਨਾ। ਠੀਕ ਹੈ, ਪਾਈਥਨ ਇੰਸਟਾਲੇਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਡੇਟਾ ਟਾਈਪਸ ਤੇ ਫੰਕਸ਼ਨ ਦੀ ਕੀ ਡੈਫੀਨੇਸ਼ਨ ਆ, ਕੀ ਉਹਦਾ ਫਾਰਮੂਲਾ ਲਿਖਣ ਦਾ ਤੇ ਆਪਾਂ ਕਿੱਥੇ ਕਿੱਥੇ ਫੰਕਸ਼ਨ ਵਰਤਦੇ ਹਾਂ। ਠੀਕ ਆ, ਹੁਣ ਡੇਟਾ ਟਾਈਪ ਤੇ ਜੇ ਫੰਕਸ਼ਨ ਆਪਾਂ ਨੇ ਕਰ ਲਏ ਤਾਂ ਬੇਸਿਕ ਤੋਂ ਲੈ ਕੇ ਮੀਡੀਅਮ ਲੈਵਲ ਦੀ ਪ੍ਰੋਗਰਾਮਿੰਗ ਕਰਨ ਜੋਗੇ ਆਪਾਂ ਹੋ ਜਾਵਾਂਗੇ। ਤਾਂ ਪਾਈਥਨ ਡਾਊਨਲੋਡ ਕਰਨ ਵਾਸਤੇ ਆਪਾਂ ਜਾਵਾਂਗੇ ਪਹਿਲਾਂ python.org। ਆ ਪਾਈਥਨ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ। ਠੀਕ ਆ, ਉਰੇ ਆ ਕੇ ਆਪਾਂ ਕਲਿੱਕ ਕਰਾਂਗੇ ਡਾਊਨਲੋਡ ਤੇ। ਉਰੇ ਹੁਣ ਪਾਈਥਨ ਦਾ ਜਿਹੜਾ ਲੇਟੈਸਟ ਵਰਜ਼ਨ ਆ ਉਹ ਹੈਗਾ 3। ਹੁਣ 3 ਵਰਜ਼ਨ ਦੇ ਵਿੱਚ ਬੜੇ ਸਬ ਵਰਜ਼ਨ ਆ। ਠੀਕ ਆ, ਜਿਹੜਾ ਲੇਟੈਸਟ ਸਬ ਵਰਜ਼ਨ ਆ ਉਹ ਹੈਗਾ 3.9.7। ਠੀਕ ਆ, ਇਹ ਹੈਗਾ ਵਿੰਡੋ ਵਾਸਤੇ। ਜੇ ਆਪਣੇ ਕੋਲ ਸਿਸਟਮ ਲਿਨਕਸ ਤੇ ਯੂਨਿਕਸ ਦਾ ਤਾਂ ਆਪਾਂ ਉਰੇ ਕਲਿੱਕ ਕਰਾਂਗੇ, ਜੇ ਮੈਕ ਆ ਤਾਂ ਉਰੇ, ਜੇ ਕੋਈ ਹੋਰ ਆਪਰੇਟਿੰਗ ਸਿਸਟਮ ਆ ਤਾਂ ਉਰੇ। ਠੀਕ ਆ, ਜੇ ਆਪਾਂ ਲੇਟੈਸਟ ਸਬ ਵਰਜ਼ਨ ਨਹੀਂ ਆਪਾਂ ਨੇ ਡਾਊਨਲੋਡ ਕਰਨਾ ਤਾਂ ਆਪਾਂ ਜੇ ਸਕਰੋਲ ਕਰੀਏ ਥੱਲੇ ਉਰੇ ਤਾਂ ਉਰੇ ਆ ਲੇਟੈਸਟ ਸਬ ਵਰਜ਼ਨ ਤੋਂ ਪਹਿਲਾਂ ਜਿਹੜੇ ਸਬ ਵਰਜ਼ਨ ਆਇਆ ਉਹ ਵੀ ਆ ਸਾਰੇ, ਹੈ ਨਾ। ਇਹਨਾਂ ਵਿੱਚ ਜੇ ਆਪਾਂ ਨੇ ਕੋਈ ਡਾਊਨਲੋਡ ਕਰਨਾ ਤਾਂ ਉਰੇ ਆ ਕੇ ਆਪਾਂ ਡਾਊਨਲੋਡ ਕਲਿੱਕ ਕਰਾਂਗੇ। ਠੀਕ ਆ, ਪਰ ਹੁਣ ਆਪਾਂ ਕਰਾਂਗੇ ਲੇਟੈਸਟ ਸਬ ਵਰਜ਼ਨ ਡਾਊਨਲੋਡ। ਉਰੇ ਆ ਕੇ ਆਪਾਂ ਡਾਊਨਲੋਡ ਪਾਈਥਨ 3.9.7 ਤੇ ਕਲਿੱਕ ਕਰਾਂਗੇ। ਆਪਣੀ ਡਾਊਨਲੋਡ ਸ਼ੁਰੂ ਹੋ ਗਈ। ਤਾਂ ਪਾਈਥਨ ਆਪਣਾ ਹੋ ਗਿਆ ਡਾਊਨਲੋਡ। ਇਹਨੂੰ ਹੁਣ ਆਪਾਂ ਇੰਸਟਾਲ ਕਰੀਏ। ਠੀਕ ਆ, ਤਾਂ ਉਰੇ ਆ ਕੇ ਕਲਿੱਕ ਓਪਨ ਤੇ ਉਰੇ ਆਪਾਂ ਮੇਕ ਸ਼ੋਰ ਕਰਨਾ ਕਿ ਜਿਹੜਾ ਆਹ ਉਰੇ ਨਾ ਆਹ ਟਿਕ ਕਰਨਾ ਆਪਾਂ ਨੇ, ਆਹ ਬਹੁਤ ਜ਼ਰੂਰੀ ਆ। ਇਹ ਤੋਂ ਬਾਅਦ ਇੰਸਟਾਲ ਨਾਓ, ਯੈਸ। ਇੰਸਟਾਲੇਸ਼ਨ ਪ੍ਰੋਸੈਸ ਜਿਹੜਾ ਪਾਈਥਨ ਦੇ ਵਿੱਚ ਬੜਾ ਸੌਖਾ ਹੈ, 5-10 ਮਿੰਟ ਮਸਾਂ ਹੀ ਲੱਗਦੇ ਆ ਇੰਸਟਾਲ ਕਰਨ ਨੂੰ। ਠੀਕ ਆ, ਆਪਣਾ ਹੁਣ ਇੰਸਟਾਲੇਸ਼ਨ ਪ੍ਰੋਸੈਸ ਵੀ ਕੰਪਲੀਟ ਹੋ ਗਿਆ। ਕਲੋਜ਼ ਤੇ ਉਰੇ ਆ ਕੇ ਆਪਾਂ ਟਾਈਪ ਕਰਾਂਗੇ ਪਾਈਥਨ। ਠੀਕ ਆ, ਤਾਂ ਉਰੇ ਹੁਣ ਦੋ ਚੀਜ਼ਾਂ ਆਪਾਂ ਦੇਖ ਰਹੇ ਹਾਂ, ਇੱਕ ਆਹ ਆਈਡਲ ਤੇ ਇੱਕ ਆਹ ਜਿਹੜੀ ਆਹ ਹੈ। ਠੀਕ ਆ ਨਾ, ਇਹਦੇ ਵਿੱਚ ਪਹਿਲਾਂ ਆਪਾਂ ਇਹਨੂੰ ਕਲਿੱਕ ਕਰਾਂਗੇ, ਇਹਨੂੰ ਆਪਾਂ ਕਹਿੰਦੇ ਆ ਪਾਈਥਨ ਸ਼ੈਲ। ਠੀਕ ਆ, ਤਾਂ ਦੋ ਚੀਜ਼ਾਂ ਇੰਪੋਰਟੈਂਟ ਆ ਉਰੇ, ਮੈਂ ਦੁਬਾਰਾ ਫਿਰ ਦਿਖਾਉਂਦਾ। ਇੱਕ ਤਾਂ ਆਹ ਜਿਹੜਾ ਆਹ ਆਈਡਲ ਆ ਤੇ ਦੂਆ ਜਿਹੜਾ ਆਹ, ਇਹਨੂੰ ਕਹਿੰਦੇ ਪਾਈਥਨ ਸ਼ੈਲ। ਠੀਕ ਆ, ਆਪਣਾ ਪਾਈਥਨ ਸ਼ੈਲ ਓਪਨ ਹੋ ਗਿਆ ਉਰੇ। ਪਾਈਥਨ ਸ਼ੈਲ ਤੇ ਆਪਾਂ ਛੋਟੇ ਮੋਟੇ ਕੋਡ ਆ ਜਿਹੜੇ, ਜਿਵੇਂ ਕੋਈ ਲੌਜਿਕ ਆ ਜਾਂ ਫਿਰ ਆਪਾਂ ਦੇਖਣਾ ਬੜੇ ਪ੍ਰੋਗਰਾਮ ਦਾ ਕੋਈ ਛੋਟਾ ਜਿਹਾ ਪਾਰਟ ਦੇਖਣਾ ਵੀ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਤਾਂ ਉਹ ਆਪਾਂ ਚੈੱਕ ਕਰਦੇ ਆ ਪਾਈਥਨ ਸ਼ੈਲ ਤੇ। ਠੀਕ ਆ, ਪਾਈਥਨ ਸ਼ੈਲ ਤੇ ਆਪਾਂ ਪੂਰਾ ਫੁੱਲ ਪ੍ਰੋਗਰਾਮ ਕਦੇ ਨਹੀਂ ਲਿਖਦੇ, ਕਿਉਂਕਿ ਜਦ ਆਪਾਂ ਕੋਈ ਵੀ ਕੋਡ ਪਾਈਥਨ ਸ਼ੈਲ ਦੇ ਵਿੱਚ ਆਪਾਂ ਟਾਈਪ ਕਰਦੇ ਆ ਤੇ ਜੇ ਆਪਾਂ ਪਾਈਥਨ ਨੂੰ ਬੰਦ ਕਰ ਦਈਏ ਉਰੇ ਤੋਂ ਤਾਂ ਉਹ ਜਿਹੜਾ ਕੋਡ ਆਪਣਾ ਲੌਸਟ ਹੋ ਜਾਂਦਾ। ਪਾਈਥਨ ਸ਼ੈਲ ਦੇ ਵਿੱਚ ਕੋਈ ਵੀ ਕੋਡ ਸੇਵ ਨਹੀਂ ਹੁੰਦਾ ਹੈਗਾ। ਫੋਰ ਐਗਜ਼ਾਮਪਲ ਜਿਵੇਂ ਤੁਹਾਨੂੰ ਮੈਂ ਦਿਖਾਵਾਂ ਉਰੇ ਪ੍ਰਿੰਟ ਹੈਲੋ। ਠੀਕ ਆ, ਐਂਟਰ ਦੱਬਿਆ ਤੇ ਆਪਣਾ ਹੈਲੋ ਉਰੇ ਟਾਈਪ ਹੋ ਗਿਆ। ਹੁਣ ਜੇ ਮੈਂ ਉਰੇ ਹੋਰ 10-15 ਲਾਈਨਾਂ ਦੇ ਕੋਡ ਹੋਰ ਲਿਖਾਂ ਤੇ ਮੈਂ ਉਰੇ ਪਾਈਥਨ ਸ਼ੈਲ ਨੂੰ ਬੰਦ ਕਰ ਦੇਵਾਂ। ਠੀਕ ਆ, ਦੁਬਾਰਾ ਫਿਰ ਓਪਨ ਕਰਾਂ, ਆਹ ਆਪਣਾ ਪਾਈਥਨ ਸ਼ੈਲ ਹੋ ਰਿਹਾ। ਠੀਕ, ਤਾਂ ਜਿਹੜਾ ਕੋਡ ਆਪਾਂ ਨੇ ਲਿਖਿਆ ਤਾਂ ਉਹ ਆਪਣਾ ਲੌਸ ਹੋ ਗਿਆ। ਠੀਕ ਹੈ ਨਾ, ਤਾਂ ਹੀ ਪਾਈਥਨ ਸ਼ੈਲ ਦੇ ਵਿੱਚ ਆਪਾਂ ਕਦੇ ਵੀ ਪੂਰਾ ਪ੍ਰੋਗਰਾਮ ਸੇਵ ਨਹੀਂ ਕਰਦੇ ਹੈਗੇ। ਆਪਾਂ ਹਮੇਸ਼ਾ ਛੋਟਾ ਮੋਟਾ ਕੋਡ ਜਿਹੜਾ ਆਪਾਂ ਚੈੱਕ ਕਰਨਾ ਵੀ ਕੰਮ ਕਰਦਾ ਕਿ ਨਹੀਂ ਕਰਦਾ, ਉਹ ਹਮੇਸ਼ਾ ਆਪਾਂ ਲਿਖਦੇ ਹੁੰਦੇ ਆ। ਠੀਕ ਆ, ਹੁਣ ਇਹਨੂੰ ਆਪਾਂ ਕਰਦੇ ਹਾਂ ਬੰਦ ਉਰੇ ਤੋਂ। ਹੁਣ ਦੁਬਾਰਾ ਉਰੇ ਆ ਕੇ ਫਿਰ ਆਪਾਂ ਟਾਈਪ ਕਰਦੇ ਹਾਂ ਪਾਈਥਨ ਤੇ ਆਹ ਖੋਲਦੇ ਹਾਂ। ਠੀਕ ਆ, ਇਹਨੂੰ ਕਹਿੰਦੇ ਆ ਪਾਈਥਨ ਆਈਡਲ, ਆਪਣਾ ਪਾਈਥਨ ਆਈਡਲ ਆ। ਠੀਕ ਆ, ਇਹਨੂੰ ਮੈਂ ਮੈਕਸਿਮਾਈਜ਼ ਕਰ ਦੇਵਾਂ ਤੇ ਇਹਦੇ ਵਿੱਚ ਜੋ ਕਰਨਾ ਆਪਾਂ ਸਾਰਾ ਕੁਝ ਪਾਈਥਨ ਆਈਡਲ ਦੇ ਵਿੱਚ ਕਰਨਾ। ਠੀਕ ਆ, ਹੁਣ ਪਾਈਥਨ ਆਈਡਲ ਹੈ ਕੀ ਉਹ ਵੀ ਆਪਾਂ ਦੇਖ ਲਈਏ। ਆਹ ਇਹਦਾ ਫੁੱਲ ਫਾਰਮ ਆ ਆਈਡਲ ਦਾ। ਤਾਂ ਦੋ ਚੀਜ਼ਾਂ ਜਿਹੜੇ ਇੰਪੋਰਟੈਂਟ ਆ, ਇੱਕ ਤਾਂ IDE, ਦੂਜਾ ਆਈਡਲ ਆ। ਹੁਣ ਆਈਡਲ ਜਿਹੜਾ ਹੈ ਇਹ ਟਾਈਪ ਆਫ IDE ਆ। ਆਪਾਂ ਐਵੇਂ ਲਿਖ ਸਕਦੇ ਹਾਂ ਕਿ ਆਈਡਲ ਇਜ਼ ਅ ਟਾਈਪ ਆਫ IDE। ਤਾਂ ਆਈਡਲ ਇੱਕ ID ਦਾ ਟਾਈਪ ਆ। ਠੀਕ ਆ, ਹੁਣ ਆਪਾਂ IDE ਜਾਂ ਆਈਡਲ ਕਾਹਤੇ ਵਰਤਾਂਗੇ, ਹੈ ਨਾ। ਪਹਿਲਾਂ ਕਿਆ ਹੁੰਦਾ ਸੀਗਾ, ਅੱਜ ਤੋਂ 10-15 ਸਾਲ ਪਹਿਲਾਂ ਜਿਹੜੇ ਪ੍ਰੋਗਰਾਮ ਲਿਖਦੇ ਸੀਗੇ ਉਹ ਯੂਜ਼ ਕਰਦੇ ਸੀ ਸਿੰਪਲ ਟੈਕਸਟ ਐਡੀਟਰ, ਜਾਂ ਫਿਰ ਜਿਕਣਾ ਨੋਟਪੈਡ ਹੋ ਗਿਆ ਜਾਂ ਫਿਰ ਨੋਟਪੈਡ ਪਲੱਸ ਹੋ ਗਿਆ, ਇਹ ਜਿਹੇ ਟੈਕਸਟ ਐਡੀਟਰ ਯੂਜ਼ ਕਰਦੇ ਸੀਗੇ। ਉਹਦੇ ਵਿੱਚ ਪ੍ਰੋਗਰਾਮ ਲਿਖ ਕੇ, ਠੀਕ ਹੈ ਨਾ, ਉਹਨੂੰ ਫਿਰ ਕੰਪਾਈਲ ਕਰਕੇ ਰਨ ਕਰਦੇ ਸੀ, ਐਗਜ਼ੀਕਿਊਟ ਕਰਦੇ ਸੀਗੇ। ਪਰ ਹੁਣ ਦੀ ਜਿਹੜੀ ਪ੍ਰੋਗਰਾਮਿੰਗ ਰਿਕੁਆਇਰਮੈਂਟ ਆ ਇਹ ਇੰਨੀ ਕੰਪਲੈਕਸ ਹੋ ਗਈ ਕਿ ਟੈਕਸਟ ਐਡੀਟਰ ਜਿਹੜੀ ਆਪਣੀ ਰਿਕੁਆਇਰਮੈਂਟ ਆ ਪ੍ਰੋਗਰਾਮਰ ਦੀਆਂ ਉਹ ਪੂਰੀਆਂ ਨਹੀਂ ਕਰ ਸਕਦਾ ਹੈਗਾ। ਠੀਕ ਆ, ਤਾਂ ਇਸ ਲਈ ਆਪਾਂ ਨੂੰ IDE ਜਾਂ ਆਈਡਲ ਦੀ ਲੋੜ ਪੈਂਦੀ ਹੈ। ਠੀਕ ਆ, ਤਾਂ IDE ਕੀ ਕਰਦਾ ਕਿ ਆਪਾਂ ਨੂੰ ਐਕਸਟਰਾ ਫੰਕਸ਼ਨੈਲਿਟੀਆਂ ਪ੍ਰੋਵਾਈਡ ਕਰਦਾ, ਜਿਹਦੇ ਨਾਲ ਪ੍ਰੋਗਰਾਮਰ ਦੀ ਲਾਈਫ ਜਿਹੜੀ ਆ ਬੜੀ ਸੌਖੀ ਹੋ ਜਾਂਦੀ ਆ। ਠੀਕ ਆ, ਹੁਣ ਟੈਕਸਟ ਐਡੀਟਰ ਦੇ ਵਿੱਚ ਵੀ ਆਪਾਂ ਪ੍ਰੋਗਰਾਮ ਲਿਖ ਸਕਦੇ ਹਾਂ, IDE 'ਚ ਵੀ ਲਿਖ ਸਕਦੇ ਹਾਂ, ਪਰ ਦੋਹਾਂ ਵਿੱਚ ਬਹੁਤ ਜ਼ਿਆਦਾ ਫਰਕ ਆ। ਠੀਕ ਆ, ਇਹ ਜੇ ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸਾਂ ਕਿ ਜਿੱਕਣਾ ਜੇ ਆਪਾਂ ਕਿਸੇ ਨੂੰ ਕਹੀਏ ਭਾਈ ਖੇਤਾਂ ਵਿੱਚ ਅੱਜ ਦੇ ਟਾਈਮ ਦੇ ਵਿੱਚ ਕਿ ਬੌਲਦ ਲੈ ਕੇ ਜਾਓ ਤੇ ਖੇਤ ਬਾਹੋ, ਹੈ ਨਾ, ਖੇਤ ਬਾਹੋ ਬੌਲਦ ਲੈ ਕੇ। ਹੁਣ ਬੌਲਦ ਨਾਲ ਆਪਾਂ ਖੇਤ ਬਾਹ ਤਾਂ ਸਕਦੇ ਹਾਂ, ਪਰ
ਕਿੰਨਾ ਜ਼ਿਆਦਾ ਟਫ ਆ, ਬਹੁਤ ਜ਼ਿਆਦਾ ਟਫ ਆ, ਹੈ ਨਾ। ਉਹਦੇ ਮੁਕਾਬਲੇ ਜੇ ਆਪਾਂ ਕਹੀਏ ਵੀ ਟਰੈਕਟਰ ਲੈ ਕੇ ਵਾਹੁਣਾ ਤਾਂ ਟਰੈਕਟਰ ਨਾਲ ਖੇਤ ਵਾਹੁਣੇ ਬੜੇ ਸੌਖੇ ਆ, ਠੀਕ ਆ। ਤਾਂ ਉਹੀ ਕੰਪੈਰੀਜ਼ਨ ਹੋ ਰਿਹਾ, ਟੈਕਸਟ ਐਡੀਟਰ ਨਾਲ ਪੋਸੀਬਲ ਹੈਗਾ ਪ੍ਰੋਗਰਾਮਿੰਗ ਲਿਖਣੀ, ਪਰ ਬਹੁਤ ਜ਼ਿਆਦਾ ਹੈਡੇਕ ਆ, ਬਹੁਤ ਜ਼ਿਆਦਾ ਹੈਕਟਿਕ ਆ। ਪ੍ਰੋਗਰਾਮਰ ਦੀ ਲਾਈਫ ਜਿਹੜੀ ਆ ਬਹੁਤ ਔਖੀ ਹੋ ਜਾਂਦੀ ਆ। IDE ਜਿਹੜੀ ਆ, ID ਦੇ ਵਿੱਚ ਪ੍ਰੋਗਰਾਮਿੰਗ ਜੇ ਆਪਾਂ ਲਿਖਦੇ ਆ ਤਾਂ ਉਹ ਸੌਖਾ ਹੈ ਬੜਾ ਲਿਖਣਾ, ਹੈ ਨਾ। ਹੁਣ ਜੇ ਆਪਾਂ ਗੂਗਲ ਵਿੱਚ ਚੈੱਕ ਕਰੀਏ, ਉਰੇ ਆ ਕੇ IDEs ਫॉर ਪਾਈਥਨ, ਤਾਂ ਆ ਪੂਰੀ ਲਿਸਟ ਉਰੇ ਆਪਾਂ ਲਿਸਟ ਦੇਖ ਰਹੇ ਹਾਂ, ਇਹ ਸਾਰੇ IDE ਆ, ਠੀਕ ਆ ਨਾ। ਇਹਦੇ ਵਿੱਚੋਂ ਕੁਝ IDE ਜਿਹੜੇ ਆ ਉਹ ਫ੍ਰੀ ਵਰਜ਼ਨ ਆ, ਕੁਝ ਜਿਹੜੇ ਆ ਪੇਡ ਆ, ਹੈ ਨਾ। ਤੇ ਆਪਾਂ ਹੁਣ ਇਹ ਪ੍ਰੋਗਰਾਮਿੰਗ ਜਿਹੜੀ ਆਪਾਂ ਕਲਾਸਾਂ ਕਰ ਰਹੇ ਹਾਂ, ਇਹਦੇ ਵਿੱਚ ਆਪਾਂ ਵਰਤਾਂਗੇ ਆਹ ਆਈਡਲ, ਠੀਕ ਆ। ਹੁਣ ਆਈਡਲ ਆਪਾਂ ਤਾਂ ਵਰਤ ਰਹੇ ਕਿਉਂਕਿ ਆਈਡਲ ਤਾਂ ਇੱਕ ਤਾਂ ਇਹ ਫ੍ਰੀ ਆ, ਦੂਜਾ ਜਦ ਆਪਾਂ ਨੇ ਪਾਈਥਨ ਇੰਸਟਾਲ ਕੀਤਾ ਤਾਂ ਪਾਈਥਨ ਨੇ ਆਈਡਲ ਆਪਣੇ ਲਈ ਇੰਸਟਾਲ ਕਰਕੇ ਆਪਾਂ ਨੂੰ ਦੇਤੀ, ਠੀਕ ਆ। ਤਾਂ ਫ੍ਰੀ ਵੀ ਆ, ਆਲਰੇਡੀ ਇੰਸਟਾਲਡ ਆ, ਹੈ ਨਾ। ਤੇ ਜਿੰਨੀ ਵੀ ਰਿਕੁਆਇਰਮੈਂਟਾਂ ਹੈਗੀਆਂ ਪ੍ਰੋਗਰਾਮਰ ਦੀਆਂ, ਸਿੰਪਲ ਤੋਂ ਲੈ ਕੇ ਕੰਪਲੈਕਸ ਪ੍ਰੋਗਰਾਮਿੰਗ ਦੀਆਂ, ਸਾਰੀਆਂ ਇਹ ਪ੍ਰੋਵਾਈਡ ਕਰਦਾ, ਤਾਂ ਹੀ ਆਪਾਂ ਵਰਤਾਂਗੇ ਆਈਡਲ, ਠੀਕ ਆ। ਤੇ ਆ ਆਪਣੀ ਜਿਹੜੀ ਆ ਸਕਰੀਨ, ਇਹ ਆਈਡਲ ਦੀ ਸਕਰੀਨ ਆ, ਠੀਕ ਆ। ਤਾਂ ਆਈਡਲ ਜਿਹੜੀ ਆ ਟਾਈਪ ਆਫ IDE ਆ, ਤੇ ਇਹ ਆਪਾਂ ਨੂੰ ਐਕਸਟਰਾ ਫੰਕਸ਼ਨੈਲਿਟੀਆਂ ਪ੍ਰੋਵਾਈਡ ਕਰਦੀਆਂ ਜਿਹੜੀ ਕਿ ਟੈਕਸਟ ਐਡੀਟਰ ਆਪਾਂ ਨੂੰ ਨਹੀਂ ਪ੍ਰੋਵਾਈਡ ਕਰਦਾ, ਠੀਕ ਆ। ਹੁਣ ਆਪਾਂ ਦੇਖ ਲਈਏ ਕਿ ਐਕਸਟਰਾ ਫੰਕਸ਼ਨੈਲਿਟੀਆਂ ਆਈਡਲ ਕੀ ਪ੍ਰੋਵਾਈਡ ਕਰਦਾ, ਠੀਕ ਆ, ਜਿਹਦੇ ਨਾਲ ਵੀ ਪ੍ਰੋਗਰਾਮਰ ਦੀ ਲਾਈਫ ਸੌਖੀ ਹੋ ਜਾਂਦੀ ਆ। ਉਹ ਆਪਾਂ ਦੇਖ ਲੈਂਦੇ ਆ। ਇੱਕ ਤਾਂ ਆਈਡਲ, ਇੱਕ ਤਾਂ ਇਹ ਪ੍ਰੋਵਾਈਡ ਕਰਦਾ ਆਪਾਂ ਨੂੰ ਟੈਕਸਟ ਐਡੀਟਰ, ਠੀਕ ਆ। ਟੈਕਸਟ ਐਡੀਟਰ ਜਿਹੜਾ ਨਾਰਮਲ ਟੈਕਸਟ ਐਡੀਟਰ ਉਹਦੇ ਵਾਂਗ ਇੱਕ ਟੈਕਸਟ ਐਡੀਟਰ ਪ੍ਰੋਵਾਈਡ ਕਰਦਾ ਜਿਹਦੇ ਵਿੱਚ ਆਪਾਂ ਪ੍ਰੋਗਰਾਮ ਨੂੰ ਲਿਖਦੇ ਆ, ਠੀਕ ਆ। ਫਿਰ ਆਪਾਂ ਨੂੰ ਪ੍ਰੋਵਾਈਡ ਕਰਦਾ ਡੀਬਗਰ। ਹੁਣ ਡੀਬਗਰ ਕੀ ਕਰਦਾ, ਡੀਬਗਰ ਹੁਣ ਜੇ ਆਪਾਂ ਪ੍ਰੋਗਰਾਮ ਲਿਖਿਆ, ਉਹਨੂੰ ਆਪਾਂ ਨੇ ਐਗਜ਼ੀਕਿਊਟ ਕਰਨਾ ਹੈ, ਰਨ ਕਰਨਾ, ਤਾਂ ਉਹਦੇ ਵਿੱਚ ਜਿਹੜੀਆਂ ਗਲਤੀਆਂ ਆਪਾਂ ਕਰਦੇ ਆ, ਸਿੰਟੈਕਸ ਐਰਰ ਹੋ ਗਈ ਜਾਂ ਕੋਈ ਹੋਰ ਐਰਰ ਹੋ ਗਈ, ਜਿੰਨੀਆਂ ਵੀ ਗਲਤੀਆਂ, ਡੀਬਗਰ ਨੇ ਆਪਾਂ ਨੂੰ ਗਲਤੀਆਂ ਦੱਸਣੀਆਂ ਕਿ ਆਹ ਭਾਈ ਤੇਰੀ ਗਲਤੀ ਆਹ ਲਾਈਨ ਤੇ ਆਹ ਫਲਾਣੀ ਗਲਤੀ ਆ, ਤੇ ਉਹ ਗਲਤੀਆਂ ਆਪਾਂ ਫਿਰ ਸੁਧਾਰਨੀਆਂ, ਠੀਕ ਆ ਨਾ। ਫਿਰ ਆਪਾਂ ਪ੍ਰੋਗਰਾਮ ਰਨ ਕਰਨਾ, ਤਾਂ ਡੀਬਗਰ ਨਾਲ ਆਪਾਂ ਗਲਤੀਆਂ ਫੜ ਕੇ ਉਹਨੂੰ ਗਲਤੀਆਂ ਨੂੰ ਸੁਧਾਰਦੇ ਆ, ਉਹ ਕੰਮ ਡੀਬਗਰ ਕਰਦਾ। ਉਹ ਤੋਂ ਬਾਅਦ ਇਹ ਆਪਾਂ ਨੂੰ ਪ੍ਰੋਵਾਈਡ ਕਰਦਾ ਇੰਟਰਪ੍ਰੇਟਰ, ਠੀਕ ਹੈ ਨਾ। ਇੰਟਰਪ੍ਰੇਟਰ ਕੀ ਕਰਦਾ ਕਿ ਆਪਣਾ ਜਿਹੜਾ ਪ੍ਰੋਗਰਾਮ ਆਪਾਂ ਲਿਖਿਆ ਉਹਨੂੰ ਰਨ ਕਰਦਾ, ਠੀਕ ਹੈ ਨਾ। ਹੁਣ ਇੰਨੀਆਂ ਫੰਕਸ਼ਨੈਲਿਟੀਆਂ ਕਿਸੇ ਵੀ ਟੈਕਸਟ ਐਡੀਟਰ ਦੇ ਵਿੱਚ ਨਹੀਂ ਆਪਾਂ ਨੂੰ ਮਿਲਦੀਆਂ ਹੈਗੀਆਂ। ਟੈਕਸਟ ਐਡੀਟਰ ਦੇ ਵਿੱਚ ਇਕੱਲਾ ਟੈਕਸਟ ਐਡੀਟਰ ਹੋਊਗਾ, ਠੀਕ ਆ। ਆਈਡਲ ਵਿੱਚ ਟੈਕਸਟ ਐਡੀਟਰ ਵੀ ਆ, ਡੀਬਗਰ ਵੀ ਆ, ਇੰਟਰਪ੍ਰੇਟਰ ਵੀ ਆ, ਠੀਕ ਆ ਨਾ। ਉਹ ਤੋਂ ਬਾਅਦ ਪਾਈਥਨ ਸ਼ੈਲ ਵੀ ਆ, ਠੀਕ ਆ। ਉਰੇ ਆਪਾਂ ਨੇ ਚੈੱਕ ਕੀਤਾ ਤਾਂ, ਠੀਕ ਆ। ਤਾਂ ਆਈਡਲ ਦੇ ਵਿੱਚ ਪਾਈਥਨ ਸ਼ੈਲ ਵੀ ਆ। ਜਦ ਆਪਾਂ ਉਰੇ ਆ ਕੇ ਟਾਈਪ ਕੀਤਾ ਤਾਂ ਪਾਈਥਨ, ਮੈਂ ਕਿਹਾ ਕਿ ਉਰੇ ਆਪਾਂ ਨੂੰ ਦੋ ਚੀਜ਼ਾਂ ਇੰਪੋਰਟੈਂਟ ਆ, ਇੱਕ ਤਾਂ ਆਹ ਇਹ ਹੈਗੀ ਪਾਈਥਨ ਸ਼ੈਲ। ਇਹ ਪਾਈਥਨ ਸ਼ੈਲ ਜਿਹੜੀ ਆ ਆਈਡਲ ਤੋਂ ਬਾਹਰ ਆ, ਠੀਕ ਆ। ਜੇ ਮੈਂ ਇਹਨੂੰ ਕਲਿੱਕ ਕਰਾਂ ਤਾਂ ਆਹ ਪਾਈਥਨ ਸ਼ੈਲ ਖੁੱਲ ਗਈ ਉਰੇ, ਠੀਕ ਆ। ਇੱਕ ਤਾਂ ਆਹ ਪਾਈਥਨ ਸ਼ੈਲ ਹੋ ਗਈ, ਇਹਨੂੰ ਮੈਂ ਕਲੋਜ਼ ਕਰ ਦਵਾਂ ਉਰੇ, ਤੇ ਇੱਕ ਆਈਡਲ ਦੇ ਵਿੱਚ ਪਾਈਥਨ ਸ਼ੈਲ ਆ। ਜਦ ਆਪਾਂ ਆਈਡਲ ਓਪਨ ਕਰਦੇ ਆ ਤਾਂ ਜਿਹੜੀ ਪਹਿਲੀ ਸਕਰੀਨ ਆ ਇਹ ਪਾਈਥਨ ਸ਼ੈਲ ਆ, ਠੀਕ ਆ। ਤਾਂ ਆਈਡਲ ਆਪਾਂ ਨੂੰ ਪਾਈਥਨ ਸ਼ੈਲ ਵੀ ਪ੍ਰੋਵਾਈਡ ਕਰਦਾ। ਪਾਈਥਨ ਸ਼ੈਲ 'ਚ ਆਪਾਂ ਛੋਟੇ ਮੋਟੇ ਜਿਹੜੇ ਲੌਜਿਕ ਆ, ਕੋਡ ਆ, ਉਹ ਆਪਾਂ ਚੈੱਕ ਕਰਨੇ ਆ ਕਿ ਇਹ ਕੰਮ ਕਰਦੇ ਕਿ ਨਹੀਂ ਕਰਦੇ, ਠੀਕ ਆ। ਉਹ ਤੋਂ ਬਾਅਦ ਆਪਾਂ ਨੂੰ ਇਹ ਪ੍ਰੋਵਾਈਡ ਕਰਦਾ ਸਿੰਟੈਕਸ ਹਾਈਲਾਈਟਿੰਗ ਆ। ਜਦ ਆਪਾਂ ਕੋਡ ਲਿਖਦੇ ਆ ਆਈਡਲ ਦੇ ਵਿੱਚ, ਉਹ ਜਿਹੜਾ ਪੂਰਾ ਕੋਡ ਆ ਨਾ ਉਹ ਰੰਗ ਬਿਰੰਗੇ ਅੱਖਰਾਂ 'ਚ ਆਪਾਂ ਨੂੰ ਦਿਖਦਾ। ਜਿਵੇਂ ਵੀ ਕੀਵਰਡ ਜਿਹੜੇ ਹੋ ਗਏ ਉਹ ਇੱਕ ਅਲੱਗ ਰੰਗ ਵਿੱਚ ਦਿਖੇਗਾ, ਜਿੱਕਣਾ ਕੀਵਰਡ ਹੋ ਗਏ ਉਹ ਆਪਾਂ ਨੂੰ ਔਰੇਂਜ ਰੰਗ ਵਿੱਚ ਦਿਖਦੇ ਆ, ਠੀਕ ਆ। ਜਿਹੜਾ ਆਊਟਪੁੱਟ ਹੋ ਗਿਆ ਉਹ ਆਪਾਂ ਨੂੰ ਦਿਖਦਾ ਬਲੂ ਕਲਰ ਦੇ ਵਿੱਚ। ਜਿਹੜੀ ਕੋਈ ਸਟ੍ਰਿੰਗ ਆ, ਸਟ੍ਰਿੰਗ ਇੱਕ ਡੇਟਾ ਟਾਈਪ ਆ, ਸਟ੍ਰਿੰਗ ਜਿਹੜੀਆਂ ਉਹ ਸਾਰੀਆਂ ਗ੍ਰੀਨ ਕਲਰ ਦੇ ਵਿੱਚ ਦਿਖਦੀਆਂ, ਠੀਕ ਹੈ ਨਾ। ਤੇ ਜਿਹੜੇ ਫੰਕਸ਼ਨ ਆਪਾਂ ਨੂੰ ਦਿਖਦੀ ਆ ਪਰਪਲ ਕਲਰ ਦੇ ਵਿੱਚ, ਠੀਕ ਆ। ਤਾਂ ਇਹਦੇ ਨਾਲ ਹੁੰਦਾ ਕੀ ਆ, ਇੱਕ ਤਾਂ ਰੀਡੇਬਲ ਉਹਦੀ ਲਾਈਕ ਜਦ ਆਪਾਂ ਪ੍ਰੋਗਰਾਮ ਲਿਖਦੇ ਤਾਂ ਉਹਨੂੰ ਰੀਡ ਕਰਨਾ ਬੜਾ ਸੌਖਾ ਹੋ ਜਾਂਦਾ। ਦੂਜਾ ਪ੍ਰੋਗਰਾਮ ਨੂੰ ਐਂ ਪਤਾ ਲੱਗ ਜਾਂਦਾ ਕਿ ਭਾਈ ਇਹ ਕੀਵਰਡ ਆ ਕਿ ਫੰਕਸ਼ਨ ਆ ਕਿ ਇਹ ਆਊਟਪੁੱਟ ਆ ਕਿ ਸਟ੍ਰਿੰਗ ਆ, ਠੀਕ ਆ ਨਾ। ਤਾਂ ਉਹ ਹੋ ਗਿਆ ਸਿੰਟੈਕਸ ਹਾਈਲਾਈਟ। ਉਹ ਤੋਂ ਬਾਅਦ ਆਟੋ ਕੰਪਲੀਸ਼ਨ, ਠੀਕ ਆ। ਜੇ ਆਪਾਂ ਕੁਝ ਵੀ ਇੱਕ ਕੋਈ ਕੀਵਰਡ ਟਾਈਪ ਕਰਦੇ ਹਾਂ, ਜੇਕਰ ਪ੍ਰਿੰਟ ਇੱਕ ਫੰਕਸ਼ਨ ਆ, ਪ੍ਰਿੰਟ ਟਾਈਪ ਕਰਕੇ ਜੇ ਮੈਂ ਟੈਬ ਕਲਿੱਕ ਕਰਾਂ, ਠੀਕ ਆ ਨਾ, ਤਾਂ ਉਹ ਆਪਾਂ ਨੂੰ ਆਈਡਲ ਜਿਹੜਾ ਅਲੱਗ-ਅਲੱਗ ਆਪਾਂ ਨੂੰ ਆਪਸ਼ਨ ਦਿੰਦਾ ਕਿ ਕਿਹੜੇ ਆਪਸ਼ਨ ਨੂੰ ਕਲਿੱਕ ਕਰਕੇ ਆਪਾਂ ਇਹਨੂੰ ਕੰਪਲੀਟ ਕਰ ਸਕਦੇ ਹਾਂ। ਮਤਲਬ ਜੇ ਮੈਂ ਕੋਈ ਇੱਕ ਕੀਵਰਡ ਅੱਧਾ ਲਿਖ ਕੇ ਜੇ ਮੈਂ ਟੈਬ ਦੱਬਾਂ ਤਾਂ ਉਹ ਆਪਾਂ ਨੂੰ ਆਪਸ਼ਨ ਦਿੰਦਾ ਕਿ ਇਹਨੂੰ ਆਪਾਂ ਕੰਪਲੀਟ ਕਿੱਦਾਂ ਕਰਨਾ, ਠੀਕ ਆ। ਆਟੋ ਕੰਪਲੀਸ਼ਨ ਫੀਚਰ। ਉਹ ਤੋਂ ਬਾਅਦ ਆਟੋ ਇੰਡੈਂਟੇਸ਼ਨ, ਠੀਕ ਆ। ਜਿਹੜੀਆਂ ਹੋਰ ਪ੍ਰੋਗਰਾਮਿੰਗ ਲੈਂਗੁਏਜ ਆ ਨਾ ਉਹਦੇ ਵਿੱਚ ਜਦ ਆਪਾਂ ਕੋਈ ਬਲੌਕ ਲਿਖਦੇ ਆ, ਠੀਕ ਆ ਨਾ, ਬਲੌਕ ਆਪਾਂ ਕ੍ਰੀਏਟ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤਾਂ ਉਹ ਜਿਹੜਾ ਬਲੌਕ ਆ ਉਹ ਸਟਾਰਟ ਕਰਦੇ ਹੁੰਦੇ ਆ ਆਹ ਕਰਲੀ ਬ੍ਰੇਸਿਸ ਨਾਲ, ਠੀਕ ਆ, ਤੇ ਐਂਡ ਕਰਦੇ ਆ ਆਹ ਕਲੋਜ਼ ਬ੍ਰੇਸ ਇਹਦੇ ਨਾਲ, ਠੀਕ ਆ। ਪਾਈਥਨ ਦੇ ਵਿੱਚ ਆ ਜਿਹੜੇ ਬ੍ਰੇਸਿਸ ਦਾ ਕੰਸੈਪਟ ਨਹੀਂ ਹੈਗਾ। ਤਾਂ ਹੁਣ ਆਪਾਂ ਨੂੰ ਪਤਾ ਕਿੱਦਾਂ ਲੱਗੂ ਕਿ ਆਪਾਂ ਕਿੱਥੋਂ ਬਲੌਕ ਸਟਾਰਟ ਕਰਨਾ, ਕਿੱਥੋਂ ਆਪਾਂ ਬਲੌਕ ਐਂਡ ਕਰਨਾ। ਤਾਂ ਪਾਈਥਨ ਜਿਹੜਾ ਆਈਡਲ ਆ ਇਹ ਆਪਾਂ ਨੂੰ ਆਟੋਮੈਟਿਕ ਆਪਾਂ ਨੂੰ ਇੰਡੈਂਟੇਸ਼ਨ ਦਿੰਦਾ। ਕਹਿਣ ਦਾ ਮਤਲਬ ਕਿ
मैंने स्टार्टिंग तो जे मैं उरों स्टार्ट करा आह जिथे अपना कर्सर आ जे मैं चार बार स्पेस क्लिक करा 1 2 3 4 तो उरों ब्लॉक शुरू होंदा ठीक है तो करली ब्रेसिस की जगह 4 स्पेसां नाल ਜਿਹੜਾ ਆਪਣਾ ਬਲੌਕ ਸ਼ੁਰੂ ਹੁੰਦਾ ਹੈ ਤੇ ਐਂਡ ਵੀ 4 स्पेसां ਨਾਲ ਹੋਣਾ ਠੀਕ ਆ ਹੁਣ ਜੇ ਇੱਕ ਬਲੌਕ ਦੇ ਵਿੱਚ ਆਪਾਂ ਨੇ ਇੱਕ ਹੋਰ ਬਲੌਕ ਕ੍ਰੀਏਟ ਕਰਨਾ ਹੋਇਆ ਉਹਦੇ ਵਿੱਚ ਦੁਬਾਰਾ ਫਿਰ ਇੱਕ ਬਲੌਕ ਕ੍ਰੀਏਟ ਕਰਨਾ ਹੋਇਆ ਤਾਂ ਆਪਾਂ ਨੂੰ ਕਾਊਂਟ ਕਰਨਾ ਪੈਣਾ ਕਿ ਪਹਿਲਾ ਬਲੌਕ ਸਟਾਰਟ ਹੋਇਆ 4 स्पेसां ਨਾਲ ਉਹਦੇ ਵਿੱਚ ਦੁਬਾਰਾ ਬਲੌਕ ਸਟਾਰਟ ਕੀਤਾ ਕਰਨਾ ਆਪਾਂ ਨੇ ਤਾਂ ਫਿਰ 4 स्पेस ਦੇਣੇ ਪੈਣੇ ਹਨਾ ਤਾਂ ਆਪਾਂ ਨੂੰ ਇਹ ਕਾਊਂਟ ਕਰਨੇ ਪੈਣੇ ਤਾਂ ਬੜਾ ਇਹ ਜੇ ਹੁਣ ਜੇ ਪ੍ਰੋਗਰਾਮ ਥੋੜਾ ਬੜਾ ਹੋ ਗਿਆ ਕੰਪਲੈਕਸ ਹੋ ਗਿਆ ਤਾਂ ਬਹੁਤ ਜ਼ਿਆਦਾ ਔਖਾ ਆਪਾਂ ਨੂੰ ਕਾਊਂਟਿੰਗ ਕਰਨਾ ਕਿੰਨੇ ਸਪੇਸਿਸ ਦਾ ਮੁਸ਼ਕਲ ਆ ਤਾਂ ਉਹਦੇ ਲਈ ਪਾਈਥਨ ਜਿਹੜਾ ਆਈਡਲ ਆ ਇਹ ਸਾਡੇ ਲਈ ਇਹ ਬਲੌਕ ਸ਼ੁਰੂ ਤੇ ਐਂਡ ਜਿਹੜਾ ਕਰਨਾ ਹੈ ਸਪੇਸ ਦੇ ਕੇ ਇਹ ਆਪੇ ਹੀ ਕਰਦਾ ਠੀਕ ਆ ਉਹਨੂੰ ਆਪਾਂ ਕਹਿੰਦੇ ਆਟੋ ਇੰਡੈਂਟੇਸ਼ਨ ਇਹ ਆਪਾਂ ਚੈੱਕ ਕਰਾਂਗੇ ਥੋੜੀ ਦੇਰ 'ਚ ਵੀ ਕਿੱਦਾਂ ਹੁੰਦਾ ਠੀਕ ਆ ਉਹਦੇ ਬਾਅਦ ਇਹ ਆਪਾਂ ਨੂੰ ਕੰਪਲੀਟ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਦਾ ਠੀਕ ਆ ਪਾਈਥਨ 3 ਦੀ ਕੰਪਲੀਟ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਦਾ ਉਹਦੇ ਬਾਅਦ ਜੇ ਆਪਾਂ ਸ਼ੈਲ ਤੇ ਕੋਈ ਜਿਵੇਂ ਕੋਡ ਲਿਖਦੇ ਹਾਂ ਜਿਵੇਂ ਆਪਾਂ ਨੇ 4 ਕੋਡ ਜਿਵੇਂ ਆਪਾਂ 4 ਕਮਾਂਡ ਲਿਖੀਆਂ ਹਨਾ ਹੁਣ ਚੌਥੀ ਕਮਾਂਡ ਤੋਂ ਜੇ ਮੈਂ ਤੀਜੀ ਕਮਾਂਡ ਤੇ ਜਾਣਾ ਠੀਕ ਆ ਤਾਂ ਉਹਦਾ ਆਪਾਂ ਆਲਟ ਪੀ ਦੱਬ ਕੇ ਆਲਟ ਪੀ ਮਤਲਬ ਪ੍ਰੀਵੀਅਸ ਆ ਦੱਬ ਕੇ ਆਪਾਂ ਜਾ ਸਕਦੇ ਹਾਂ ਹੁਣ ਤੀਜੀ ਤੋਂ ਆਪਾਂ ਦੂਜੀ ਪਰ ਜਾਣਾ ਤਾਂ ਫਿਰ ਆਲਟ ਪੀ ਦੱਬਾਂਗੇ ਹਨਾ ਆਪਾਂ ਦੂਜੀ ਪਰ ਆ ਗਏ ਹੁਣ ਦੂਜੀ ਤੋਂ ਮੈਂ ਤੀਜੀ ਪਰ ਜਾਣਾ ਤਾਂ ਆਲਟ ਐਨ ਦੱਬ ਕੇ ਤਾਂ ਐਨ ਮਤਲਬ ਨੈਕਸਟ ਤਾਂ ਆਲਟ ਨੈਕਸਟ ਐਨ ਨਾਲ ਆਪਾਂ ਨੈਕਸਟ ਕਮਾਂਡ ਤੇ ਜਾਵਾਂਗੇ ਆਲਟ ਪੀ ਨਾਲ ਪ੍ਰੀਵੀਅਸ ਪਹਿਲਾਂ ਵਾਲੀ ਕਮਾਂਡ ਤੇ ਜਾਵਾਂਗੇ ਠੀਕ ਆ ਆ ਹੋ ਗਿਆ ਤੇ ਤਾਂ ਆਹ ਜਿਹੜੀਆਂ ਇਹ ਮੇਨ ਫੰਕਸ਼ਨੈਲਿਟੀਆਂ ਆਈਡਲ ਦੇ ਵਿੱਚ ਹੋਰ ਫੰਕਸ਼ਨੈਲਿਟੀਆਂ ਇੰਨੀਆਂ ਹੈ ਕਿ ਜੇ ਮੈਂ ਹੁਣ ਡਿਸਕਸ ਲੱਗਾ ਕਰਨ ਤਾਂ ਪੂਰਾ ਦਿਨ ਲੱਗ ਜਾਣਾ ਠੀਕ ਆ ਆਹੀ ਡਿਸਕਸ ਕਰਕੇ ਹੁਣ ਆਪਾਂ ਅੱਗੇ ਵਧਾਂਗੇ ਆਪਾਂ ਆਈਡਲ ਖੋਲਦੇ ਹਾਂ ਹੁਣ ਆਹ ਪਹਿਲੀ ਸਕਰੀਨ ਆ ਆਈਡਲ ਦੀ ਠੀਕ ਆ ਆਹ ਜਿਹੜੀ ਇਹ ਪਾਈਥਨ ਸ਼ੈਲ ਆ ਇਹਦੇ ਵਿੱਚ ਆਪਾਂ ਫਾਈਲ ਓਪਨ ਕਰਕੇ ਉਹਦੇ ਤੇ ਇੱਕ ਨਵੀਂ ਫਾਈਲ ਕ੍ਰੀਏਟ ਕਰਾਂਗੇ ਠੀਕ ਆ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਇੱਕ ਫੰਕਸ਼ਨ ਕ੍ਰੀਏਟ ਕਰਦੇ ਆ ਡੈਫ ਇੱਕ ਕੀਵਰਡ ਆ ਮੈਂ ਕਿਹਾ ਤਾਂ ਕਿ ਇਹਦੇ ਵਿੱਚ ਸਿੰਟੈਕਸ ਹਾਈਲਾਈਟਿੰਗ ਦਾ ਫੀਚਰ ਵੀ ਹੈ ਹਨਾ ਹੁਣ ਡੈਫ ਕੀਵਰਡ ਆ ਤਾਂ ਇਹ orange ਕਲਰ ਵਿੱਚ ਆ ਗਈ ਠੀਕ ਆ ਡੈਫ ਨਾਲ ਆਪਾਂ ਇੱਕ ਫੰਕਸ਼ਨ ਕ੍ਰੀਏਟ ਕਰਦੇ ਹਾਂ ਠੀਕ ਆ ਹੁਣ ਫੰਕਸ਼ਨ ਕੀ ਆ ਕੀ ਨਹੀਂ ਇਹ ਆਪਾਂ ਬਾਅਦ ਚ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਹੁਣ ਮੈਂ ਦਿਖਾਉਣਾ ਹੈ ਐਗਜ਼ਾਮਪਲ ਦੇ ਤੌਰ ਤੇ ਕਿ ਇਹ ਕਿਵੇਂ ਕੰਮ ਕਰਦਾ ਇਹਨੂੰ ਆਪਾਂ ਕੋਈ ਵੀ ਨਾਮ ਦਿੰਦੇ ਜਿਵੇਂ ਮੈਂ ਦਿੱਤਾ ਇਹਨੂੰ ਫੰਕਸ਼ਨ 1 ਠੀਕ ਆ ਹੁਣ ਦੇਖੋ ਇਹ ਬਲੂ ਕਲਰ ਚ ਆਇਆ ਠੀਕ ਹੈ ਨਾ ਤਾਂ ਇਹਦੇ ਨਾਲ ਪਤਾ ਲੱਗ ਜਾਂਦਾ ਕਿ ਡੈਫ ਕੀਵਰਡ ਆ ਫੰਕਸ਼ਨ 1 ਜਿਹੜਾ ਕਿਸੇ ਫੰਕਸ਼ਨ ਦਾ ਨਾਮ ਆ ਠੀਕ ਆ ਤੇ ਆਹ ਇਹਦਾ ਸਿੰਟੈਕਸ ਆ ਕ੍ਰੀਏਟ ਕਰਨ ਦਾ ਇਹ ਤੇ ਬਾਅਦ ਮੈਂ ਕਰਾਂ ਪ੍ਰਿੰਟ ਹੈਲੋ ਠੀਕ ਆ ਹੁਣ ਹੈਲੋ ਜਿਹੜਾ ਇਹ ਸਟ੍ਰਿੰਗ ਆ ਇਹ ਗ੍ਰੀਨ ਵਿੱਚ ਆ ਗਿਆ ਪ੍ਰਿੰਟ ਜਿਹੜਾ ਇਹ ਫੰਕਸ਼ਨ ਆ ਇਹ ਪਰਪਲ ਕਲਰ ਵਿੱਚ ਆ ਗਿਆ ਠੀਕ ਆ ਹੁਣ ਇਹਨੂੰ ਆਪਾਂ ਕਾਲ ਕਰਦੇ ਹਾਂ ਫੰਕਸ਼ਨ 1 ਠੀਕ ਇਹਨੂੰ ਫਾਈਲ ਨੂੰ ਆਪਾਂ ਸੇਵ ਕਰ ਦਈਏ ਕੋਈ ਵੀ ਨਾਮ ਦੇ ਦਾਂਗੇ ਮੇਰੇ abc ਐਕਸਟੈਂਸ਼ਨ .py ਹੈ ਪਾਈਥਨ ਦੀ ਫਿਰ ਇਹਨੂੰ ਆਪਾਂ ਰਨ ਕਰਾਂਗੇ ਫਿਰ ਤੋਂ ਰਨ ਮੋਡਿਊਲ ਜਾਂ ਫਿਰ F5 ਜਦੋਂ ਕਲਿੱਕ ਕਰਾਂਗੇ ਤਾਂ ਵੀ ਰਨ ਹੋ ਜਾਂਦਾ ਠੀਕ ਆ ਤਾਂ ਆਹ ਆਪਣਾ ਆਉਟਪੁੱਟ ਆ ਗਿਆ ਉਰੇ ਠੀਕ ਆ ਇਹ ਆਪਣੀ ਆਉਟਪੁੱਟ ਹੈ ਇਹ ਬਲੂ ਚ ਆ ਠੀਕ ਆ ਨਾ ਤੇ ਉਰੇ ਆ ਕੇ ਜੇ ਮੈਂ ਹੁਣ ਜੇ ਮੈਂ ਪ੍ਰਿੰਟ ਕਰਾਂ PRI ਦੱਬ ਕੇ ਮੈਂ ਟੈਬ ਕਲਿੱਕ ਕਰਾਂ ਠੀਕ ਆ ਤਾਂ ਪ੍ਰਿੰਟ ਜਿਹੜਾ ਹੈ ਇਹ ਆਪੇ ਕੰਪਲੀਟ ਹੋ ਗਿਆ ਤਾਂ ਇਹ ਹੈਗੀ ਆਟੋ ਕੰਪਲੀਸ਼ਨ ਫੀਚਰ ਠੀਕ ਆ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਦੇਖਦੇ ਹਾਂ ਕਮੈਂਟ ਹੈ ਠੀਕ ਆ ਨਾ ਪਾਈਥਨ ਦੇ ਵਿੱਚ ਆਪਾਂ ਹਰ ਇੱਕ ਕੰਪਿਊਟਰ ਲੈਂਗੁਏਜ ਆਪਾਂ ਕਮੈਂਟ ਲਿਖਦੇ ਆ ਪਾਈਥਨ ਦੇ ਵਿੱਚ ਵੀ ਕਮੈਂਟ ਲਿਖਦੇ ਆ ਤੇ ਕਮੈਂਟ ਜਿਹੜਾ ਉਹ ਸ਼ੁਰੂ ਹੁੰਦੀ ਆ ਹੈਸ਼ ਤੋਂ ਠੀਕ ਆ ਨਾ ਜੇ ਆਪਾਂ ਨਵੀਂ ਲਾਈਨ ਤੇ ਕੋਈ ਵੀ ਆਪਾਂ ਕਮੈਂਟ ਲਿਖਾਂਗੇ ਤਾਂ ਹੈਸ਼ ਤੋਂ ਸ਼ੁਰੂ ਹੁੰਦੀ ਆ ਉਰੇ ਮੈਂ ਹੁਣ ਜਿਹੜੀ ਕਮੈਂਟ ਆਪਾਂ ਲਿਖਦੇ ਆ ਪਾਈਥਨ ਦੇ ਵਿੱਚ ਕਿਸੇ ਪ੍ਰੋਗਰਾਮਿੰਗ ਲੈਂਗੁਏਜ ਇਹ ਕਮੈਂਟ ਹੋ ਗਏ ਜਿਕਣਾ ਆਪਾਂ ਜਿਵੇਂ ਇੰਡੀਆ ਵਿੱਚ ਜਾਂ ਕ੍ਰਿਕਟ ਦਾ ਮੈਚ ਹੁੰਦਾ ਤਾਂ ਆਪਾਂ ਕਮੈਂਟਰੀ ਸੁਣਦੇ ਹਾਂ ਹਨਾ ਤਾਂ ਕਮੈਂਟਰੀ ਸੁਣ ਕੇ ਆਪਾਂ ਨੂੰ ਪਤਾ ਲੱਗਦਾ ਜਿਵੇਂ ਆਪਾਂ ਰੇਡੀਓ ਤੇ ਜਾਂ ਸੁਣਦੇ ਤੇ ਪਹਿਲਾਂ ਹੁਣ ਤਾਂ ਰੇਡੀਓ ਹੈ ਦੇਖਣ ਨੂੰ ਮਿਲਦੇ ਨਹੀਂ ਜਾਂ ਰੇਡੀਓ ਤੇ ਆਪਾਂ ਕਮੈਂਟਰੀ ਸੁਣਦੇ ਤੇ ਪਹਿਲਾਂ ਤਾਂ ਉਹ ਕਮੈਂਟਰੀ ਸੁਣ ਕੇ ਆਪਾਂ ਨੂੰ ਪਤਾ ਚੱਲਦਾ ਸੀ ਵੀ ਇਹ ਕੀ ਹੋ ਰਿਹਾ ਕੌਣ ਆਊਟ ਹੋਇਆ ਕਿਹਨੇ ਛੱਕਾ ਮਾਰਿਆ ਕਿਹਨੇ ਚੌਕਾ ਮਾਰਿਆ ਹਨਾ ਉਵੇਂ ਪਾਈਥਨ ਦੇ ਵਿੱਚ ਵੀ ਕਮੈਂਟਰੀ ਆ ਕਮੈਂਟ ਨੂੰ ਆਪਾਂ ਕਹਿੰਦੇ ਆ ਉਹ ਕਮੈਂਟ ਆਪਾਂ ਸ਼ੁਰੂ ਕਰਦੇ ਹਾਂ ਹੈਸ਼ ਤੋਂ ਠੀਕ ਆ ਉਰੇ ਮੈਂ ਲਿਖੂੰਗਾ ਕੁਝ ਵੀ ਦਿਸ ਇਜ਼ ਆਵਰ ਫਸਟ ਪ੍ਰੋਗਰਾਮ ਠੀਕ ਆ ਤੇ ਲਾਈਨ ਦੇ ਐਂਡ ਤੇ ਵੀ ਆਪਾਂ ਕਮੈਂਟ ਲਿਖ ਸਕਦੇ ਹਾਂ ਸਿੰਪਲ ਹੈਸ਼ ਕਰਕੇ ਦਿਸ ਇਜ਼ ਆਵਰ ਫੰਕਸ਼ਨ ਠੀਕ ਆ ਉਹਦੇ ਬਾਅਦ ਜੇ ਮਲਟੀ ਲਾਈਨ ਕਮੈਂਟ ਲਿਖਣੇ ਆ 3-4 ਲਾਈਨਾਂ ਦੇ ਵਿੱਚ ਜੇ ਕਮੈਂਟ ਲਿਖਣਾ ਤਾਂ ਉਹ ਕਮੈਂਟ ਆਪਾਂ ਲਿਖਾਂਗੇ ट्रिपल सिंगल कोट या फिर ट्रिपल डबल कोट ਦੇ ਵਿੱਚ ਠੀਕ ਆ ਉਰੇ ਮੈਂ ट्रिपल सिंगल कोट ਕਰ ਰਿਹਾ 1 2 3 ਠੀਕ ਆ ਉਰੇ ਮੈਂ ਕੁਝ ਵੀ ਲਿਖ ਦੂੰਗਾ this is multi line comment enter ਉਰੇ ਮੈਂ ਕੁਝ ਵੀ ਟਾਈਪ ਕਰ ਦੇਣਾ ਠੀਕ ਆ ਤੇ ਇਹਨੂੰ ਫਿਰ ਮੈਂ ਕਲੋਜ਼ ਕਰਨਾ ਹੈ ट्रिपल सिंगल कोट ਠੀਕ ਆ ਕਮੈਂਟ ਹੁਣ ਆਪਾਂ ਲਿਖ ਰਹੇ ਹਾਂ ਇਹਦੇ ਵਿੱਚ ਕਮੈਂਟ ਲਿਖਣ ਦਾ ਮੇਨ ਪਰਪਸ ਆਹ ਹੈ
ਕਿ ਜਦ ਹੋਰ ਪ੍ਰੋਗਰਾਮਰ ਆਪਣਾ ਪ੍ਰੋਗਰਾਮ ਤੇ ਕੰਮ ਕਰਦਾ ਹੈ ਨਾ, ਤਾਂ ਕਮੈਂਟ ਦੇਖ ਕੇ ਉਹਨੂੰ ਪਤਾ ਲੱਗਦਾ ਕਿ ਇਹ ਪ੍ਰੋਗਰਾਮ ਕਿਵੇਂ ਕਰ ਰਿਹਾ ਤੇ ਇਹਦਾ ਲੌਜਿਕ ਕੀ ਆ। ਠੀਕ ਆ, ਜੇ ਕਮੈਂਟ ਨਾ ਹੋਵੇ ਤਾਂ ਹੋਰ ਪ੍ਰੋਗਰਾਮਰ ਨੂੰ ਆਪਣਾ ਪ੍ਰੋਗਰਾਮ ਸਮਝਣਾ ਬੜਾ ਮੁਸ਼ਕਲ ਹੋ ਜਾਏਗਾ ਤੇ ਆਪਾਂ ਨੂੰ ਕਿਸੇ ਹੋਰ ਦਾ ਪ੍ਰੋਗਰਾਮ ਸਮਝਣਾ ਬੜਾ ਮੁਸ਼ਕਲ ਹੋ ਜਾਏਗਾ। ਠੀਕ ਆ, ਤਾਂ ਆਪਾਂ ਕਮੈਂਟ ਲਿਖਦੇ ਆ। ਇਹ ਕਮੈਂਟ ਨੂੰ ਪਾਈਥਨ ਜਿਹੜਾ ਜਮਾਂ ਟੱਚ ਨਹੀਂ ਕਰਦਾ, ਕਮੈਂਟ ਉਵੇਂ ਦੇ ਉਵੇਂ ਹੀ ਆ। ਠੀਕ ਆ, ਇਹਨੂੰ ਪਾਈਥਨ ਬਿਲਕੁਲ ਟੱਚ ਨਹੀਂ ਕਰਦਾ ਹੈਗਾ। ਹੁਣ ਜੇ ਮੈਂ ਇਹਨੂੰ ਰਨ ਕਰਾਂ, ਸੇਵ ਕਰਕੇ ਰਨ ਮੋਡਿਊਲ, ਠੀਕ ਆ, ਤਾਂ ਇਹਨੇ ਆਊਟਪੁੱਟ ਦੇਤਾ। ਆਹ ਆਊਟਪੁੱਟ ਆ ਆਪਣੇ ਪ੍ਰੋਗਰਾਮ ਦਾ, ਪਰ ਉਰੇ ਜਿਹੜੀ ਆਪਾਂ ਕਮੈਂਟ 'ਚ ਲਿਖਿਆ ਉਹ ਕੁਛ ਨਹੀਂ, ਉਰੇ ਨਹੀਂ ਆਏ ਕਮੈਂਟ। ਠੀਕ ਆ ਨਾ, ਜੇ ਆਪਾਂ ਦੁਬਾਰਾ ਜਾ ਕੇ ਪ੍ਰੋਗਰਾਮ ਦੇ ਵਿੱਚ ਦੇਖੀਏ ਤਾਂ ਕਮੈਂਟ ਉਦਾਂ ਦੇ ਉਦਾਂ। ਠੀਕ ਆ ਨਾ, ਤਾਂ ਕਮੈਂਟ ਜਿਹੜੇ ਆ ਇਹ ਕਿਸੇ ਹੋਰ ਪ੍ਰੋਗਰਾਮਰ ਵਾਸਤੇ ਆਪਾਂ ਲਿਖਦੇ ਤਾਂ ਕਿ ਆਪਣੇ ਪ੍ਰੋਗਰਾਮ ਨੂੰ ਸਮਝ ਸਕੇ, ਜਾਂ ਆਪਾਂ ਆਪਣੇ ਲਈ ਲਿਖਦੇ ਆ ਤਾਂ ਕਿ ਜੇ ਹੁਣ ਆਪਾਂ ਐਡਾ ਵੱਡਾ ਪ੍ਰੋਗਰਾਮ ਲਿਖੀਏ ਤੇ ਆਪਾਂ ਦੁਬਾਰਾ ਪ੍ਰੋਗਰਾਮ ਨੂੰ ਰੈਫਰ ਕਰਨਾ ਹੈ ਸਾਲ ਬਾਅਦ 2 ਸਾਲ ਬਾਅਦ, ਤਾਂ ਕਮੈਂਟ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਵੇ ਕਿ ਹਾਂ ਭਾਈ ਇਹ ਪ੍ਰੋਗਰਾਮ ਆਪਾਂ ਨੇ ਕਿੱਦਾਂ ਲਿਖਿਆ ਸੀਗਾ, ਇਹਦਾ ਕੀ ਲੌਜਿਕ ਹੈ, ਕਿਵੇਂ ਕੰਮ ਕਰ ਰਿਹਾ। ਠੀਕ ਆ, ਤਾਂ ਇਹ ਤਾਂ ਹੋ ਗਿਆ ਕਮੈਂਟ। ਹੁਣ ਆਪਾਂ ਦੇਖ ਲਈਏ ਵੈਰੀਏਬਲ ਨੇਮ। ਪਾਈਥਨ ਦੇ ਵਿੱਚ ਡੇਟਾ ਟਾਈਪ ਆ। ਹੁਣ ਹਰ ਇੱਕ ਪ੍ਰੋਗਰਾਮ ਦੇ ਵਿੱਚ ਡੇਟਾ ਹੁੰਦੇ ਆ। ਡੇਟਾ ਕੋਈ ਵੀ ਜਿਹੜਾ ਆਪਾਂ ਲੌਜਿਕ ਲਿਖਦੇ ਆ ਪ੍ਰੋਗਰਾਮ ਦਾ, ਉਹ ਪ੍ਰੋਗਰਾਮ ਦੇ ਲੌਜਿਕ ਨੇ ਕਿਸੇ ਨਾ ਕਿਸੇ ਡੇਟਾ ਤੇ ਕੰਮ ਕਰਨਾ ਹੁੰਦਾ। ਠੀਕ ਆ, ਹੁਣ ਜਿਹੜਾ ਡੇਟਾ ਆਪਾਂ ਵਰਤਦੇ ਆ ਅਲੱਗ-ਅਲੱਗ ਕਿਸਮ ਦਾ ਡੇਟਾ। ਜੇ ਹੁਣ ਆਪਾਂ ਨੰਬਰ ਵਰਤਣਾ ਕੋਈ ਵੀ, ਜਿਕਣਾ 1 2 3 4 ਕੋਈ ਵੀ ਨੰਬਰ ਵਰਤਣਾ ਬਿਨਾ ਪੁਆਇੰਟ ਤੋਂ, ਤਾਂ ਉਹ ਇੰਟੀਜਰ ਡੇਟਾ ਟਾਈਪ ਦੇ ਵਿੱਚ ਆਉਂਦਾ। ਠੀਕ ਆ, ਜੇ ਆਪਾਂ ਪੁਆਇੰਟ ਵਾਲਾ ਨੰਬਰ ਵਰਤਣਾ, ਜਿਵੇਂ ਮੈਂ ਕਹਾਂ ਕਿ 12.50 ਜਾਂ 20.30 ਪੁਆਇੰਟ ਆ ਗਿਆ, ਤਾਂ ਉਹ ਹੋਗਾ ਫਲੋਟ ਡੇਟਾ ਟਾਈਪ ਆ। ਠੀਕ ਆ ਨਾ, ਉਹਦੇ ਬਾਅਦ ਜੇ ਆਪਾਂ ਨੇ ਕੋਈ ਕਿਸੇ ਦਾ ਨਾਂ ਆਪਾਂ ਨੇ ਸਟੋਰ ਕਰਨਾ ਜਾਂ ਨਾਂ ਤੇ ਕੰਮ ਕਰਨਾ, ਜਿਕਣਾ ਵੀ ਕੋਈ ਵੀ ਨਾਂ ਹੋ ਗਿਆ, ਜੌਨ ਹੋ ਗਿਆ, ਹੈ ਨਾ, ਕੋਈ ਵੀ ਇਸ ਦਾ ਨਾਂ, ਤਾਂ ਉਹ ਸਟ੍ਰਿੰਗ ਡੇਟਾ ਟਾਈਪ ਹੋ ਗਿਆ। ਠੀਕ ਆ, ਤਾਂ ਪਾਈਥਨ ਦੇ ਵਿੱਚ ਬੜੇ ਡੇਟਾ ਟਾਈਪ ਆ। ਹੁਣ ਜਿਹੜਾ ਡੇਟਾ ਟਾਈਪ ਆਪਾਂ ਵਰਤਣਾ ਹੈ ਨਾ, ਉਹ ਡੇਟਾ ਟਾਈਪ ਨੂੰ ਆਪਾਂ ਜਿੱਥੇ ਵੀ ਕਿਤੇ ਰੈਫਰ ਕਰਾਂਗੇ ਪ੍ਰੋਗਰਾਮ ਦੇ ਵਿੱਚ, ਤਾਂ ਆਪਾਂ ਨੂੰ ਡੇਟਾ ਟਾਈਪ ਜਿਹੜਾ ਡੇਟਾ ਹੈ ਉਹਨੂੰ ਇੱਕ ਨਾਂ ਦੇਣਾ ਪੈਣਾ। ਮੇਰੇ ਕਹਿਣ ਦਾ ਮਤਲਬ ਜਿਹੜਾ ਵੀ ਡੇਟਾ ਆਪਾਂ ਵਰਤਾਂਗੇ ਪ੍ਰੋਗਰਾਮ ਦੇ ਵਿੱਚ ਨਾ, ਉਹ ਡੇਟਾ ਨੂੰ ਪਹਿਲਾਂ ਆਪਾਂ ਕਿਤੇ ਸਟੋਰ ਕਰਾਂਗੇ। ਠੀਕ ਆ, ਤਾਂ ਵੈਰੀਏਬਲ ਜਿਹੜਾ ਹੈ, ਵੈਰੀਏਬਲ ਇੱਕ ਜਿਕਣਾ ਵੀ ਛੋਟਾ ਜਿਹਾ ਡੱਬੇ, ਸਾਹਮਣੇ ਕੋਈ ਛੋਟਾ ਡੱਬਾ ਹੈ, ਉਹਦੇ ਵਿੱਚ ਆਪਾਂ ਡੇਟਾ ਸਟੋਰ ਕਰਦੇ ਹਾਂ। ਠੀਕ ਆ ਨਾ, ਫਿਰ ਉਹ ਵੈਰੀਏਬਲ ਨੂੰ ਆਪਾਂ ਇੱਕ ਨਾਂ ਦਿੰਦੇ ਹਾਂ। ਠੀਕ ਆ, ਉਹਨੂੰ ਆਪਾਂ ਉਹਦੇ ਤੇ ਲੇਬਲ ਲਾਤਾ ਡੱਬੇ ਤੇ, ਹੈ ਨਾ। ਹੁਣ ਜਦ ਵੀ ਆਪਾਂ ਨੇ ਉਹ ਡੇਟਾ ਵਰਤਣਾ ਕਿਤੇ ਵੀ ਪ੍ਰੋਗਰਾਮ ਦੇ ਵਿੱਚ, ਠੀਕ ਆ, ਤਾਂ ਉਹ ਵੈਰੀਏਬਲ ਨੇਮ ਨੂੰ ਆਪਾਂ ਕਾਲ ਕਰਕੇ ਉਹ ਡੇਟਾ ਵਰਤਾਂਗੇ। ਠੀਕ ਆ, ਤਾਂ ਆਹ ਪਰਪਸ ਆ ਵੈਰੀਏਬਲ ਦਾ। ਤੇ ਹੁਣ ਜਿਹੜਾ ਵੈਰੀਏਬਲ ਨਾਮ ਆਪਾਂ ਦਿੰਦੇ ਆ ਕਿਸੇ ਵੀ ਵੈਰੀਏਬਲ ਨੂੰ, ਉਹਦਾ ਇੱਕ ਸਿੰਟੈਕਸ ਆ। ਕਿਸੇ ਵੀ ਵੈਰੀਏਬਲ 'ਚ ਆਪਾਂ ਨਾਂ ਦੇਣਾ ਨਾ, ਤਾਂ ਇੱਕ ਰੂਲ ਆ, ਕੁਛ ਰੂਲ ਆ ਜਿਹੜੇ ਪਾਈਥਨ ਨੇ ਬਣਾਏ, ਵੀ ਆਪਾਂ ਨੂੰ ਉਹ ਰੂਲ ਫੋਲੋ ਕਰਨੇ ਪੈਂਦੇ ਆ। ਜਿਵੇਂ ਹੁਣ ਆਪਾਂ ਹੈ, ਜਿਵੇਂ ਆਪਣੇ ਨਾਂ, ਜਿਵੇਂ ਇੰਡੀਆ ਦੇ ਵਿੱਚ ਆਪਾਂ ਨਾਂ ਰੱਖਦੇ, ਜਿਵੇਂ ਪੰਜਾਬ ਦੇ ਵਿੱਚ ਆਪਾਂ ਨਾਂ, ਜਾਂ ਕੋਈ ਜਵਾਕ ਜੰਮਦਾ ਤਾਂ ਗੁਰਦੁਆਰੇ ਜਾਂਦੇ ਆ, ਹੈ ਨਾ, ਬਾਬੇ ਨੂੰ ਕਹਿੰਦੇ ਆ, ਤੇ ਬਾਬਾ ਫਿਰ ਗੁਰੂ ਗ੍ਰੰਥ ਸਾਹਿਬ ਖੋਲ੍ਹਦਾ, ਤੇ ਲੈਫਟ ਸਾਈਡ ਜਿਹੜਾ ਅੱਖਰ ਪਹਿਲਾਂ ਆਉਂਦਾ ਉਹ ਅੱਖਰ ਤੇ ਆਪਾਂ ਨਾਂ ਰੱਖਦੇ ਆ ਕਿਸੇ ਵੀ ਬੇਬੀ ਦਾ, ਹੈ ਨਾ। ਉਵੇਂ ਹੀ ਪਾਈਥਨ ਦੇ ਵਿੱਚ ਜਿਹੜਾ ਵੈਰੀਏਬਲ ਆਪਾਂ ਯੂਜ਼ ਕਰਦੇ ਹਾਂ, ਸਿਰਫ ਵੈਰੀਏਬਲ ਨਹੀਂ, ਚਾਹੇ ਆਪਾਂ ਫੰਕਸ਼ਨ ਨਾਂ ਯੂਜ਼ ਕਰੀਏ, ਚਾਹੇ ਆਪਾਂ ਆਬਜੈਕਟ ਕਰੀਏ, ਚਾਹੇ ਕਲਾਸ ਕਰੀਏ, ਚਾਹੇ ਮੈਥਡ ਕਰੀਏ, ਹੈ ਨਾ, ਹਰ ਇੱਕ ਵਾਸਤੇ ਜਿਹੜਾ ਆਪਾਂ ਨਾਂ ਦੇਣਾ ਹੈ, ਉਹ ਨਾਂ ਦੇਣ ਵਾਸਤੇ ਆਪਾਂ ਨੂੰ ਇੱਕ ਰੂਲ ਫੋਲੋ ਕਰਨਾ ਪੈਂਦਾ। ਠੀਕ ਆ, ਤੇ ਵੈਰੀਏਬਲ ਨੇਮ ਨੂੰ ਵੀ ਨਾਂ ਦੇਣ ਵਾਸਤੇ ਆਪਾਂ ਰੂਲ ਫੋਲੋ ਕਰਦੇ ਹਾਂ। ਠੀਕ ਆ, ਹੁਣ ਰੂਲ ਕੀ ਆ ਉਹ ਆਪਾਂ ਦੇਖ ਲਈਏ। ਪਹਿਲਾ ਰੂਲ ਆ ਕਿ ਜਦ ਵੀ ਆਪਾਂ ਵੈਰੀਏਬਲ ਨੇਮ ਦੇਣਾ ਤਾਂ ਉਹ ਨੰਬਰ ਤੋਂ ਸਟਾਰਟ ਨਹੀਂ ਹੋ ਸਕਦਾ। ਮਤਲਬ 1 ਤੋਂ 0 ਤੋਂ ਲੈ ਕੇ 9 ਜਿਹੜੇ ਜਿੰਨੇ ਵੀ ਨੰਬਰ ਆ ਉਹ ਤੋਂ ਕਦੇ ਸਟਾਰਟ ਨਹੀਂ ਹੋਏਗਾ। ਠੀਕ ਆ, ਵੈਰੀਏਬਲ ਨੇਮ ਦੇ ਵਿੱਚ ਸਿਰਫ A to Z ਸਮੌਲ ਲੋਅਰ ਕੇਸ ਲੈਟਰ, ਜਾਂ A to Z ਅਪਰ ਕੇਸ ਲੈਟਰ, ਜਾਂ ਫਿਰ ਨੰਬਰ 0 ਤੋਂ 9, ਜਾਂ ਫਿਰ ਅੰਡਰਸਕੋਰ, ਸਿਰਫ ਇਹੀ ਵਰਤ ਸਕਦੇ ਹਾਂ। ਹੋਰ ਕੋਈ ਵੀ ਅੱਖਰ ਆਪਾਂ ਇਹਨਾਂ ਨੂੰ ਛੱਡ ਕੇ ਵਰਤ ਨਹੀਂ ਸਕਦੇ। ਜੇ ਮੈਂ ਕਹਾਂ ਕਿ ਮੈਂ ਵੈਰੀਏਬਲ ਨੇਮ ਦੇਣਾ, ਉਹਦੇ ਵਿੱਚ ਡਾਲਰ ਸਾਈਨ ਯੂਜ਼ ਕਰ ਲਵਾਂ ਜਾਂ ਸਟਾਰ ਸਾਈਨ ਯੂਜ਼ ਕਰ ਲਵਾਂ, ਤਾਂ ਪਾਈਥਨ ਆਪਾਂ ਨੂੰ ਏਰਰ ਦੇਗਾ। ਠੀਕ ਆ, ਉਹ ਆਪਾਂ ਵਰਤ ਨਹੀਂ ਸਕਦੇ, ਸਿਰਫ ਆਹੀ ਆਪਾਂ ਅੱਖਰ ਵਰਤਣੇ ਆ। ਠੀਕ ਆ, ਤੀਜਾ ਵੈਰੀਏਬਲ ਨੇਮ ਜਿਹੜਾ ਉਹ ਕੇਸ ਸੈਂਸਿਟਿਵ ਆ। ਮਤਲਬ ਕਿ ਜਿਵੇਂ ਆਹ ਫਸਟ ਨੇਮ ਇੱਕ ਵੈਰੀਏਬਲ ਨੇਮ ਆ, ਠੀਕ ਆ, ਆਹ ਫਸਟ ਨੇਮ ਤੇ ਆਹ ਫਸਟ ਨੇਮ ਵਿੱਚ ਇਹ ਦੋ ਅਲੱਗ-ਅਲੱਗ ਫਸਟ ਨੇਮ ਆ, ਸੇਮ ਨਹੀਂ ਹੈਗਾ, ਕਿਉਂਕਿ ਸੈਕੰਡ ਵਾਲੇ ਫਸਟ ਨੇਮ ਵਿੱਚ ਜਿਹੜਾ ਪਹਿਲਾ ਅੱਖਰ ਉਹ ਕੈਪੀਟਲ ਆ, ਤੇ ਜਿਹੜਾ ਪਹਿਲਾ ਫਸਟ ਨੇਮ ਆ ਉਹਦੇ ਵਿੱਚ ਸਾਰੇ ਜਿਹੜੇ ਲੋਅਰ ਕੇਸ ਲੈਟਰ ਆ। ਠੀਕ ਆ, ਤਾਂ ਪਾਈਥਨ ਜਿਹੜਾ ਕੇਸ ਸੈਂਸਿਟਿਵ ਆ, ਤਾਂ ਆਹ ਜੇ ਆਪਾਂ ਇਹ ਜੇ ਆਪਾਂ ਫਸਟ ਨੇਮ ਵਰਤੀ ਵੈਰੀਏਬਲ ਨੇਮ, ਤਾਂ ਇਹ ਦੋ ਡਿਫਰੈਂਟ ਵੈਰੀਏਬਲ ਨੇਮ ਹੋਣਗੇ, ਸੇਮ ਨਹੀਂ ਹੁੰਦੇ। ਠੀਕ ਆ, ਉਹਦੇ ਬਾਅਦ ਵੈਰੀਏਬਲ ਨੇਮ ਆਪਾਂ ਕਿਸੇ ਵੀ ਲੈਟਰ ਨਾਲ ਸਟਾਰਟ ਕਰ ਸਕਦੇ ਹਾਂ, ਜਿਵੇਂ A to Z ਸਮੌਲ ਹੋ ਗਿਆ, A to Z ਕੈਪੀਟਲ, ਜਾਂ ਫਿਰ ਅੰਡਰਸਕੋਰ ਦੇ ਨਾਲ ਵੀ ਆਪਾਂ ਵੈਰੀਏਬਲ ਨੇਮ ਸਟਾਰਟ ਕਰ ਸਕਦੇ ਹਾਂ। ਠੀਕ ਆ, ਹੁਣ ਆਪਾਂ ਆਹ ਚੈੱਕ ਕਰ ਲਈ ਆਈਡਲ ਦੇ ਵਿੱਚ ਵੀ ਇਹ ਕਿੱਦਾਂ ਕੰਮ ਕਰਦਾ। ਠੀਕ ਆ, ਹੁਣ ਆਹ ਜਿਹੜਾ ਪੇਜ ਆ ਆਈਡਲ ਦਾ, ਇਹ ਪਾਈਥਨ ਸ਼ੈਲ ਆ। ਆਪਾਂ ਪਹਿਲਾਂ ਗੱਲ ਕੀਤੀ ਕਿ ਪਾਈਥਨ ਸ਼ੈਲ ਦੇ ਵਿੱਚ ਆਪਾਂ ਬੜਾ ਕੋਡ ਪੂਰਾ ਕੋਡ ਨਹੀਂ ਲਿਖਦੇ, ਛੋਟਾ ਮੋਟਾ ਕੋਡ ਜਿਹੜਾ ਆਪਾਂ ਚੈੱਕ ਕਰਨਾ, ਲੌਜਿਕ ਚੈੱਕ ਕਰਨਾ, ਉਹ ਚੈੱਕ ਕਰਦੇ। ਹੁਣ ਜਿਕਣਾ ਹੁਣ ਆਪਾਂ ਚੈੱਕ ਕਰਨਾ ਉਰੇ ਨਾ ਐਕਸਪੈਰੀਮੈਂਟ ਕਰਕੇ ਵੀ ਹਾਂ
ਜਿਹੜਾ ਵੀ ਵੈਰੀਏਬਲ ਨੇਮ ਕਿੱਦਾਂ ਕੰਮ ਕਰਦਾ। ਤਾਂ ਇਹ ਜਿਹੇ ਕੋਡ ਜਿਹੜੇ ਆਪਾਂ ਪਾਈਥਨ ਸ਼ੈਲ 'ਚ ਹਮੇਸ਼ਾ ਚੈੱਕ ਕਰਦੇ ਆ, ਠੀਕ ਹੈ ਨਾ, ਕਿਉਂਕਿ ਫਿਰ ਉਹ ਸੌਖਾ, ਇੱਕ ਤਾਂ ਉਹਨੂੰ ਸੇਵ ਕਰਨ ਦੀ ਲੋੜ ਨਹੀਂ, ਫਾਈਲ ਕ੍ਰੀਏਟ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਤਾਂ ਉਹਦੇ ਆਪਾਂ ਪਹਿਲਾਂ ਚੈੱਕ ਕਰ ਲਈ। ਹੁਣ ਜੇ ਮੈਂ ਫਸਟ ਨੇਮ ਵੈਰੀਏਬਲ ਨੇਮ ਦੇਵਾਂ, ਠੀਕ ਆ, ਫਸਟ ਨੇਮ ਜਿਹੜਾ ਆਪਣਾ ਵੈਰੀਏਬਲ ਨੇਮ ਆ, ਇਹਦੇ ਵਿੱਚ ਮੈਂ ਕੁਝ ਵੀ ਸਟੋਰ ਕਰਾਂ, ਜਿੱਕਣਾ ਵੀ ਕੋਈ ਵੀ ਨਾਮ ਜੌਨ ਪਾ ਦੇਵਾਂ, ਹੈ ਨਾ। ਇਹ ਆਪਾਂ ਬਾਅਦ 'ਚ ਵੀ ਦੇਖਾਂਗੇ ਡੇਟਾ ਟਾਈਪ ਦੇ ਵਿੱਚ। ਹੁਣ ਜਿਵੇਂ ਫਸਟ ਨੇਮ ਦੇ ਵਿੱਚ ਮੈਂ ਜੌਨ ਪਾਇਆ, ਹੈ ਨਾ, ਜੌਨ ਉਹਦੇ ਸਟ੍ਰਿੰਗ ਡੇਟਾ ਟਾਈਪ ਆ। ਕੋਈ ਵੀ ਵੈਲਿਊ ਜਦ ਸਿੰਗਲ ਕੋਟ, ਆਹ ਸਿੰਗਲ ਕੋਟ ਆ, ਸਿੰਗਲ ਕੋਟ ਉਦੋਂ ਸਟਾਰਟ ਹੋਈ ਤੇ ਉਦੋਂ ਆਪਾਂ ਬੰਦ ਕਰਤੀ। ਕੋਈ ਵੀ ਵੈਲਿਊ ਜੇ ਆਪਾਂ ਸਿੰਗਲ ਕੋਟ ਦੇ ਵਿੱਚ ਆਪਾਂ ਟਾਈਪ ਕਰਦੇ ਹਾਂ ਜਾਂ ਡਬਲ ਕੋਟ ਦੇ ਵਿੱਚ ਟਾਈਪ ਕਰਦੇ ਹਾਂ ਤਾਂ ਉਹ ਸਟ੍ਰਿੰਗ ਸਟ੍ਰਿੰਗ ਡੇਟਾ ਟਾਈਪ ਬਣ ਜਾਂਦੀ ਹੈ, ਠੀਕ ਆ। ਉਹਦੇ ਹੁਣ ਫਸਟ ਨੇਮ ਦੇ ਵਿੱਚ ਆਪਾਂ ਜੌਨ ਟਾਈਪ ਕੀਤਾ। ਹੁਣ ਆਪਾਂ ਜੇ ਦੁਬਾਰਾ ਉਹਦੇ ਫਸਟ ਨੇਮ ਟਾਈਪ ਕਰੀਏ ਤਾਂ ਇਹਦਾ ਆਨਸਰ ਆਪਾਂ ਨੂੰ ਆ ਗਿਆ ਜੌਨ, ਠੀਕ ਆ ਨਾ। ਮਤਲਬ ਫਸਟ ਨੇਮ ਜਿਹੜਾ ਇਹ ਵੈਲਿਡ ਵੈਰੀਏਬਲ ਨੇਮ ਆ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਜੇ ਮੈਂ 1 ਤੋਂ ਸਟਾਰਟ ਕਰਾਂ ਤੇ ਸੇਮ ਨਾਮ ਪਾਵਾਂ ਫਸਟ ਨੇਮ, ਇਹਦੇ ਵਿੱਚ ਮੈਂ ਕੋਈ ਵੈਲਿਊ ਪਾਵਾਂ ਜੌਨ, ਠੀਕ ਹੈ ਨਾ, ਤਾਂ ਪਾਈਥਨ ਆਪਾਂ ਨੂੰ 에ਰਰ ਦੇ ਰਿਹਾ, ਠੀਕ ਹੈ ਨਾ। ਕਿਉਂਕਿ ਪਹਿਲਾ ਅੱਖਰ ਜਿਹੜਾ ਵੈਰੀਏਬਲ ਨੇਮ ਦਾ ਕਦੇ ਵੀ ਨੰਬਰ ਨਹੀਂ ਹੋ ਸਕਦਾ ਹੈਗਾ, ਜਾਂ ਤਾਂ ਉਹ ਲੈਟਰ ਹੋਏਗਾ A to Z ਜਾਂ ਫਿਰ ਅੰਡਰਸਕੋਰ ਹੋਏਗਾ, ਠੀਕ ਆ। ਉਹਦੇ ਬਾਅਦ ਫਸਟ ਨੇਮ ਦੇ ਵਿੱਚ ਲੈਟਰ ਹੋਣਗੇ, ਨੰਬਰ ਹੋਣਗੇ, ਅੰਡਰਸਕੋਰ। ਆਪਾਂ ਹੋਰ ਕੋਈ ਦੂਆ ਕਰੈਕਟਰ ਨਹੀਂ ਯੂਜ਼ ਕਰ ਸਕਦੇ। ਜਿੱਕਣਾ ਜੇ ਇਹਦੇ 'ਚ ਮੈਂ ਹੁਣ ਕਰਾਂ ਡਾਲਰ ਪਾ ਦੇਵਾਂ, ਹੈ ਨਾ, ਤੇ 에ਰਰ, ਠੀਕ ਆ, ਡਾਲਰ ਆਪਾਂ ਵਰਤ ਨਹੀਂ ਸਕਦੇ ਹੈਗੇ। ਉਹਦੇ ਬਾਅਦ ਅੰਡਰਸਕੋਰ ਨਾਲ ਵੀ ਆਪਾਂ ਵੈਰੀਏਬਲ ਨੇਮ ਸਟਾਰਟ ਕਰ ਸਕਦੇ ਹਾਂ। ਫਸਟ ਨੇਮ ਜੌਨ ਪਾਇਆ ਇਹਦੇ 'ਚ। ਹੁਣ ਜਦ ਮੈਂ ਇਹਨੂੰ ਯੂਜ਼ ਕਰਨਾ ਫਸਟ ਨੇਮ ਐਂਟਰ ਤਾਂ ਜੌਨ ਆ ਗਿਆ, ਠੀਕ ਆ। ਤਾਂ ਇੱਦਾਂ ਜਿਹੜਾ ਵੈਰੀਏਬਲ ਸਾਰੇ ਵੈਲਿਡ ਵੈਰੀਏਬਲ ਨੇਮ ਆ, ਠੀਕ ਆ। ਤਾਂ ਇੱਦਾਂ ਆਪਾਂ ਵੈਰੀਏਬਲ ਨੂੰ ਨਾਂ ਦਿੰਦੇ ਆ। ਹੁਣ ਅੰਡਰਸਕੋਰ ਜਿਹੜਾ ਆਪਾਂ ਆਹ ਅੰਡਰਸਕੋਰ ਆ, ਅੰਡਰਸਕੋਰ ਦੀ ਹੋਰ ਵੀ ਫੰਕਸ਼ਨੈਲਿਟੀਆਂ ਪਾਈਥਨ ਦੇ ਵਿੱਚ। ਜਿੱਕਣਾ ਜੇ ਆਪਾਂ ਦੁਬਾਰਾ ਜਾਈਏ ਆਇਰਲ ਤੇ, ਠੀਕ ਆ, ਆਪਣਾ ਪਾਈਥਨ ਸ਼ੈਲ ਆਇਰਲ ਦੇ ਵਿੱਚ। ਉਰੇ ਜੇ ਮੈਂ ਕੋਈ ਇੱਕ ਜੇ ਮੈਂ ਨੰਬਰ ਟਾਈਪ ਕਰਾਂ, ਉਹਨੇ ਖਾਸੇ ਨੰਬਰ ਟਾਈਪ ਕਰਾਂ, ਹੈ ਨਾ, ਐਂਟਰ। ਹੁਣ ਜੇ ਮੈਂ ਕੱਲਾ ਅੰਡਰਸਕੋਰ ਟਾਈਪ ਉਰੇ ਲਿਖਾਂ ਤੇ ਐਂਟਰ ਦੱਬਾਂ, ਠੀਕ ਹੈ ਨਾ, ਤਾਂ ਕੱਲਾ ਅੰਡਰਸਕੋਰ ਜਿਹੜਾ ਇਹ ਤੁਹਾਡੀ ਜਿਹੜੀ ਵੀ ਲਾਸਟ ਐਕਸਪ੍ਰੈਸ਼ਨ ਕੋਈ ਆ, ਕੋਈ ਨੰਬਰ ਆ, ਉਹਨੂੰ ਐਕਸੈਸ ਕਰਦਾ ਹਮੇਸ਼ਾ, ਠੀਕ ਹੈ ਨਾ। ਤੇ ਜੇ ਮੈਂ ਉਰੇ ਅੰਡਰਸਕੋਰ ਟਾਈਪ ਕਰਾਂ ਤਾਂ ਅੰਡਰਸਕੋਰ ਦਾ ਮਤਲਬ ਆਹ ਨੰਬਰ ਆ, ਠੀਕ ਆ, ਇਹਨੂੰ ਐਕਸੈਸ ਕਰੇਗਾ। ਇਹਦੇ ਵਿੱਚ ਮੈਂ ਹੁਣ ਜੇ ਇਹਦੇ 'ਚ ਮੈਂ ਮਲਟੀਪਲਾਈ ਕਰਨਾ, ਮਲਟੀਪਲਾਈ ਦਾ ਸਾਈਨ ਆ ਪਾਈਥਨ ਦੇ ਵਿੱਚ, ਇਹਦੇ 'ਚ ਮੈਂ 100 ਆਈ ਮਲਟੀਪਲਾਈ ਕਰਾਂ, ਠੀਕ ਆ, ਤਾਂ ਉਰੇ ਦੇਖੋ, ਤਾਂ ਆਹ ਜਿਹੜੀ ਵੈਲਿਊ ਆ ਇਹਦੇ ਵਿੱਚ 100 ਮਲਟੀਪਲਾਈ ਹੋ ਗਿਆ, ਠੀਕ ਆ। ਹੁਣ ਆਹ ਵੈਲਿਊ ਨੂੰ ਜਦ ਦੁਬਾਰਾ ਮੈਂ ਐਕਸੈਸ ਕਰਨਾ ਹੈ, ਠੀਕ ਹੈ, ਇਹਦੀ ਮੈਂ ਵਰਤੋਂ ਕਰਨੀ ਆ, ਤਾਂ ਮੈਨੂੰ ਆਹ ਪੂਰਾ ਨੰਬਰ ਜਿਹੜਾ ਹੈ ਇਹ ਲਿਖਣ ਦੀ ਲੋੜ ਨਹੀਂ ਹੈਗੀ। ਸਿਰਫ ਮੈਂ ਉਰੇ ਕੱਲਾ ਅੰਡਰਸਕੋਰ ਲਿਖਣਾ, ਇੱਦਾਂ ਕਰਕੇ, ਇੱਦਾਂ ਮੈਂ ਸਿਰਫ ਅੰਡਰਸਕੋਰ ਲਿਖਣਾ ਉਰੇ, ਠੀਕ ਆ। ਹੁਣ ਜੇ ਮੈਂ ਐਂਟਰ ਦੱਬਾਂ ਤਾਂ ਆਹ ਪੂਰਾ ਨੰਬਰ ਉਰੇ ਆ ਗਿਆ, ਠੀਕ ਆ। ਇਹਦੇ ਵਿੱਚ ਦੁਬਾਰਾ ਜੇ ਮੈਂ ਕੋਈ ਕੈਲਕੂਲੇਸ਼ਨ ਕਰਨੀ ਆ ਤਾਂ ਮੈਂ ਅੰਡਰਸਕੋਰ ਦੱਬ ਕੇ ਇਹਦੇ ਵਿੱਚ ਜਿੱਕਣਾ ਮੈਂ ਪਲੱਸ ਕੁਛ ਕਰਾਂ 100, ਠੀਕ ਆ, ਐਂਟਰ ਦੱਬਾਂ, ਠੀਕ ਆ, ਤਾਂ ਇਹਦੇ ਵਿੱਚ ਐਡੀਸ਼ਨ ਹੋ ਗਈ, ਠੀਕ ਆ ਨਾ। ਤਾਂ ਕੋਈ ਵੀ ਜਿਹੜਾ ਐਕਸਪ੍ਰੈਸ਼ਨ ਆ, ਕੋਈ ਵੀ ਨੰਬਰ ਆ, ਉਹਨੂੰ ਦੁਬਾਰਾ ਆਪਾਂ ਨੇ ਜੇ ਐਕਸੈਸ ਕਰਨਾ ਹੋਵੇ, ਦੁਬਾਰਾ ਉਹਨੂੰ ਵਰਤਣਾ ਹੋਵੇ, ਤਾਂ ਆਪਾਂ ਸਿਰਫ ਅੰਡਰਸਕੋਰ ਟਾਈਪ ਕਰ ਸਕਦੇ ਹਾਂ, ਠੀਕ ਆ। ਤਾਂ ਉਹ ਨੰਬਰ ਉਹ ਜਿਹੜਾ ਪਾਈਥਨ ਆ ਉਹ ਨੰਬਰ ਚੱਕ ਕੇ ਆਪਾਂ ਨੂੰ ਦੇ ਦਿੰਦਾ, ਜਿਵੇਂ ਉਰੇ ਆ, ਠੀਕ ਆ। ਤਾਂ ਉਰੇ ਆਪਾਂ ਆਹ ਨੰਬਰ ਵਰਤ ਸਕਦੇ ਹਾਂ। ਇੱਕ ਤਾਂ ਇਹ ਹੋ ਗਿਆ। ਦੂਜਾ, ਜੇ ਮੈਂ ਕੋਈ ਵੀ ਨੰਬਰ ਸਟੋਰ ਕਰਾਂ ਜਿੱਕਣਾ ਇੱਦਾਂ ਦਾ, ਠੀਕ ਆ। ਹੁਣ ਨੋਰਮਲੀ ਕੀ ਹੁੰਦਾ ਕਿ ਇਹ ਨੰਬਰ ਦੇ ਵਿੱਚ ਜੇ ਆਪਾਂ, ਤਾਂ ਕਿ ਇਹ ਥੋੜਾ ਰੀਡੇਬਲ ਹੋਵੇ, ਸੌਖਾ, ਆਪਾਂ ਨੋਰਮਲੀ ਕੌਮਾ, ਜਿਵੇਂ ਕੌਮਾ ਪਾਉਂਦੇ ਹੈ ਨਾ, ਵੀ 2 ਨੰਬਰ ਤੋਂ ਬਾਅਦ ਕੌਮਾ, ਫਿਰ ਇੱਦਾਂ ਕੌਮਾ, ਹੈ ਨਾ, ਤਾਂ ਦੇਖਣ ਨੂੰ ਠੀਕ ਲੱਗਦਾ ਵੀ ਹਾਂ ਕਿੰਨੇ ਆ, 1 ਮਿਲੀਅਨ ਆ, 2 ਮਿਲੀਅਨ ਆ, 10 ਮਿਲੀਅਨ, ਜੋ ਵੀ ਆ। ਤਾਂ ਪਾਈਥਨ ਦੇ ਵਿੱਚ ਆਪਾਂ ਅੰਡਰਸਕੋਰ ਵਰਤ ਸਕਦੇ ਹਾਂ। ਜਿਵੇਂ 2 ਜ਼ੀਰੋ ਤੋਂ ਬਾਅਦ ਮੈਂ ਅੰਡਰਸਕੋਰ ਕੀਤਾ, ਠੀਕ ਆ, ਫਿਰ ਇੱਕ ਅੰਡਰਸਕੋਰ, ਫਿਰ ਮੈਂ ਇੱਕ ਅੰਡਰਸਕੋਰ, ਇੱਦਾਂ, ਠੀਕ ਆ। ਤਾਂ ਉਹਦੇ ਨਾਲ ਰੀਡੇਬਲ ਬਣਦੀ ਹੈ, ਦੇਖਣ ਨੂੰ ਥੋੜ੍ਹਾ ਵਧੀਆ ਲੱਗਦਾ, ਸੌਖਾ ਲੱਗਦਾ, ਕੈਲਕੂਲੇਸ਼ਨ ਕਰਨ ਲੱਗੇ ਵੀ ਸੌਖਾ ਹੋ ਜਾਂਦਾ, ਠੀਕ ਆ। ਪਰ ਜਦ ਮੈਂ ਇਹਨੂੰ ਇਹ ਉਰੇ ਟਾਈਪ ਕਰਕੇ ਐਂਟਰ ਕਰੂੰਗਾ ਤਾਂ ਪਾਈਥਨ ਇਹ ਹਟਾ ਕੇ ਇੱਦਾਂ ਦਾ ਨੰਬਰ ਆਪਾਂ ਨੂੰ ਆਊਟਪੁੱਟ ਦਿੰਦਾ, ਠੀਕ ਆ। ਤਾਂ ਇਹ ਆਪਣੇ ਵਾਸਤੇ ਆ ਵੀ ਆਪਾਂ ਨੂੰ ਇਹ ਦੇਖਣ ਨੂੰ ਥੋੜਾ ਸੌਖਾ ਲੱਗਦਾ ਤੇ ਕੈਲਕੂਲੇਟ ਕਰਨ 'ਚ ਵੀ ਸੌਖਾ ਲੱਗਦਾ, ਠੀਕ ਆ। ਤਾਂ ਇੱਕ ਇਹ ਫੰਕਸ਼ਨੈਲਿਟੀ ਹੋ ਗਈ ਅੰਡਰਸਕੋਰ ਦੀ। ਉਹਦੇ ਬਾਅਦ ਜੇ ਆਪਾਂ ਕੋਈ ਵੀ ਵੈਰੀਏਬਲ ਨੇਮ ਦਿੰਦੇ ਆ ਨਾ ਵੈਰੀਏਬਲ ਨੂੰ, ਤੇ ਉਹ ਵੈਰੀਏਬਲ ਨੇਮ ਜੇ ਆਪਾਂ ਸਟਾਰਟ ਕਰੀਏ ਅੰਡਰਸਕੋਰ ਤੋਂ, ਹੈ ਨਾ, ਤਾਂ ਉਹ ਜਿਹੜਾ ਵੈਰੀਏਬਲ ਨੇਮ ਆ ਉਹ ਪ੍ਰਾਈਵੇਟ ਉਹਨੂੰ ਕਹਿੰਦੇ ਆ, ਠੀਕ ਆ। ਪ੍ਰਾਈਵੇਟ ਕਹਿਣ ਦਾ ਮਤਲਬ ਆ ਕਿ ਨੋਰਮਲੀ ਪ੍ਰਾਈਵੇਟ ਕਹਿਣ ਦਾ ਮਤਲਬ ਹੁੰਦਾ ਕਿ ਜੇ ਆਪਾਂ ਕੋਈ ਵੈਰੀਏਬਲ, ਜਿਵੇਂ ਵੈਰੀਏਬਲ ਨੇਮ ਦੇਵਾਂ, ਆ ਫਸਟ ਨੇਮ ਵੈਰੀਏਬਲ ਨੇਮ ਆ, ਹੈ ਨਾ, ਫਸਟ ਨੇਮ ਆ ਵੈਰੀਏਬਲ ਨੇਮ ਆ, ਇਹਦੇ ਵਿੱਚ ਮੈਂ ਕੋਈ ਇੱਕ ਡੇਟਾ ਪਾਇਆ, ਜਿੱਕਣਾ
ਕਿਸੇ ਦਾ ਮੈਂ ਨਾਂ ਪਾਤਾ, ਠੀਕ ਆ ਨਾ, ਜਿਵੇਂ ਜੱਗੀ ਨਾਂ ਪਾਤਾ, ਠੀਕ ਆ। ਜੇ ਮੈਂ ਕਹਾਂ ਕਿ ਇਹ ਵੈਰੀਏਬਲ ਨੇਮ ਪ੍ਰਾਈਵੇਟ ਆ, ਤਾਂ ਪ੍ਰਾਈਵੇਟ ਕਹਿਣ ਦਾ ਮਤਲਬ ਆ ਕਿ ਆਹ ਵੈਰੀਏਬਲ ਨੇਮ ਦੇ ਵਿੱਚ ਜਿਹੜੀ ਵੈਲਿਊ ਆ ਜੱਗੀ ਆ ਉਹ ਕਦੇ ਚੇਂਜ ਨਹੀਂ ਹੋਊਗੀ, ਠੀਕ ਆ ਨਾ। ਜੇ ਮੈਂ ਕਹਾਂ ਕਿ ਫਸਟ ਨੇਮ ਜਿਹੜਾ ਇਹ ਵੈਰੀਏਬਲ ਇਹ ਪ੍ਰਾਈਵੇਟ ਆ, ਤਾਂ ਉਹਦੇ ਵਿੱਚ ਜੱਗੀ ਦੀ ਵੈਲਿਊ ਜਿਹੜੀ ਸਟੋਰ ਹੋਈ ਹੈ ਉਹ ਕਦੇ ਚੇਂਜ ਨਹੀਂ ਹੋਣੀ ਚਾਹੀਦੀ, ਹੈ ਨਾ। ਉਰੇ ਹੁਣ ਜਿਹੜਾ ਮੈਂ ਗੱਲ ਕਰ ਰਿਹਾ ਨੰਬਰ ਜਿਹੜਾ 5ਵਾਂ ਪੁਆਇੰਟ ਆ ਕਿ ਜਦ ਵੈਰੀਏਬਲ ਨੇਮ ਸਟਾਰਟ ਹੁੰਦਾ ਅੰਡਰਸਕੋਰ ਤੋਂ ਤਾਂ ਉਹਨੂੰ ਆਪਾਂ ਪ੍ਰਾਈਵੇਟ ਕਹਿੰਦੇ ਆ, ਠੀਕ ਆ। ਤੇ ਉਹ ਇੰਟਰਨਲ ਪਰਪਸ ਵਾਸਤੇ ਯੂਜ਼ ਹੁੰਦਾ ਪਾਈਥਨ ਦੇ ਵਿੱਚ। ਹੁਣ ਉਰੇ ਜਿਹੜਾ ਪ੍ਰਾਈਵੇਟ ਮੈਂ ਕਹਿ ਰਿਹਾ ਇਹ ਪ੍ਰਾਈਵੇਟ ਆ, ਇਹ ਡਿਫਰੈਂਟ ਪ੍ਰਾਈਵੇਟ ਆ। ਇਹਦੇ ਵਿੱਚ ਮੈਂ ਹੋਰ ਪ੍ਰੋਗਰਾਮ ਨੂੰ ਰਿਕੁਐਸਟ ਕਰ ਰਿਹਾ, ਜੇ ਜਦ ਮੈਂ ਪ੍ਰੋਗਰਾਮ ਲਿਖ ਕੇ ਡਨ ਹੋ ਗਿਆ, ਹੁਣ ਹੋਰ ਪ੍ਰੋਗਰਾਮ ਮੇਰੇ ਪ੍ਰੋਗਰਾਮ ਤੇ ਕੰਮ ਕਰ ਰਿਹਾ ਹੈ ਨਾ, ਤਾਂ ਉਹਨੂੰ ਮੈਂ ਰਿਕੁਐਸਟ ਕਰ ਰਿਹਾ ਕਿ ਭਾਈ ਜਿਹੜਾ ਆਹ ਵੈਰੀਏਬਲ ਨੇਮ ਆ ਜਿਹੜਾ ਸਟਾਰਟ ਇੱਕ ਅੰਡਰਸਕੋਰ ਤੋਂ ਹੋਇਆ, ਇਹਦੇ ਵਿੱਚ ਜਿਹੜੇ ਵੀ ਵੈਲਿਊ ਆ ਉਹ ਚੇਂਜ ਨਾ ਕਰੀ, ਠੀਕ ਹੈ ਨਾ। ਇਹ ਇੱਕ ਜਿਕਣਾ ਜੈਂਟਲਮੈਨ ਅਗਰੀਮੈਂਟ ਆ ਕਿ ਭਾਈ ਆਹ ਵੈਲਿਊ ਨੂੰ ਚੇਂਜ ਨਾ ਕਰੀ, ਪਰ ਉਹ ਪ੍ਰੋਗਰਾਮਰ ਚਾਹੇ ਤਾਂ ਵੈਲਿਊ ਚੇਂਜ ਕਰ ਸਕਦਾ ਹੈ, ਠੀਕ ਹੈ ਨਾ। ਤੇ ਇਹ ਜਿਹੇ ਵੈਰੀਏਬਲ ਨੇਮ ਜਿਹੜੇ ਆਪਾਂ ਨਾਰਮਲੀ ਇਗਨੋਰ ਕਰਾਂਗੇ ਵੀ ਆਪਾਂ ਕੋਈ ਵੀ ਵੈਰੀਏਬਲ ਨੇਮ ਜਿਹੜਾ ਇਹ ਇੱਕ ਅੰਡਰਸਕੋਰ ਨਾਲ ਸਟਾਰਟ ਨਹੀਂ ਕਰਨਾ, ਕਿਉਂਕਿ ਉਹ ਜਿਹੜਾ ਪਾਈਥਨ ਦੇ ਵਿੱਚ ਇੰਟਰਨਲ ਪਰਪਸ ਵਾਸਤੇ ਯੂਜ਼ ਹੁੰਦਾ ਉਹ ਕਿਤੇ ਨਾ ਕਿਤੇ ਆਪਾਂ ਨੂੰ 에ਰਰ ਦੇ ਦਿੰਦਾ, ਠੀਕ ਆ। ਪਰ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। 6ਵਾਂ ਪੁਆਇੰਟ, ਜੇ ਆਪਾਂ ਵੈਰੀਏਬਲ ਨੇਮ 2 ਅੰਡਰਸਕੋਰ ਨਾਲ ਸਟਾਰਟ ਕਰੀਏ, ਇੱਕ ਦੀ ਜਗ੍ਹਾ 2 ਅੰਡਰਸਕੋਰ ਨਾਲ ਸਟਾਰਟ ਕਰਦੇ ਆ, ਤਾਂ ਉਹਨੂੰ ਆਪਾਂ ਕਹਿੰਦੇ ਆ ਵੈਰੀ ਪ੍ਰਾਈਵੇਟ। ਤਾਂ ਉਹਨੂੰ ਆਪਾਂ ਕਹਿੰਦੇ ਆ ਵੈਰੀ ਪ੍ਰਾਈਵੇਟ। ਤੇ ਜਿਹੜਾ ਇਹ ਕਨਸੈਪਟ ਆ ਪਾਈਥਨ ਦੇ ਵਿੱਚ ਇਹਨੂੰ ਕਹਿੰਦੇ ਡੇਟਾ ਮੈਂਗਲਿੰਗ, ਠੀਕ ਆ। ਹੁਣ ਹੁੰਦਾ ਇੱਦਾਂ ਕਿ ਜਦ ਵੀ ਆਪਾਂ ਵੈਰੀਏਬਲ ਨੇਮ 2 ਅੰਡਰਸਕੋਰ ਨਾਲ ਸਟਾਰਟ ਕਰੀਏ, ਹੁਣ ਜਦ ਪਾਈਥਨ ਨੇ ਆਪਣੇ ਪ੍ਰੋਗਰਾਮ ਨੂੰ ਕੰਪਾਈਲ ਕਰਨਾ ਹੈ ਨਾ, ਤਾਂ ਜਦ ਵੀ ਉਹ ਪਾਈਥਨ ਇਹ ਜੇ ਕੋਈ ਵੈਰੀਏਬਲ ਦੇਖਦਾ ਹੈ ਜਿਹੜਾ ਕਿ 2 ਅੰਡਰਸਕੋਰ ਨਾਲ ਸਟਾਰਟ ਹੋਇਆ, ਤਾਂ ਉਹਦੇ ਨਾਮ ਨੂੰ ਚੇਂਜ ਕਰ ਦਿੰਦਾ, ਠੀਕ ਆ। ਜੇ ਵੈਰੀਏਬਲ ਦਾ ਨਾਮ ਫਸਟ ਨੇਮ ਆ ਨਾ, ਤਾਂ ਉਹ ਪਾਈਥਨ ਨੇ ਉਹਨੂੰ ਚੇਂਜ ਕਰ ਦੇਣਾ ਹਮੇਸ਼ਾ। ਤਾਂ ਇਹ ਜਿਹੜਾ ਪ੍ਰੋਸੈਸ ਆ ਇਹਨੂੰ ਕਹਿੰਦੇ ਆ ਡੇਟਾ ਮੈਂਗਲਿੰਗ। ਇਹ ਪਤਾ ਹੋਣਾ ਜ਼ਰੂਰੀ ਆ, ਠੀਕ ਆ। ਹੁਣ ਉਹ ਕਿੱਦਾਂ ਚੇਂਜ ਕਰਦਾ ਉਹ ਆਪਾਂ ਦੇਖਦੇ ਹਾਂ। ਫੋਰ ਐਗਜ਼ਾਮਪਲ ਆਪਣਾ ਵੈਰੀਏਬਲ ਹੈਗਾ ਅੰਡਰਸਕੋਰ ਫਸਟ ਨੇਮ, ਠੀਕ ਆ। ਹੁਣ ਜਦ ਪਾਈਥਨ ਨੇ ਪ੍ਰੋਗਰਾਮ ਥੋੜਾ ਚੈੱਕ ਕਰਨਾ ਪਹਿਲੀ ਵਾਰ, ਹੈ ਨਾ, ਤੇ ਉਹਨੇ ਦੇਖਿਆ ਕਿ ਭਾਈ ਆਹ ਵੈਰੀਏਬਲ ਨੇਮ 2 ਅੰਡਰਸਕੋਰ ਨਾਲ ਸਟਾਰਟ ਹੋਇਆ, 2 ਅੰਡਰਸਕੋਰ ਨਾਲ ਹੈ, ਤਾਂ ਉਹਨੇ ਕੀ ਕਰਨਾ, ਉਹਦੇ ਨੇਮ ਨੂੰ, ਉਹਦੇ ਜਿਹੜਾ ਵੈਰੀਏਬਲ ਨੇਮ ਉਹਨੂੰ ਰੀਨੇਮ ਕਰ ਦੇਣਾ। ਰੀਨੇਮ ਕਿੱਦਾਂ ਕਰੂਗਾ, ਪਹਿਲਾਂ ਤਾਂ ਉਹ ਇੱਕ ਅੰਡਰਸਕੋਰ ਪਾਉਂਦਾ, ਠੀਕ ਆ। ਫਿਰ ਕਲਾਸ ਨੇਮ ਉਹ ਕਲਾਸ ਨੇਮ ਜਿਹਦੇ ਵਿੱਚ ਆਪਾਂ ਨੇ ਉਹ ਵੈਰੀਏਬਲ ਡਿਫਾਈਨ ਕੀਤਾ, ਠੀਕ ਆ। ਉਹਦੇ ਬਾਅਦ ਫਿਰ ਅੰਡਰਸਕੋਰ ਤੇ ਉਹ ਜਿਹੜਾ ਵੈਰੀਏਬਲ ਦਾ ਨਾਮ ਆ ਉਹ ਜਿਕਣਾ ਫਸਟ ਨੇਮ, ਠੀਕ ਆ। ਤਾਂ ਫਸਟ ਨੇਮ ਅੰਡਰਸਕੋਰ ਫਸਟ ਨੇਮ ਆਪਾਂ ਨੇ ਵੈਰੀਏਬਲ ਨੇਮ ਦਿੱਤਾ ਤੇ ਪਾਈਥਨ ਨੇ ਉਹਦਾ ਰੀਨੇਮ ਆਹ ਕਰਤਾ, ਠੀਕ ਆ। ਤਾਂ ਇਹਨੂੰ ਕਹਿੰਦੇ ਡੇਟਾ ਮੈਂਗਲਿੰਗ। ਇਹਦਾ ਪਰਪਸ ਆਹ ਹੈ ਕਿ ਜਿਹੜੀ ਵੀ ਕਲਾਸ ਦੇ ਵਿੱਚ ਆਪਾਂ ਕੋਈ ਇਹੋ ਜਿਹਾ ਵੈਰੀਏਬਲ ਡਿਕਲੇਅਰ ਕਰਦੇ ਹਾਂ, ਉਹ ਕਲਾਸ ਤੋਂ ਜਿਹੜੀ ਹੋਰ ਗਾਹਾਂ ਕੋਈ ਕਲਾਸ ਬਣਦੀ ਆ, ਇਹ 2 ਕਲਾਸਾਂ ਦੇ ਵਿੱਚ ਉਹਨਾਂ ਦੇ ਨਾਂ ਦੇ ਵਿੱਚ ਕਲੈਸ਼ ਨਾ ਹੋ ਜਾਵੇ, ਮਨੇ ਉਹ ਦੋਹੇ ਸੇਮ ਨਾਂ ਨਾ ਹੋ ਜਾਵੇ। ਜੇ 2 ਸੇਮ ਨਾਂ ਹੋ ਗਏ ਤਾਂ ਐਰਰ ਆਉਂਦਾ, ਠੀਕ ਆ। ਇਹ ਆਪਾਂ ਹੁਣ ਐਗਜ਼ਾਮਪਲ ਇਹ ਵੀ ਦੇਖ ਲਿਆ ਤਾਂ ਐਗਜ਼ਾਮਪਲ। ਹੁਣ ਜੇ ਇਹ ਨਹੀਂ ਵੀ ਸਮਝ ਆਉਂਦਾ ਨਾ ਤਾਂ ਕੋਈ ਚੱਕਰ ਨਹੀਂ, ਜਦ ਆਪਾਂ ਕਲਾਸ ਕਰਾਂਗੇ, ਆਬਜੈਕਟ ਕਰਾਂਗੇ, ਫੰਕਸ਼ਨ ਕਰਾਂਗੇ, ਤਾਂ ਆਹ ਕੰਸੈਪਟ ਦੁਬਾਰਾ ਇਹ ਕੰਸੈਪਟ ਆਪਾਂ ਨੂੰ ਸਮਝ 'ਚ ਆਏਗਾ, ਠੀਕ ਆ। ਹੁਣ ਆਪਾਂ ਚੈੱਕ ਕਰ ਲਈਏ ਇੱਕ ਵਾਰ। ਉਰੇ ਹੁਣ ਆਹ ਪਾਈਥਨ ਸ਼ੈਲ ਆ, ਇਹਦੇ ਵਿੱਚ ਪਹਿਲਾਂ ਆਪਾਂ ਕਲਾਸ ਕ੍ਰੀਏਟ ਕਰਦੇ ਹਾਂ, ਠੀਕ ਆ। ਕਲਾਸ ਕ੍ਰੀਏਟ ਕਰਨ ਦਾ ਕੀਵਰਡ ਆ, ਜਦ ਵੀ ਆਪਾਂ ਕਲਾਸ ਕ੍ਰੀਏਟ ਕਰਨੀ ਨਾ ਤਾਂ ਆਹ ਕੀਵਰਡ ਨਾਲ ਕਰਨੀ ਆ ਕਲਾਸ, ਠੀਕ ਆ। ਤਾਂ ਹੀ ਇਹਦਾ ਰੰਗ ਔਰੇਂਜ ਹੋ ਗਿਆ, ਇਹ ਕੀਵਰਡ ਆ ਕਲਾਸ। ਫਿਰ ਆਪਾਂ ਉਹਨੂੰ ਕੋਈ ਕਲਾਸ ਨਾਂ ਦੇਵਾਂਗੇ, ਕੋਈ ਵੀ ਨਾਂ, ਠੀਕ ਆ। ਆਪਾਂ ਨਾਂ ਦੇਤਾ ਉਹਨੂੰ, ਐਂਟਰ। ਇਹਦੇ ਵਿੱਚ ਆਪਾਂ ਇੱਕ ਫੰਕਸ਼ਨ ਕ੍ਰੀਏਟ ਕਰਦੇ ਹਾਂ, ਡੈਫ ਇਨਿਟ, ਠੀਕ ਆ, ਸੈਲਫ। ਮੈਂ ਦੁਬਾਰਾ ਫਿਰ ਕਹਿੰਦਾ ਜੇ ਉਰੇ ਕੁਝ ਵੀ ਸਮਝ ਨਹੀਂ ਆਉਂਦਾ ਨਾ ਕੋਈ ਚੱਕਰ ਨਹੀਂ, ਆਪਾਂ ਦੁਬਾਰਾ ਫਿਰ ਡਿਸਕਸ ਕਰਾਂਗੇ ਪੂਰੇ ਡਿਟੇਲ ਦੇ ਵਿੱਚ, ਠੀਕ ਆ। ਹੁਣ ਆਹ ਪਹਿਲੀ ਲਾਈਨ ਦੇ ਵਿੱਚ ਮੈਂ ਕਲਾਸ ਡਿਕਲੇਅਰ ਕੀਤੀ, ਦੂਜੀ ਲਾਈਨ ਦੇ ਵਿੱਚ ਮੈਂ ਕੰਸਟਰਕਟਰ ਕ੍ਰੀਏਟ ਕੀਤਾ, ਠੀਕ ਆ। ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕੰਸੈਪਟ ਆ ਕੰਸਟਰਕਟਰ, ਜਿਹੜਾ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਬਾਅਦ ਦੇ ਵਿੱਚ। ਬਸ ਐਂ ਸੋਚ ਲਓ ਕਿ ਮੈਂ ਇੱਕ ਫੰਕਸ਼ਨ ਆ ਤੇ ਇਹਦਾ ਆਹੀ ਸਿੰਟੈਕਸ ਆ। ਇਸੇ ਸਿੰਟੈਕਸ ਨਾਲ ਜਿੰਨੀਆਂ ਵੀ ਆਪਾਂ ਕਲਾਸਾਂ ਕ੍ਰੀਏਟ ਕਰਾਂਗੇ ਉਹਦਾ ਆਹੀ ਸਿੰਟੈਕਸ ਹੋਏਗਾ, ਤੇ ਉਹ ਕਲਾਸ ਦੇ ਵਿੱਚ ਜਦ ਵੀ ਆਪਾਂ ਕੰਸਟਰਕਟਰ ਕ੍ਰੀਏਟ ਕਰਨਾ ਤਾਂ ਉਹਦਾ ਵੀ ਆਹੀ ਸਿੰਟੈਕਸ ਹੋਏਗਾ, ਬਿਲਕੁਲ ਸੇਮ, ਠੀਕ ਆ। ਇਹਦੇ ਵਿੱਚ ਹੁਣ ਆਪਾਂ 2 ਵੈਰੀਏਬਲ ਡਿਕਲੇਅਰ ਕਰਨੇ ਆ, ਠੀਕ ਆ, ਸੈਲਫ ਡਾਟ ਏ, ਠੀਕ ਆ। ਕੰਸਟਰਕਟਰ ਦੇ ਵਿੱਚ ਜਦ ਆਪਾਂ ਵੈਰੀਏਬਲ ਡਿਕਲੇਅਰ ਕਰਦੇ ਹਾਂ ਤਾਂ ਪਹਿਲਾਂ ਸੈਲਫ ਲਿਖਣਾ ਜ਼ਰੂਰੀ ਹੈ, ਸੈਲਫ ਡਾਟ ਏ। ਹੁਣ ਇਹ ਜਿਹੜਾ ਇਹ ਵੈਰੀਏਬਲ ਨੇਮ ਆ, ਇਹਦੇ ਵਿੱਚ ਆਪਾਂ ਕੋਈ ਵੀ ਵੈਲੂ ਪਾਤੀ 10, ਠੀਕ ਆ। ਇਹ ਮੈਂ ਵੈਲੂ ਸਟੋਰ ਕੀਤੀ ਇਹਦੇ ਵਿੱਚ। ਦੂਜਾ ਮੈਂ ਇੱਕ ਵੈਰੀਏਬਲ ਸਟੋਰ ਕਰਾਂ ਡਾਟ ਅੰਡਰਸਕੋਰ ਬੀ,
ठीक है। और ਆਪਾਂ ਹੁਣ ਅੰਡਰਸਕੋਰ ਵੈਰੀਏਬਲ ਨੇਮ ਦੇ ਕਨਸੈਪਟ ਦੀ ਆਪਾਂ ਗੱਲ ਕਰ ਰਹੇ ਹਾਂ ਡਾਟਾ ਮੈਂਗਲਿੰਗ, ਉਹ ਆਪਾਂ ਚੈੱਕ ਕਰਨਾ, ਠੀਕ ਹੈ। ਅੰਡਰਸਕੋਰ b ਇਹਦੇ ਵਿੱਚ ਵੈਲਿਊ ਆਪਾਂ ਪਾਉਂਦੇ ਆ 10, ਠੀਕ ਆ। ਤੇ ਇਹ ਕਲਾਸ ਨੂੰ ਆਪਾਂ ਕਰ ਦਈਏ ਡਨ, ਆ ਕਲਾਸ ਕ੍ਰੀਏਟ ਹੋ ਗਈ। ਹੁਣ ਇਸ ਕਲਾਸ ਤੋਂ ਆਪਾਂ ਇੱਕ ਆਬਜੈਕਟ ਕ੍ਰੀਏਟ ਕਰਦੇ ਹਾਂ, ਆਬਜੈਕਟ 1 ਜਿਹੜਾ ਹੈ ਇਸ ਕਲਾਸ ਦਾ ਆਬਜੈਕਟ ਆ। ਇਹ ਆਬਜੈਕਟ ਤੇ ਆਬਜੈਕਟ ਕ੍ਰੀਏਟ ਕਰਨ ਦਾ ਵੀ ਸੇਮ ਹੀ ਸਿੰਟੈਕਸ ਆ, ਠੀਕ ਆ। ਕਲਾਸ 1, ਠੀਕ ਆ, ਆਬਜੈਕਟ ਕ੍ਰੀਏਟ ਹੋ ਗਈ। ਹੁਣ ਜਦ ਆਪਾਂ ਕਲਾਸ ਤੋਂ ਆਬਜੈਕਟ ਕ੍ਰੀਏਟ ਕਰਦੇ ਹਾਂ ਤਾਂ ਉਹ ਜਿਹੜਾ ਆਬਜੈਕਟ ਆ ਕਲਾਸ ਦੇ ਵਿੱਚ ਜਿੰਨਾ ਵੀ ਡੇਟਾ ਹੈ ਉਹ ਸਾਰੇ ਡੇਟਾ ਨੂੰ ਉਹ ਐਕਸੈਸ ਕਰ ਸਕਦਾ ਹੈ, ਠੀਕ ਆ। ਹੁਣ ਆਪਾਂ ਜੇ ਦੇਖੀਏ ਆਬਜੈਕਟ 1 ਨਾਲ ਆਪਾਂ ਜੇ ਹੁਣ a ਵੈਰੀਏਬਲ ਆ ਜਿਹੜਾ ਆਹ ਵੈਰੀਏਬਲ ਆ ਇਹਨੂੰ ਐਕਸੈਸ ਕਰਕੇ ਦੇਖੀਏ ਵੀ ਹੁੰਦਾ ਕਿ ਨਹੀਂ। ਆਬਜੈਕਟ 1 ਡਾਟ a, ਠੀਕ ਆ, ਤਾਂ ਇਹਨੇ ਵੈਲਿਊ ਦਿੱਤੀ ਆਪਾਂ ਨੂੰ 10, ਮਤਲਬ ਵੀ a ਜਿਹੜੀ ਵੈਲਿਊ ਆਪਾਂ ਐਕਸੈਸ ਕਰ ਲਈ, ਠੀਕ ਆ। ਹੁਣ ਇਸੇ ਆਬਜੈਕਟ ਨਾਲ, ਠੀਕ ਆ, ਅੰਡਰਸਕੋਰ b ਐਕਸੈਸ ਕਰਕੇ ਦੇਖੀਏ ਵੀ ਇਹਨੂੰ ਐਕਸੈਸ ਕਰਦਾ ਕਿ ਨਹੀਂ, ਇਹਨੇ ਐਰਰ ਦੇ ਦੇਣਾ, ਠੀਕ ਆ। ਇਹ ਕਹਿ ਰਿਹਾ ਕਿ ਅੰਡਰਸਕੋਰ b ਨਾਂ ਦੀ ਤਾਂ ਕੋਈ ਵੈਲਿਊ ਹੈ ਹੀ ਨਹੀਂ, ਕੋਈ ਵੈਰੀਏਬਲ ਹੈ ਹੀ ਨਹੀਂ ਕਲਾਸ ਦੇ ਵਿੱਚ, ਠੀਕ ਆ। ਹੁਣ ਉਹ ਕਾਹਤੇ ਨਹੀਂ ਹੈ, ਕਿਉਂਕਿ ਜਦ ਪਾਈਥਨ ਨੇ ਆਪਣੀ ਜਿਹੜੀ ਕਲਾਸ ਆ ਇਹ ਪਹਿਲੀ ਵਾਰ ਆਪਣੀ ਚੈੱਕ ਕੀਤੀ ਨਾ, ਤਾਂ ਉਹਨੇ ਜਦ ਦੇਖਿਆ ਵੀ ਅੰਡਰਸਕੋਰ b ਵੈਲਿਊ ਹੈਗੀ ਆ ਤਾਂ ਉਹਨੇ ਰੀਨੇਮ ਕਰਤਾ, ਠੀਕ ਆ ਨਾ। ਹੁਣ ਜੇ ਆਪਾਂ ਰੀਨੇਮ ਵਾਲੀ ਵੈਲਿਊ ਆਪਾਂ ਵਰਤੀਏ ਤਾਂ ਆ ਜਿਹੜੀ ਵੈਲਿਊ ਆ ਅੰਡਰਸਕੋਰ b ਇਹ ਐਕਸੈਸ ਹੋਇਆ ਨਹੀਂ। ਹੁਣ ਆਪਾਂ ਰੀਨੇਮ ਵਾਲੀ ਵੈਲਿਊ ਚੈੱਕ ਕਰਕੇ ਦੇਖੀਏ, ਆਬਜੈਕਟ 1 ਡਾਟ, ਠੀਕ ਆ। ਤੇ ਆਪਣਾ ਕੰਸੈਪਟ ਕੀ ਸੀਗਾ, ਕੰਸੈਪਟ ਸੀਗਾ ਰੀਨੇਮ ਵਾਲਾ ਅੰਡਰਸਕੋਰ ਕਲਾਸ ਨੇਮ ਅੰਡਰਸਕੋਰ ਵੈਰੀਏਬਲ ਨੇਮ, ਠੀਕ ਹੈ ਨਾ। ਅੰਡਰਸਕੋਰ ਕਲਾਸ ਨੇਮ ਕਲਾਸ ਨੇਮ ਕੀ ਆ, ਕਲਾਸ 1, ਠੀਕ ਹੈ ਨਾ। ਉਹਦੇ ਬਾਅਦ ਅੰਡਰਸਕੋਰ ਵੈਰੀਏਬਲ ਨੇਮ ਕੀ ਆ b, ਠੀਕ ਹੈ ਨਾ। ਤਾਂ ਉਰੇ ਦੇਖੋ ਹੁਣ ਐਕਸੈਸ ਹੋ ਗਈ, ਠੀਕ ਹੈ ਨਾ। ਜਦ ਆਪਾਂ ਨੇ ਉਰੇ ਐਕਸੈਸ ਕੀਤੀ ਤਾਂ ਉਹਨੇ 에ਰਰ ਦੇਤਾ ਕਿ ਨਹੀਂ ਕਰ ਸਕਦੇ, ਹੈ ਨਾ। ਪਰ ਜਦ ਆਪਾਂ ਉਹਦਾ ਰੀਨੇਮ ਆਪਾਂ ਵਰਤੀ, ਉਹਦੀ ਜਿਹੜੀ ਰੀਨੇਮ ਪਾਈਥਨ ਨੇ ਦਿੱਤੀ ਆ ਵੈਰੀਏਬਲ ਨੂੰ ਉਹ ਵਰਤੀ ਤਾਂ ਐਕਸੈਸ ਹੋ ਗਿਆ, ਠੀਕ ਆ। ਤਾਂ ਆਹ ਕੰਸੈਪਟ ਆ, ਠੀਕ ਆ, ਅੰਡਰਸਕੋਰ ਦਾ। ਮੈਂ ਇਹਨੂੰ ਬੰਦ ਕਰਕੇ ਨਾ ਦੁਬਾਰਾ ਖੋਲਦਾ ਇਹਨੂੰ ਪਾਈਥਨ ਆਈਡਲ ਨੂੰ, ਪਾਈਥਨ, ਠੀਕ ਆ। ਤਾਂ ਇਹ ਜਿਹੜਾ ਇਹ ਕੰਸੈਪਟ ਹੈ ਜਿਵੇਂ ਡੇਟਾ ਮੈਂਗਲਿੰਗ, ਇਹ ਨਾਰਮਲੀ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਆਪਾਂ ਵਰਤਦੇ ਨਹੀਂ ਹੈਗੇ, ਪਰ ਕਦੇ ਕਦੇ ਇਹ ਇੰਟਰਵਿਊ ਦੇ ਵਿੱਚ ਪੁੱਛਦੇ ਆ ਕਿ ਵਾਟ ਇਜ਼ ਡੇਟਾ ਮੈਂਗਲਿੰਗ। ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਆਪਾਂ ਕਿਸੇ ਵੀ ਵੈਰੀਏਬਲ ਦੇ ਮੂਹਰੇ 2 ਅੰਡਰਸਕੋਰ ਦਈਏ ਤਾਂ ਉਹ ਕੰਸੈਪਟ ਨੂੰ ਕਹਿੰਦੇ ਡੇਟਾ ਮੈਂਗਲਿੰਗ, ਕਿਉਂਕਿ ਜਿਹੜਾ ਪਾਈਥਨ ਨੇ ਜਦ ਪਾਈਥਨ ਨੇ ਉਹ ਵੈਰੀਏਬਲ ਨੇਮ ਚੈੱਕ ਕਰਨਾ ਕਿਤੇ ਵੀ, ਹੈ ਨਾ, ਤਾਂ ਉਹਦੀ ਵੈਲਿਊ ਨੂੰ ਉਹਦੇ ਨਾਂ ਨੂੰ ਉਹਨੇ ਰੀਨੇਮ ਕਰ ਦੇਣਾ, ਠੀਕ ਆ। ਰੀਨੇਮ ਕਿੱਦਾਂ ਕਰਨਾ, ਅੰਡਰਸਕੋਰ ਕਲਾਸ ਨੇਮ ਅੰਡਰਸਕੋਰ ਵੈਰੀਏਬਲ ਨੇਮ, ਠੀਕ ਆ। ਉਹਦੇ ਬਾਅਦ 7ਵਾਂ ਪੁਆਇੰਟ ਆ ਜਿਹੜੇ ਕੀਵਰਡ ਆ ਪਾਈਥਨ ਦੇ ਵਿੱਚ, ਜਿੰਨੇ ਵੀ ਕੀਵਰਡ ਆ, ਜਿਵੇਂ ਆਪਾਂ ਉਰੇ ਦੇਖਿਆ ਵੀ ਕੀਵਰਡ, ਜਿਵੇਂ ਆਪਾਂ ਦੇਖਿਆ ਡੈਫ ਆ ਕੀਵਰਡ ਆ, ਹੈ ਨਾ। ਜਿਹੜੀ ਕਲਾਸ ਆ ਇਹ ਵੀ ਕੀਵਰਡ ਆ। ਜੇ ਹੁਣ ਇੱਕ ਪੁਆਇੰਟ ਆਪਾਂ ਉਰੇ ਲਿਖਣਾ ਭੁੱਲ ਗਏ, ਉਹ ਮੈਂ ਲਿਖ ਦੇਵਾਂ ਉਰੇ ਵੈਰੀਏਬਲ ਨੇਮ ਜਿਹੜਾ ਆਪਾਂ ਦੇਣਾ, ਜਿੰਨੇ ਵੀ ਪਾਈਥਨ ਦੇ ਵਿੱਚ ਕੀਵਰਡ ਆ, ਜਿਵੇਂ ਡੈਫ ਆ, ਕਲਾਸ ਆ, ਟਰਾਈ ਆ, ਜਿੰਨੇ ਵੀ ਆ, ਉਹ ਜਿਹੜੇ ਕੀਵਰਡ ਦੇ ਨਾਮ ਆ ਉਹ ਆਪਾਂ ਵੈਰੀਏਬਲ ਨੇਮ ਨੂੰ ਦੇ ਨਹੀਂ ਸਕਦੇ ਹੈਗੇ। ਜੇ ਆਪਾਂ ਦੇਵਾਂਗੇ ਤਾਂ ਐਰਰ ਆ ਜਾਏਗਾ, ਠੀਕ ਆ। ਉਹਦਾ ਵੀ ਐਗਜ਼ਾਮਪਲ ਦੇਖ ਲੈਂਦੇ ਆ। ਜਿਵੇਂ ਕਲਾਸ ਇੱਕ ਕੀਵਰਡ ਆ, ਠੀਕ ਆ। ਜੇ ਮੈਂ ਕਲਾਸ ਨੂੰ ਕਹਾਂ ਕਿ ਕਲਾਸ ਮੈਂ ਵੈਰੀਏਬਲ ਨੇਮ ਰੱਖਣਾ ਤੇ ਉਹਦੇ ਵਿੱਚ ਮੈਂ ਕੋਈ ਵੈਲਿਊ ਜਿਵੇਂ 10 ਮੈਂ ਸੇਵ ਕਰਨੀ ਹੈ ਨਾ, ਤਾਂ ਉਹਨੇ ਐਰਰ ਦੇਣਾ, ਉਹਨੇ ਕਹਿਣਾ ਵੀ ਨਹੀਂ ਤੂੰ ਕਲਾਸ ਨੇਮ ਨੂੰ ਵੈਰੀਏਬਲ ਨੇਮ ਨਹੀਂ ਬਣਾ ਸਕਦਾ, ਠੀਕ ਆ ਨਾ। ਉਹਦੇ ਬਾਅਦ 8ਵਾਂ ਪੁਆਇੰਟ, ਜੇ ਹੁਣ ਆਪਾਂ ਕਹੀਏ ਕਿ ਮੈਂ ਜਿਹੜੇ ਕੀਵਰਡ ਆ ਉਹੀ ਨਾਂ ਦਾ ਮੈਂ ਵੈਰੀਏਬਲ ਨੇਮ ਰੱਖਣਾ, ਹੈ ਨਾ, ਤਾਂ ਉਹ ਆਪਾਂ ਕਿੱਦਾਂ ਕਰਾਂਗੇ। ਉਹ ਕਰਨ ਵਾਸਤੇ ਉਰੇ ਆਪਾਂ ਗੱਲ ਕੀਤੀ ਕਿ ਜਿਹੜਾ ਕੀਵਰਡ ਨੇਮ ਆਪਾਂ ਵੈਰੀਏਬਲ ਨੇਮ ਨੂੰ ਦੇ ਨਹੀਂ ਸਕਦੇ ਹੈਗੇ। ਉਰੇ ਆਪਾਂ ਕਹਿ ਰਹੇ ਹਾਂ ਕਿ ਜੇ ਕੀਵਰਡ ਨੇਮ ਆਪਾਂ ਵੈਰੀਏਬਲ ਨੇਮ ਨੂੰ ਦੇਣਾ ਤਾਂ ਕਿੱਦਾਂ ਦੇਣਾ, ਤਾਂ ਉਹ ਜਿਹੜਾ ਨਾਮ ਆ ਕੀਵਰਡ ਦਾ ਉਹਦੇ ਐਂਡ ਵਿੱਚ ਆਪਾਂ ਇੱਕ ਅੰਡਰਸਕੋਰ ਪਾ ਸਕਦੇ ਹਾਂ, ਠੀਕ ਆ। ਇਹ ਹੁਣ ਸਾਰੀਆਂ ਫੰਕਸ਼ਨੈਲਿਟੀਆਂ ਆਪਾਂ ਉਰੇ ਤੋਂ ਇਹ ਆਪਾਂ ਦੇਖ ਰਹੇ ਹਾਂ ਕਿ ਜੇ ਵੈਰੀਏਬਲ ਨੇਮ ਦੇ ਵਿੱਚ ਆਪਾਂ ਅੰਡਰਸਕੋਰ ਪਾਉਂਦੇ ਤਾਂ ਕੀ ਹੁੰਦਾ, ਠੀਕ ਆ। ਜੇ ਪਹਿਲਾਂ ਅੰਡਰਸਕੋਰ ਪਾਈਏ 1 ਤਾਂ ਕੀ ਹੁੰਦਾ, ਜੇ ਵੈਰੀਏਬਲ ਨੇਮ ਦੇ ਪਹਿਲਾਂ ਆਪਾਂ 2 ਪਾਈਏ ਤਾਂ ਕੀ ਹੁੰਦਾ, ਵੈਰੀਏਬਲ ਨੇਮ ਦੇ ਐਂਡ ਵਿੱਚ ਇੱਕ ਅੰਡਰਸਕੋਰ ਪਾਉਂਦੇ ਤਾਂ ਫਿਰ ਕੀ ਹੁੰਦਾ, ਠੀਕ ਆ। ਤਾਂ ਇਹ ਵੀ ਆਪਾਂ ਐਗਜ਼ਾਮਪਲ ਦੇਖ ਲਈਏ ਇਹਦਾ। ਜੇ ਹੁਣ ਜਿਵੇਂ ਕਲਾਸ ਆ, ਠੀਕ ਆ, ਜੇ ਮੈਂ ਕਹਾਂ ਕਲਾਸ ਦੇ ਵਿੱਚ ਮੈਂ 10 ਸਟੋਰ ਕਰਾਂ ਤਾਂ ਐਰਰ ਆ। ਪਰ ਜੇ ਹੁਣ ਮੈਂ ਕਹਾਂ ਵੀ ਕਲਾਸ 9 ਦਾ ਹੀ ਮੈਂ ਵੈਰੀਏਬਲ ਨੇਮ ਯੂਜ਼ ਕਰਨਾ ਤੇ ਉਹ ਕੰਮ ਵੀ ਕਰਨਾ ਚਾਹੀਦਾ, ਫਿਰ ਆਪਾਂ ਉਹ ਵੈਰੀਏਬਲ ਨੇਮ ਕਲਾਸ ਜਿਹੜੀ ਕੀਵਰਡ ਆ ਐਵੇਂ ਟਾਈਪ ਕਰਕੇ ਨਾ ਉਹਦੇ ਐਂਡ ਵਿੱਚ ਇੱਕ ਅੰਡਰਸਕੋਰ ਪਾ ਦਾਂਗੇ। ਹੁਣ ਇਹ ਵੈਲਿਡ ਵੈਰੀਏਬਲ ਨੇਮ ਆ, ਠੀਕ ਆ। ਇਹਦੇ ਵਿੱਚ ਜੇ ਮੈਂ 10 ਸਟੋਰ ਕਰਾਂ ਤੇ ਮੈਂ ਦੁਬਾਰਾ ਉਹਨੂੰ ਰੀਕਾਲ ਕਰਾਂ ਤਾਂ 10 ਦੀ ਵੈਲਿਊ ਆ ਗਈ ਉਰੇ, ਠੀਕ ਆ ਨਾ। ਉਹਦੇ ਬਾਅਦ
ਅਖੀਰਲਾ ਪੁਆਇੰਟ ਜਿਹੜਾ ਆਪਣਾ ਉਹ, ਠੀਕ ਆ। ਜੇ ਆਪਾਂ ਵੈਰੀਏਬਲ ਨੇਮ ਦੇ ਸਟਾਰਟਿੰਗ ਦੇ ਵਿੱਚ 2 ਅੰਡਰਸਕੋਰ ਪਾਈਏ ਤੇ ਐਂਡ ਵਿੱਚ 2 ਅੰਡਰਸਕੋਰ ਪਾਈਏ, ਠੀਕ ਹੈ ਨਾ, ਤਾਂ ਉਹ ਜਿਹੜਾ ਨਾਮ ਆ, ਉਹ ਜਿਹੜਾ ਮੈਥਡ ਆ, ਉਹਨੂੰ ਕਹਿੰਦੇ ਆ ਮੈਜਿਕ ਮੈਥਡ, ਠੀਕ ਹੈ ਨਾ। ਇਹ ਜਿਹੜੇ ਮੈਥਡ ਆ, ਇਹ ਆਪਰੇਟਰ ਓਵਰਲੋਡਿੰਗ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਆਪਰੇਟਰ ਓਵਰਲੋਡਿੰਗ ਦਾ ਕਨਸੈਪਟ ਆਪਾਂ ਬਾਅਦ ਵਿੱਚ ਚੈੱਕ ਕਰਾਂਗੇ। ਹੁਣ ਜਸਟ ਇਹਨੂੰ ਯਾਦ ਰੱਖੋ ਕਿ ਆਪਰੇਟਰ ਓਵਰਲੋਡਿੰਗ ਵਾਸਤੇ ਯੂਜ਼ ਕਰਦੇ ਹਾਂ ਤੇ ਉਹਨੂੰ ਮੈਜਿਕ ਮੈਥਡ ਕਹਿੰਦੇ ਆ। ਤੇ ਇਹ ਜਿਹੜੇ ਨਾਮ ਆ, ਇਹ ਲੈਂਗੁਏਜ ਸਪੈਸੀਫਿਕ ਆ। ਮਤਲਬ ਜਦ ਪਹਿਲੀ ਵਾਰ ਪਾਈਥਨ ਕ੍ਰੀਏਟ ਕੀਤੀ, ਜਿਹਨੇ ਵੀ ਕੀਤੀ ਪਾਈਥਨ ਕ੍ਰੀਏਟ ਕੀਤੀ, ਤਾਂ ਇਹ ਜਿਹੜੇ ਨਾਮ ਆ, ਉਹ ਪਾਈਥਨ ਵਾਸਤੇ ਅਲੱਗ ਰੱਖੇ ਹੋਏ, ਠੀਕ ਆ। ਪਾਈਥਨ ਇਹ ਜਿਹੇ ਨਾਮ ਨੂੰ ਵਰਤਦਾ। ਜਿੱਕਣਾ ਆਪਾਂ ਐਗਜ਼ਾਮਪਲ ਦੇਖਿਆ ਕਿ ਜੇ ਆਪਾਂ ਕਲਾਸ ਕ੍ਰੀਏਟ ਕੀਤੀ ਸੀਗੀ ਕਿ ਜਿਵੇਂ ਮੈਂ ਦੁਬਾਰਾ ਕਲਾਸ ਕ੍ਰੀਏਟ ਕਰਾਂ, ਕਲਾਸ 1, ਠੀਕ ਆ। ਇਹਦੇ ਵਿੱਚ ਆਪਾਂ ਨੇ ਇੱਕ ਫੰਕਸ਼ਨ ਕ੍ਰੀਏਟ ਕੀਤਾ ਸੀਗਾ init, ਇੱਦਾਂ ਕਰਕੇ, ਠੀਕ ਆ। ਤੇ ਮੈਂ ਕਿਹਾ ਤਾਂ ਕਿ ਇਹ ਕੰਸਟਰਕਟਰ ਆ, ਠੀਕ ਆ ਨਾ। ਹੁਣ ਆ ਜਿਹੜਾ init ਆ ਨਾਮ ਆ, init ਦੇ ਮੂਹਰੇ 2 ਅੰਡਰਸਕੋਰ ਆ ਤੇ init ਦੇ ਬਾਅਦ ਵਿੱਚ ਵੀ 2 ਅੰਡਰਸਕੋਰ ਆ, ਠੀਕ ਆ। ਇਹ ਲੈਂਗੁਏਜ ਸਪੈਸੀਫਿਕ ਆ। ਇਹ ਪਾਈਥਨ ਦੇ ਵਿੱਚ ਡਿਫਾਈਨ ਕੀਤਾ ਵਾ, ਪਾਈਥਨ ਦੇ ਵਿੱਚ ਸਟੋਰ ਕੀਤਾ ਵਾ, ਪਾਈਥਨ ਨਾਰਮਲੀ ਵਰਤਦਾ ਇਹਨਾਂ ਨੂੰ, ਠੀਕ ਆ। ਤਾਂ ਇਹ ਆਪਾਂ ਮੈਜਿਕ ਮੈਥਡ ਵੀ ਇਹਨੂੰ ਕਹਿੰਦੇ ਆ ਤੇ ਆਪਰੇਟਰ ਓਵਰਲੋਡਿੰਗ ਵਾਸਤੇ ਵੀ ਆਪਾਂ ਯੂਜ਼ ਕਰਦੇ ਹਾਂ, ਠੀਕ ਆ। ਹੁਣ ਬਸ ਯਾਦ ਰੱਖੋ ਇਹਨੂੰ ਕਿ ਇਹ ਮੈਜਿਕ ਮੈਥਡ ਆ ਤੇ ਬਾਅਦ ਵਿੱਚ ਆਪਾਂ ਦੇਖਾਂਗੇ ਕਿੱਦਾਂ ਵਰਤਾਂਗੇ ਆਪਰੇਟਰ, ਜਦ ਆਪਾਂ ਗੱਲ ਕਰਾਂਗੇ ਆਪਰੇਟਰ ਓਵਰਲੋਡਿੰਗ ਤੇ, ਠੀਕ ਆ। ਚਲ ਆ ਵੀ ਹੋ ਗਿਆ ਆਪਣਾ। ਹੁਣ ਇਹ ਤੋਂ ਬਾਅਦ ਨਾਰਮਲੀ ਜਦ ਆਪਾਂ ਵੈਰੀਏਬਲ ਨੇਮ ਦਿੰਦੇ ਆ, ਹੈ ਨਾ, ਤਾਂ ਕੋਸ਼ਿਸ਼ ਆਪਾਂ ਕਰਦੇ ਆ, ਇਹਨੂੰ ਗੁੱਡ ਪ੍ਰੋਗਰਾਮਿੰਗ ਪ੍ਰੈਕਟਿਸ ਮੰਨਦੇ ਆ ਕਿ ਜਿਹੜਾ ਵੈਰੀਏਬਲ ਨੇਮ ਦੇਣਾ ਉਹ ਡਿਸਕ੍ਰਿਪਟਿਵ ਨੇਮ ਹੋਵੇ। ਮਤਲਬ ਵੈਰੀਏਬਲ ਨੇਮ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਇਹਦੇ 'ਚ ਕੀ ਸਟੋਰ ਆ, ਠੀਕ ਆ ਨਾ। ਹੁਣ ਜੇ ਮੈਂ ਕਹਾਂ ਇਹ ਇੱਕ ਵੈਲਿਡ ਵੈਰੀਏਬਲ ਨੇਮ ਆ, ਠੀਕ ਆ। ਇਹਦੇ ਵਿੱਚ ਜੇ ਮੈਂ ਸਟੋਰ ਕਰਾਂ ਦਵਿੰਦਰ, ਠੀਕ ਆ। ਹੁਣ ਇਹ ਜਿਹੜਾ ਵੈਰੀਏਬਲ ਨੇਮ ਆ, ਇਹਨੂੰ ਦੇਖ ਕੇ ਕਹਿਣਾ ਮੁਸ਼ਕਿਲ ਆ ਕਿ ਇਹਦੇ ਵਿੱਚ ਕੀ ਸਟੋਰ ਆ, ਠੀਕ ਆ ਨਾ। ਇਹ ਵੈਰੀਏਬਲ ਨੇਮ ਆ ਇੱਕ, ਪਰ ਜੇ ਮੈਂ ਕਹਾਂ ਕਿ ਮੈਂ ਇੱਕ ਇਹੋ ਜਿਹਾ ਵੈਰੀਏਬਲ ਨੇਮ ਦੇਣਾ ਫਸਟ ਨੇਮ, ਠੀਕ ਆ, ਇਹਦੇ ਵਿੱਚ ਮੈਂ ਸਟੋਰ ਕਰਾਂ ਦਵਿੰਦਰ, ਤਾਂ ਹੁਣ ਫਸਟ ਨੇਮ ਜਿਹੜਾ ਵੈਰੀਏਬਲ ਨੇਮ ਆ, ਇਹਨੂੰ ਦੇਖ ਕੇ ਆਪਾਂ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਕੋਈ ਕਿਸੇ ਦਾ ਫਸਟ ਨੇਮ ਸਟੋਰ ਆ, ਠੀਕ ਆ। ਤਾਂ ਆਪਾਂ ਕੋਸ਼ਿਸ਼ ਕਰਨੀ ਆ ਕਿ ਮਲਟੀ ਵਰਡ, ਜਿਵੇਂ ਫਸਟ ਇੱਕ ਵਰਡ ਹੋ ਗਿਆ, ਨੇਮ ਸੈਕੰਡ ਵਰਡ ਹੋ ਗਿਆ, ਮਲਟੀ ਵਰਡ ਨੇਮ ਦੇਣੇ ਜਿਹੜੇ ਡਿਸਕ੍ਰਿਪਟਿਵ ਹੋਵੇ ਤਾਂ ਕਿ ਵੈਰੀਏਬਲ ਨੇਮ ਨੂੰ ਦੇਖ ਕੇ ਪਤਾ ਲੱਗ ਜਾਵੇ ਕਿ ਇਹਦੇ 'ਚ ਕੀ ਸਟੋਰ ਆ, ਠੀਕ ਆ ਨਾ। ਹੁਣ ਜਦ ਵੀ ਆਪਾਂ ਮਲਟੀ ਵਰਡ ਡਿਸਕ੍ਰਿਪਟਿਵ ਨੇਮ ਯੂਜ਼ ਕਰਦੇ ਆ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਵਿੱਚ, ਪਾਈਥਨ ਦੇ ਵਿੱਚ ਵੀ, ਤਾਂ ਉੱਥੇ 3 ਕਨਸੈਪਟ ਜਿਹੜੇ ਆ ਉਹ ਆਉਂਦੇ ਆ। ਇੱਕ ਤਾਂ ਹੋ ਗਿਆ ਕੈਮਲ ਕੇਸ। ਹੁਣ ਇਹ ਜਿਹੜਾ ਕਨਸੈਪਟ ਆ ਇਹ ਹਰੇਕ ਪ੍ਰੋਗਰਾਮਿੰਗ ਲੈਂਗੁਏਜ ਵਾਸਤੇ ਆ, ਇਕੱਲਾ ਪਾਈਥਨ ਵਾਸਤੇ ਨਹੀਂ ਹੈਗਾ। ਕੈਮਲ ਕੇਸ ਦੇ ਵਿੱਚ ਜਦ ਆਪਾਂ ਵੈਰੀਏਬਲ ਨੇਮ ਦਿੰਦੇ ਆ, ਮਲਟੀ ਵਰਡ ਡਿਸਕ੍ਰਿਪਟਿਵ ਵੈਰੀਏਬਲ ਨੇਮ, ਉਹਦੇ ਵਿੱਚ ਪਹਿਲਾ ਵਰਡ ਆ ਜਿਹੜਾ ਸਾਰੇ ਸਮਾਲ ਲੈਟਰ ਹੋਣਗੇ ਉਹਦੇ 'ਚ। ਸੈਕੰਡ ਵਰਡ ਦਾ ਜਿਹੜਾ ਪਹਿਲਾ ਅੱਖਰ ਆ ਨੇਮ N, ਸੈਕੰਡ ਵਰਡ ਕੀ ਆਪਣਾ ਨੇਮ ਆ, ਉਹਦਾ ਪਹਿਲਾ ਅੱਖਰ ਆ ਉਹ ਕੈਪੀਟਲ ਹੋਏਗਾ। ਇਹਨੂੰ ਕਹਿੰਦੇ ਆ ਕੈਮਲ ਕੇਸ, ਠੀਕ ਆ। ਇੱਕ ਹੈਗਾ ਪੈਸਕਲ ਕੇਸ। ਪੈਸਕਲ ਕੇਸ ਦੇ ਵਿੱਚ ਕੀ ਹੁੰਦਾ, ਪਹਿਲੇ ਵਰਡ ਦਾ ਪਹਿਲਾ ਅੱਖਰ, ਦੂਜੇ ਵਰਡ ਦਾ ਪਹਿਲਾ ਅੱਖਰ। ਫਸਟ ਜਿਹੜਾ ਇੱਕ ਵਰਡ ਆ ਇਹਦਾ ਆਪਾਂ ਪਹਿਲਾ ਅੱਖਰ F ਉਹ ਕੈਪੀਟਲ, ਤੇ ਜਿਹੜਾ ਸੈਕੰਡ ਵਰਡ ਆ ਨੇਮ, ਉਹਦੇ ਵਿੱਚ ਜਿਹੜਾ ਪਹਿਲਾ ਅੱਖਰ ਆਪਣਾ N ਉਹ ਕੈਪੀਟਲ, ਠੀਕ ਆ। ਉਹ ਕਰਦੇ ਆ, ਉਹਨੂੰ ਕਹਿੰਦੇ ਪੈਸਕਲ ਕੇਸ। ਫਿਰ ਹੋ ਗਿਆ ਇੱਕ ਸਨੇਕ ਕੇਸ। ਸਨੇਕ ਕੇਸ ਦੇ ਵਿੱਚ ਪਹਿਲਾ ਵਰਡ ਅੰਡਰਸਕੋਰ, ਦੂਜਾ ਵਰਡ, ਠੀਕ ਆ। ਤਾਂ 2 ਵਰਡਾਂ ਦੇ ਵਿੱਚ ਆਪਾਂ ਅੰਡਰਸਕੋਰ ਵਰਤਦੇ ਹਾਂ, ਠੀਕ ਆ। ਹੁਣ ਆਪਾਂ ਇਹਦੇ ਵਿੱਚ ਕੋਈ ਵੀ ਵਰਤ ਸਕਦੇ ਹਾਂ, ਕੋਈ ਵੀ ਇਹਦੇ 'ਚ ਕਨਸੈਪਟ, ਪਰ ਨਾਰਮਲੀ ਜਾਂ ਕੰਪਨੀਆਂ ਦੇ ਵਿੱਚ ਉਹ ਕੋਈ ਇੱਕ ਕਨਸੈਪਟ ਨੂੰ ਫੋਲੋ ਕਰਦੇ ਤੇ ਉਹ ਤੁਹਾਨੂੰ ਦੱਸਣਗੇ ਕਿ ਭਾਈ ਅਸੀਂ ਨਾ ਜਿਹੜੇ ਵੈਰੀਏਬਲ ਨੇਮ ਆ ਉਹ ਕੈਮਲ ਕੇਸ ਫੋਲੋ ਕਰਦੇ ਹਾਂ ਜਾਂ ਪੈਸਕਲ ਕੇਸ ਹੈ, ਕੋਈ ਸਨੇਕ ਕੇਸ, ਠੀਕ ਆ। ਤਾਂ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਆ। ਉਸ ਤੋਂ ਬਾਅਦ ਆਪਾਂ ਆਉਂਦੇ ਆ, ਹੁਣ ਅਗਲਾ ਕਨਸੈਪਟ ਆਪਣਾ ਹੈਗਾ ਡੇਟਾ ਟਾਈਪਸ। ਇਹਦੇ ਵਿੱਚ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਪ੍ਰਾਇਮਰੀ ਡੇਟਾ ਟਾਈਪਸ। ਪ੍ਰਾਇਮਰੀ ਡੇਟਾ ਟਾਈਪਸ ਇੰਟੀਜਰ, ਫਲੋਟ, ਕੰਪਲੈਕਸ, ਬੂਲੀਅਨ, ਸਟ੍ਰਿੰਗ, ਠੀਕ ਆ। ਇਹ ਤਾਂ ਹੋ ਗਿਆ ਆਪਣੇ ਪ੍ਰਾਇਮਰੀ ਡੇਟਾ ਟਾਈਪਸ, ਠੀਕ ਆ। ਤੇ ਇਹਦੇ ਇਲਾਵਾ ਵੀ ਹੋਰ ਡੇਟਾ ਟਾਈਪ ਆ, ਉਹ ਆਪਾਂ ਬਾਅਦ 'ਚ ਦੇਖਾਂਗੇ, ਪਹਿਲਾਂ ਆਪਾਂ ਆਹ ਦੇਖ ਲਈਏ। ਹੁਣ ਡੇਟਾ ਟਾਈਪ ਕੀ ਆ? ਡੇਟਾ ਟਾਈਪ ਆਪਾਂ ਵਰਤਦੇ ਹਾਂ ਤਾਂ ਕਿ ਜਿਹੜਾ ਪ੍ਰੋਗਰਾਮ ਆ, ਕੋਈ ਵੀ ਪ੍ਰੋਗਰਾਮ ਆ, ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਆਪਾਂ ਪ੍ਰੋਗਰਾਮ ਲਿਖਦੇ ਆ, ਉਹ ਕਿਸੇ ਨਾ ਕਿਸੇ ਇੱਕ ਡੇਟਾ ਤੇ ਕੰਮ ਕਰਦਾ ਹਮੇਸ਼ਾ, ਠੀਕ ਆ। ਹੁਣ ਜੇ ਆਪਾਂ ਕੋਈ ਵੀ ਡੇਟਾ ਵਰਤਣਾ, ਜੇ ਹੁਣ ਆਪਾਂ ਰੀਅਲ ਲਾਈਫ ਦੇ ਵਿੱਚ ਦੇਖੀਏ, ਆਪਾਂ ਆਲੇ ਦੁਆਲੇ ਨਿਗਾਹ ਮਾਰੀ ਆ, ਨਾਰਮਲੀ ਆਪਾਂ ਨੰਬਰ ਵਰਤਾਂਗੇ। ਜੇ ਆਪਾਂ ਕਹੀਏ ਕਿ ਕਿਸੇ ਦੀ ਉਮਰ ਆ, ਹੈ ਨਾ, 32 ਸਾਲ ਜਾਂ 33 ਸਾਲ ਆ, ਹੁਣ ਜੇ ਆਪਾਂ ਉਮਰ ਕਿਸੇ ਦੀ ਵਰਤਣੀ ਆ ਪ੍ਰੋਗਰਾਮ ਦੇ ਵਿੱਚ, ਤਾਂ ਇੰਟੀਜਰ ਡੇਟਾ ਵਰਤਾਂਗੇ, ਕਿਉਂਕਿ ਉਮਰ ਦੇ ਵਿੱਚ ਜਿਵੇਂ ਮੈਂ ਕਹਾਂ ਵੀ ਡਾਟ, ਜਿਵੇਂ ਵੀ 32 ਸਾਲ ਆ ਪੂਰੇ, ਹੈ ਨਾ, ਤਾਂ 32 ਨੂੰ ਆਪਾਂ ਲਿਖਾਂਗੇ 32,
ਇਹਦੇ ਵਿੱਚ ਕੋਈ ਡਾਟ ਨਹੀਂ ਹੈ, ਕੋਈ ਪੁਆਇੰਟ ਨਹੀਂ ਹੈਗਾ, ਤਾਂ ਇਹ ਇੰਟੀਜਰ ਡੇਟਾ ਟਾਈਪ ਹੋ ਗਿਆ। ਠੀਕ ਹੈ ਨਾ। ਤੇ ਜੇ ਮੈਂ ਕਹਾਂ ਕਿ ਤੇਰੀ ਉਮਰ ਇੰਨੀ ਆ ਤੇ ਤੇਰਾ ਨਾਂ ਕੀ ਹੈ, ਤੇਰਾ ਨਾਂ ਦਵਿੰਦਰ ਹੈ ਜਾਂ ਜੋਗਿੰਦਰ ਹੈ, ਜੋ ਵੀ ਆ, ਠੀਕ ਆ, ਤਾਂ ਜੋਗਿੰਦਰ ਜਿਹੜਾ ਉਹ ਕਿਹੜਾ ਡੇਟਾ ਟਾਈਪ ਹੋਇਆ, ਉਹ ਸਟ੍ਰਿੰਗ ਡੇਟਾ ਟਾਈਪ ਹੋਇਆ। ਜਦ ਵੀ ਆਪਾਂ ਕੋਈ ਨਾਂ ਵਰਤਦੇ ਹਾਂ ਜਾਂ ਲੈਟਰ ਵਰਤਦੇ ਹਾਂ, ਵਰਡ ਵਰਤਦੇ ਹਾਂ, ਸਟ੍ਰਿੰਗ, ਇਹ ਸਾਰੇ ਸਟ੍ਰਿੰਗ ਡੇਟਾ ਟਾਈਪ ਹੋ ਗਏ। ਠੀਕ ਆ। ਫਿਰ ਜੇ ਆਪਾਂ ਕਹੀਏ ਭਾਈ ਤੇਰੀ ਜੇਬ 'ਚ ਕਿੰਨੇ ਰੁਪਏ ਆ, ਉਹ ਕਹੂਗਾ ਮੇਰੇ ਜੇਬ 'ਚ 10 ਰੁਪਏ 50 ਪੈਸੇ ਆ, ਹੈ ਨਾ। ਤਾਂ ਉਰੇ ਹੁਣ ਤਾਂ ਇਹ ਡੇਟਾ ਜੇ ਆਪਾਂ ਵਰਤਣਾ ਆਪਣੇ ਪ੍ਰੋਗਰਾਮ ਦੇ ਵਿੱਚ 10 ਰੁਪਏ 50 ਪੈਸੇ, ਤਾਂ ਉਰੇ ਪੁਆਇੰਟ ਆ ਗਿਆ ਇੱਕ, ਹੈ ਨਾ, 100, 100.50। ਇਹ ਜਿਹੜਾ ਹੈ ਇਹ ਫਲੋਟ ਡੇਟਾ ਟਾਈਪ ਹੋ ਗਿਆ। ਇਹਨੂੰ ਆਪਾਂ ਇੰਟੀਜਰ ਕਦੇ ਨਹੀਂ ਵਰਤ ਸਕਦੇ। ਇੰਟੀਜਰ ਹੋ ਗਿਆ ਬਿਨਾ ਪੁਆਇੰਟ ਤੋਂ, ਜਾਂ ਜਿੱਥੇ ਵੀ ਪੁਆਇੰਟ ਆ ਗਿਆ ਉਹ ਹੋ ਗਿਆ ਫਲੋਟ ਡੇਟਾ ਟਾਈਪ, ਹੈ ਨਾ। ਬੂਲੀਅਨ ਹੋ ਗਿਆ, ਜੇ ਮੈਂ ਕਿਸੇ ਨੂੰ ਪੁੱਛਾਂ ਕਿ ਭਾਈ ਤੈਂ ਅੱਜ ਰੋਟੀ ਖਾਧੀ ਆ ਕਿ ਨਹੀਂ ਖਾਧੀ, ਤਾਂ ਉਹਦੇ ਦੋ ਆਂਸਰ ਹੋਣਗੇ, ਯੈਸ ਜਾਂ ਨੋ। ਠੀਕ ਆ। ਤਾਂ ਉਹਦੇ ਲਈ ਆਪਾਂ ਵਰਤਦੇ ਹਾਂ ਬੂਲੀਅਨ ਡੇਟਾ ਟਾਈਪ ਆ। ਠੀਕ ਆ। ਬੂਲੀਅਨ ਦੀ ਜਿਹੜੀ ਵੈਲੂ ਆ ਉਹ ਹੈਗੀ ਟਰੂ ਤੇ ਫਾਲਸ, ਦੋ ਵੈਲੂ ਆ। ਠੀਕ ਆ। ਤਾਂ ਹੀ ਇਹ ਤਾਂ ਹੋ ਗਿਆ ਆਪਣੇ ਪ੍ਰਾਇਮਰੀ ਡੇਟਾ ਟਾਈਪ। ਠੀਕ ਆ। ਇਹਦੇ ਇਲਾਵਾ ਹੋਰ ਵੀ ਡੇਟਾ ਟਾਈਪ ਆ, ਉਹ ਆਪਾਂ ਬਾਅਦ 'ਚ ਦੇਖਾਂਗੇ। ਤੇ ਹੁਣ ਆਪਾਂ ਸਟਾਰਟ ਕਰਦੇ ਇੰਟੀਜਰ ਤੋਂ। ਇੰਟੀਜਰ ਜਿੰਨਾ ਵੀ ਡੇਟਾ ਜਿਹਦੇ ਵਿੱਚ ਆਪਾਂ ਪੁਆਇੰਟ ਨਹੀਂ ਵਰਤਦੇ ਉਹ ਸਾਰਾ ਇੰਟੀਜਰ ਡੇਟਾ ਟਾਈਪ ਆ। ਜੇ ਮੈਂ ਕਹਾਂ 1 2 3 4 ਕੋਈ ਵੀ 100 1000 10,000 ਸਾਰਾ ਇੰਟੀਜਰ ਡੇਟਾ ਟਾਈਪ ਦੇ ਵਿੱਚ ਆਉਂਦਾ। ਠੀਕ ਆ। ਇੰਟੀਜਰ ਡੇਟਾ ਟਾਈਪ ਦੇ ਵਿੱਚ 3 ਹੋਰ ਡੇਟਾ ਟਾਈਪ ਆ, ਇਹ ਵੀ ਜ਼ਰੂਰੀ ਆ। ਇੱਕ ਤਾਂ ਹੋ ਗਿਆ ਬਾਈਨਰੀ ਡੇਟਾ ਟਾਈਪ ਆ। ਠੀਕ ਆ। ਬਾਈਨਰੀ ਡੇਟਾ ਟਾਈਪ ਜਿਹੜਾ ਜਦ ਆਪਾਂ ਲਿਖਾਂਗੇ ਤਾਂ ਉਹ ਸਟਾਰਟ ਹਮੇਸ਼ਾ 0 ਤੋਂ ਹੋਏਗਾ। ਠੀਕ ਆ। 0 ਜਾਂ ਤਾਂ ਸਮੌਲ b ਜਾਂ ਫਿਰ ਕੈਪੀਟਲ B। ਠੀਕ ਆ। ਤੇ ਬਾਈਨਰੀ ਡੇਟਾ ਟਾਈਪ ਦਾ ਜਿਹੜਾ ਬੇਸ ਆ ਉਹ 2 ਆ। ਇਹਦਾ ਕਹਿਣ ਦਾ ਮਤਲਬ ਕਿ ਬਾਈਨਰੀ ਡੇਟਾ ਟਾਈਪ ਦੇ ਵਿੱਚ ਆਪਾਂ ਸਿਰਫ 2 ਹੀ ਅੱਖਰ ਯੂਜ਼ ਕਰ ਸਕਦੇ ਹਾਂ, ਦੋ ਨੰਬਰ ਯੂਜ਼ ਕਰ ਸਕਦੇ ਹਾਂ। ਉਹ ਦੋ ਨੰਬਰ ਕਿਹੜੇ ਆ? 0 ਐਂਡ 1। ਠੀਕ ਆ। ਬਾਈਨਰੀ ਡੇਟਾ ਟਾਈਪ ਦੇ ਵਿੱਚ ਆਪਾਂ ਸਿਰਫ 0 ਤੇ 1 ਯੂਜ਼ ਕਰ ਸਕਦੇ। ਜੇ ਮੈਂ 2 ਯੂਜ਼ ਕਰਾਂ ਜਾਂ 3 ਯੂਜ਼ ਕਰਾਂ ਤਾਂ 에ਰਰ ਆ ਜਾਏਗਾ। ਠੀਕ ਆ। ਹੁਣ ਬਾਈਨਰੀ ਡੇਟਾ ਟਾਈਪ ਆਪਾਂ ਕਿੱਦਾਂ ਲਿਖਦੇ ਹਾਂ? ਇੱਕ ਤਰੀਕਾ ਤਾਂ ਆ ਹੋ ਗਿਆ 0 ਸਮੌਲ b, 0 1 0 1 1 1 0। ਇਹਦੇ ਵਿੱਚ ਸਿਰਫ 0 ਤੇ 1 ਆਉਣਗੇ, ਹੋਰ ਕੁਝ ਨਹੀਂ ਆਊਗਾ। ਠੀਕ ਆ। ਦੂਆ ਤਰੀਕਾ 0 ਤੋਂ ਸਟਾਰਟ ਕੀਤਾ, ਕੈਪੀਟਲ B, 0 1 0 1 0 1। ਠੀਕ ਆ। ਇਹ ਦੋ ਤਰੀਕੇ ਆ ਬਾਈਨਰੀ ਡੇਟਾ ਟਾਈਪ ਲਿਖਣ ਦੇ। ਉਹਦੇ ਬਾਅਦ ਇੱਕ ਡੇਟਾ ਟਾਈਪ ਹੋ ਗਿਆ ਆਕਟਲ ਡੇਟਾ ਟਾਈਪ। ਠੀਕ ਆ। ਇਹ ਜਿਹੜੇ ਹੁਣ ਮੈਂ ਆਪਾਂ ਡਿਸਕਸ ਕਰ ਰਹੇ ਹਾਂ, ਬਾਈਨਰੀ ਹੋ ਗਿਆ, ਆਕਟਲ ਹੋ ਗਿਆ, ਹੈਕਸਾਡੈਸੀਮਲ, ਇਹ ਤਿੰਨੇ ਇੰਟੀਜਰ ਦੇ ਵਿੱਚ ਆਉਂਦੇ ਆ ਸਿਰਫ। ਠੀਕ ਆ। ਫਲੋਟ ਦੇ ਵਿੱਚ ਇਹ ਕੁਝ ਨਹੀਂ ਹੁੰਦੇ, ਸਿਰਫ ਇੰਟੀਜਰ ਦੇ ਵਿੱਚ ਆਪਾਂ ਇਹ ਸਾਰੇ ਆਉਂਦੇ ਆ। ਆਕਟਲ ਡੇਟਾ ਟਾਈਪ ਆ। ਠੀਕ ਆ। ਆਕਟਲ ਡੇਟਾ ਟਾਈਪ ਜਿਹੜਾ ਹੈ ਹੁੰਦਾ ਸਟਾਰਟ 0 ਤੋਂ, ਜਾਂ ਸਮੌਲ o ਜਾਂ ਕੈਪੀਟਲ O। ਉਹਦੇ ਬਾਅਦ ਜਿਹੜੇ ਨੰਬਰ ਆਪਾਂ ਵਰਤਦੇ ਹਾਂ 8 ਨੰਬਰ ਵਰਤ ਸਕਦੇ ਹਾਂ ਆਪਾਂ। ਠੀਕ ਆ। ਪਹਿਲੇ 8 ਆ। ਹੁਣ ਕੰਪਿਊਟਰ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਨੰਬਰਿੰਗ ਆ, ਆਪਾਂ ਤਾਂ ਨੰਬਰਿੰਗ ਆਪਾਂ ਜਾਂ ਕਾਊਂਟਿੰਗ ਕਰਦੇ ਹਾਂ ਸ਼ੁਰੂ, ਆਪਾਂ 1 ਤੋਂ ਸਟਾਰਟ ਕਰਦੇ। ਜੇ ਆਪਾਂ ਕਹੀਏ ਵੀ 10 ਗਿਣਨੇ ਆ ਤਾਂ 1 ਤੋਂ ਸਟਾਰਟ ਕਰਕੇ ਆਪਾਂ 10 ਤੱਕ ਗਿਣਦੇ ਆ। ਕੰਪਿਊਟਰ ਜਿਹੜੀ ਕਾਊਂਟਿੰਗ ਕਰਦਾ 0 ਤੋਂ ਕਰਦਾ ਹਮੇਸ਼ਾ। 0 1 2 3 4 5 6 7। ਠੀਕ ਆ। ਤਾਂ 0 ਤੋਂ ਸਟਾਰਟ ਕਰਕੇ ਆਪਾਂ 7 ਤੱਕ, 0 ਤੋਂ ਲੈ ਕੇ 7 ਤੱਕ ਆਪਾਂ ਨੰਬਰ ਵਰਤ ਸਕਦੇ ਹਾਂ ਆਕਟਲ ਦੇ ਵਿੱਚ। ਜੇ ਆਪਾਂ 8 ਵਰਤੇ ਜਾਂ 9 ਵਰਤੇ ਤਾਂ ਉਹਨੇ ਐਰਰ ਦੇ ਦੇਣਾ, ਉਹਨੇ ਕਹਿਣਾ ਵੀ ਇਹ ਮੇਰੀ ਸਮਝ ਤੋਂ ਬਾਹਰ ਕੀ ਹੈ ਨਾ ਆਕਟਲ। ਉਹਦੇ ਬਾਅਦ ਤੀਜਾ ਆਪਾਂ ਦੇਖ ਲਈਏ ਹੈਕਸਾਡੈਸੀਮਲ ਡੇਟਾ ਟਾਈਪ। ਇਹ ਵੀ ਸਟਾਰਟ ਹੁੰਦਾ ਹੈ 0 ਤੋਂ, ਜਾਂ ਤਾਂ ਸਮੌਲ x ਜਾਂ ਫਿਰ 0 ਕੈਪੀਟਲ X। ਠੀਕ ਆ। ਤੇ ਇਹਦੀ ਹੈਗੀ ਬੇਸ 16, ਮਤਲਬ ਵੀ 16 ਜਿਹੜੇ ਆ ਅੱਖਰ ਤੇ ਨੰਬਰ ਆਪਾਂ ਟੋਟਲ ਵਰਤਨੇ ਆ ਇਹਦੇ ਵਿੱਚ। ਉਹ ਕਿਹੜੇ ਹੋ ਗਏ? ਇੱਕ ਤਾਂ ਹੋ ਗਏ ਨੰਬਰ, ਪਹਿਲਾਂ 0 ਤੋਂ ਲੈ ਕੇ 9 ਤੱਕ ਨੰਬਰ ਸਾਰੇ ਵਰਤ ਸਕਦੇ ਆ ਆਪਾਂ। ਠੀਕ ਆ। ਉਹਦੇ ਬਾਅਦ ਅੱਖਰ ਜਿਹੜੇ ਹੋ ਗਏ, ਜੇ ਆਪਾਂ G ਵਰਤੀਏ ਤਾਂ 에ਰਰ ਆ, H ਵਰਤੀਏ ਤਾਂ 에ਰਰ ਆ। ਠੀਕ ਆ। A ਤੋਂ F ਆਪਾਂ ਵਰਤ ਸਕਦੇ ਹਾਂ, ਚਾਹੇ ਉਹ ਸਮੌਲ ਹੋਵੇ, A ਤੋਂ F, ਚਾਹੇ ਉਹ ਕੈਪੀਟਲ ਹੋਵੇ। ਠੀਕ ਆ। ਹੁਣ ਇਹ ਆਪਾਂ ਦੇਖ ਲਈਏ ਇੱਕ ਵਾਰ ਆਪਣੇ ਆਈਡਲ ਦੇ ਵਿੱਚ, ਹੈ ਨਾ। ਉਰੇ ਆਪਾਂ ਦੇਖਦੇ ਹਾਂ, ਪਹਿਲਾਂ ਆਪਾਂ ਦੇਖਦੇ ਹਾਂ ਬਾਈਨਰੀ। ਠੀਕ ਆ। ਤਾਂ ਬਾਈਨਰੀ ਆਪਾਂ ਸ਼ੁਰੂ ਕਰਾਂਗੇ 0 ਤੋਂ, ਜਾਂ ਸਮੌਲ b ਜਾਂ ਕੈਪੀਟਲ B, 0 1 0 1 0 1। ਠੀਕ ਆ। ਐਂਟਰ। ਹੁਣ ਆ ਵੀ ਉਰੇ ਬਹੁਤ ਜ਼ਰੂਰੀ ਆ, ਜਦ ਆਪਾਂ ਬਾਈਨਰੀ ਜਾਂ ਆਕਟਲ ਜਾਂ ਹੈਕਸਾਡੈਸੀਮਲ ਟਾਈਪ ਲਿਖਦੇ ਹਾਂ ਤਾਂ ਪਾਈਥਨ ਨੇ ਆਟੋਮੈਟਿਕਲੀ ਉਹਨੂੰ ਇੰਟੀਜਰ ਦੇ ਵਿੱਚ ਕਨਵਰਟ ਕਰ ਦੇਣਾ। ਠੀਕ ਆ। ਹੁਣ ਆਹ ਜਿਹੜੀ ਆਪਾਂ ਬਾਈਨਰੀ ਡੇਟਾ ਟਾਈਪ ਉਰੇ ਲਿਖੀ ਆ, ਇਹਦੀ ਇੰਟੀਜਰ ਵੈਲਿਊ 42 ਆ। ਠੀਕ ਆ ਨਾ। ਤਾਂ ਪਾਈਥਨ ਨੇ ਆਪੇ ਕਨਵਰਟ ਕਰ ਦੇਣਾ ਉਹਨੂੰ। ਠੀਕ ਆ। ਉਹਦੇ ਬਾਅਦ ਮੈਂ ਫਿਰ ਆਹੀ ਕਰਾਂ ਬਾਈਨਰੀ ਡੇਟਾ ਟਾਈਪ 0 ਤੋਂ ਸਟਾਰਟ ਹੋਇਆ, ਕੈਪੀਟਲ B ਕਰਾਂ ਇਤਕੀ, ਹੈ ਨਾ। 0 1 1 1 0 ਕੁਝ ਵੀ ਲਿਖਾ ਰਹੇ, ਚਾਹੇ ਜਿੰਨੇ ਮਰਜ਼ੀ ਲਿਖੀ ਜਾਵਾਂ। ਐਂਟਰ। ਤਾਂ ਆਹ ਵੈਲੂ ਆ ਗਈ। ਆਹ ਜਿਹੜੀ ਵੈਲੂ ਆ ਬਾਈਨਰੀ ਦੀ ਇੰਟੀਜਰ ਡੇਟਾ ਟਾਈਪ ਵੈਲੂ ਆ। ਠੀਕ ਆ।
माने पाइथन ने इनू कन्वर्ट किया बाइनरी डेटा टाइप तो इंटीजर दे विच, ठीक है। उसके बाद मैं फिर आही करदा 0b, हुण मैं 0 1 दे नाल एक 2 या 3 यूज़ किया, ठीक है। एरर आ गया, ठीक है। पाइथन कहना कि नहीं तू ना 2 पढ़ सकदा ना 3, तो 0 वरतनी या फिर 1 वरतना, ठीक है। हुण आपां देखिए ऑक्टल डेटा टाइप 0 तो स्टार्ट होया, स्मॉल ओ या कैपिटल ओ, उसके बाद 1 2 3 4 5 6। हुण जे आपां एंटर दबना तो ऑक्टल वैल्यू जिहड़ी पाइथन ने कन्वर्ट कर देनी इंटीजर दे विच, ठीक है। तो आ जिहड़ी ऑक्टल वैल्यू ਇਹਦੀ इंटीजर वैल्यू आह है 42798, ठीक है। ਆਪਾਂ ਦੁਬਾਰਾ ਫਿਰ ਕਰੀਏ ऑक्टल 0 ओ, ਐਤਕੀ ਆਪਾਂ ਵਰਤਦੇ ਹਾਂ 0 1 8 ਵਰਤ ਕੇ ਦੇਖ ਲਈਏ, 9 ਵਰਤ ਕੇ ਦੇਖ ਲਈਏ ਕੀ ਹੁੰਦਾ ਹੈ ਨਾ, ਠੀਕ ਹੈ। ਔਰ ਹੁਣ ਜੇ ਆਪਾਂ ਐਂਟਰ ਦੱਬੀਏ ਤਾਂ ਇਹਨੇ ਐਰਰ ਦੇ ਦੇਣਾ, ਇਹਨੇ ਕਹਿਣਾ ਨਹੀਂ 8 ਆਪਾਂ ਯੂਜ਼ ਨਹੀਂ ਕਰ ਸਕਦੇ ऑक्टल ਦੇ ਵਿੱਚ, ਠੀਕ ਹੈ ਨਾ। ਕੱਲੇ 0 ਤੋਂ ਲੈ ਕੇ 7 ਨੰਬਰ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਦੇਖ ਲਈਏ ਹੈਕਸਾਡੈਸੀਮਲ 0 या तो स्मॉल एक्स या कैपिटल एक्स, ठीक है। 2 3 4 5 ਹੁਣ ਜਿਹੜੇ ਆਪਾਂ ਅੱਖਰ ਵਰਤਨੇ ਆ A ਤੋਂ ਲੈ ਕੇ F ਤੱਕ ਵਰਤ ਸਕਦੇ ਆ, ਠੀਕ ਆ। ਆਪਾਂ ਉਹਦੇ ਵਰਤ ਸਕਦੇ ਆ BEE, ਠੀਕ ਆ। ਜਾਂ ਐਂਟਰ ਦਬਣਾ ਤਾਂ ਆ ਜਿਹੜੇ ਹੈਕਸਾਡੈਸੀਮਲ ਇਹਨੇ ਕਨਵਰਟ ਹੋਇਆ ਨਾ ਇੰਟੀਜਰ ਦੇ ਵਿੱਚ, ਠੀਕ ਆ। ਇੰਟੀਜਰ ਵੈਲੂ ਆ ਗਈ ਇਹਦੀ। ਮੈਂ ਦੁਬਾਰਾ ਫਿਰ ਕਰਾਂ 0 x 1 2 3 4 5, ਹੁਣ ਉਹਦੇ ਮੈਂ DEF ਵਰਤਾਂ, ਠੀਕ ਆ ਨਾ। ਤਾਂ ਆਹ ਆ ਗਈ ਡੈਸੀਮਲ ਵੈਲੂ। ਦੁਬਾਰਾ ਫਿਰ ਕਰੀਏ, ਹੁਣ ਮੈਂ ਦੁਬਾਰਾ ਆਪਾਂ ਨੇ ਜਿਵੇਂ ਉਹਦੇ ਆਲਟ ਪੀ ਕਰਾਂ ਹੈ ਨਾ, ਆਲਟ ਪੀ ਨਾਲ ਕੀ ਹੁੰਦਾ ਕਿ ਜਿਹੜਾ ਪ੍ਰੀਵੀਅਸ ਆਪਾਂ ਨੇ ਕੋਡ ਲਿਖਿਆ, ਕੋਈ ਵੀ ਕਮਾਂਡ ਲਿਖਿਆ, ਉਹ ਆਪਾਂ ਐਕਸੈਸ ਕਰ ਸਕਦੇ ਹਾਂ। ਜਿਵੇਂ ਉਹਦੇ ਹੁਣ ਆਲਟ ਪੀ ਦੱਬ ਰਿਹਾ ਆ ਗਿਆ, ਠੀਕ ਆ। ਇਹਦੇ ਵਿੱਚ ਹੁਣ ਆਪਾਂ ਇਹਦੇ 'ਚ ਆਪਾਂ ਕਰੀਏ FGH ਤਾਂ ਇਹਨੇ 에ਰਰ ਦੇ ਦੇਣਾ, ਇਹਨੇ ਕਹਿਣਾ ਨਹੀਂ ਆਪਾਂ ਵਰਤ ਨਹੀਂ ਸਕਦੇ ਹੈ ਨਾ। G ਨਹੀਂ ਵਰਤ ਸਕਦੇ, H ਨਹੀਂ ਵਰਤ ਸਕਦੇ, ਆਪਾਂ F ਵਰਤ ਸਕਦੇ ਹਾਂ, A ਵਰਤ ਸਕਦੇ ਹਾਂ, A ਤੋਂ F ਤੱਕ ਵਰਤ ਸਕਦੇ ਹਾਂ, ਠੀਕ ਆ। ਤਾਂ ਇਹ ਤਾਂ ਹੋ ਗਿਆ ਆਪਣੇ डेटा टाइप्स इंटीजर दे। हुण ਇਹ ਜਿਹੜੇ डेटा टाइप है जिवें बाइनरी हो गए, ऑक्टल हो गए, हैक्साडेसिमल हो गए, इंटीजर हो गए, ਇਹ ਆਪਾਂ ਇੱਕ ਦੂਏ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਠੀਕ ਆ। ਉਹਦੇ ਲਈ ਪਾਈਥਨ ਨੇ ਆਪਾਂ ਨੂੰ ਫੰਕਸ਼ਨ ਦਿੱਤੇ ਹੋਏ ਆ। ਇੱਕ ਫੰਕਸ਼ਨ ਤਾਂ ਹੋ ਗਿਆ ਬਾਈਨ, ਇੱਕ ਹੋ ਗਿਆ ऑक्ट, ਇੱਕ ਹੋ ਗਿਆ ਹੈਕਸ, ਠੀਕ ਆ, ਇੱਕ ਹੋ ਗਿਆ इंट, ठीक है। ਇਹ फंक्शन पाइथन ने ਆਪਾਂ ਨੂੰ ਦਿੱਤੇ ਹੋਏ ਆ, ਆਪਾਂ ਇਹ ਵਰਤ ਕੇ ਇੱਕ ਡੇਟਾ ਟਾਈਪ ਤੋਂ ਦੂਜੇ ਡੇਟਾ ਟਾਈਪ ਵਿੱਚ ਆਪਾਂ ਕਨਵਰਟ ਕਰ ਸਕਦੇ ਹਾਂ, ਠੀਕ ਆ। ਹੁਣ ਇੱਕ ਕੁਐਸਚਨ ਆਉਂਦਾ ਕਿ ਭਾਈ ਫੰਕਸ਼ਨ ਕੀ ਆ। ਮੈਂ ਕਹਿ ਤਾਂ ਦਿੱਤਾ ਕਿ ਆ ਫੰਕਸ਼ਨ ਆਪਾਂ ਨੂੰ ਪਾਈਥਨ ਨੇ ਦਿੱਤੇ, ਫੰਕਸ਼ਨ ਹੈ ਕੀ, ਠੀਕ ਆ। ਆਹ ਯਾਦ ਰੱਖੋ, ਜਿਹੜੀ ਚੀਜ਼ ਆਪਾਂ ਹਰ ਟਾਈਮ ਵਰਤਦੇ ਹਾਂ ਨਾ ਪਾਈਥਨ ਦੇ ਵਿੱਚ, ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਆ ਪਾਈਥਨ ਦੀ, ਜਿਹੜੀ ਚੀਜ਼ ਆਪਾਂ ਹਰ ਟਾਈਮ ਵਰਤਦੇ ਹਾਂ ਪਾਈਥਨ ਦੇ ਵਿੱਚ, ਉਹ ਚੀਜ਼ ਦੇ ਕੋਡ ਪਾਈਥਨ ਨੇ ਆਪਾਂ ਨੂੰ ਆਪ ਤਿਆਰ ਕਰਕੇ ਇੱਕ ਫੰਕਸ਼ਨ ਦੇ ਵਿੱਚ ਪਾ ਕੇ ਆਪਾਂ ਨੂੰ ਦੇਤਾ ਕਿ ਆ ਲੈ ਇਹਨੂੰ ਵਰਤ ਲਾ, ਠੀਕ ਆ। ਜਿਕਣਾ ਜੇ ਮੈਂ ਉਰੇ ਆਵਾਂ, ਜੇ ਆਪਾਂ ਦੇਖੀਏ ਪ੍ਰਿੰਟ, ਇੱਕ ਪ੍ਰਿੰਟ ਫੰਕਸ਼ਨ ਆ ਹੈ ਨਾ। ਪ੍ਰਿੰਟ ਆਪਾਂ ਟਾਈਪ ਕਰਕੇ ਇਹਦੇ ਵਿੱਚ ਕੋਈ ਵੀ ਨੰਬਰ ਜਾਂ ਅੱਖਰ ਕੁਝ ਵੀ ਆਪਾਂ ਲਿਖੀਏ ਤੇ ਆਪਾਂ ਉਹਨੂੰ ਇੱਦਾਂ ਐਂਟਰ ਦੱਬੀਏ ਤਾਂ ਉਹ ਆ ਸਕਰੀਨ ਤੇ ਪ੍ਰਿੰਟ ਹੁੰਦੀ ਉਹਦੀ ਵੈਲਿਊ, ਆ ਜਿਹੜੀ ਵੈਲਿਊ ਪ੍ਰਿੰਟ ਹੋ ਗਈ ਨਾ। ਹੁਣ ਜਿਹੜਾ ਪ੍ਰਿੰਟ ਫੰਕਸ਼ਨ ਆ, ਠੀਕ ਹੈ ਨਾ, ਇਹ ਫੰਕਸ਼ਨ ਦੇ ਪਿੱਛੇ ਘੱਟੋ ਘੱਟ 10-15 ਲਾਈਨਾਂ ਦੀਆਂ ਕੋਡ ਆ, ਠੀਕ ਹੈ ਨਾ। ਇਹਦੇ ਮਗਰ ਕੋਡ ਹੈਗਾ ਖਾਸਾ। ਉਹ ਕੋਡ ਹੁਣ ਜਦ ਵੀ ਆਪਾਂ ਹੁਣ ਸਮਝ ਲਓ ਜੇ ਆਪਾਂ ਨੇ 10 ਵਾਰ ਪ੍ਰਿੰਟ ਆਪਾਂ ਨੇ ਵਰਤਣਾ, ਹੁਣ ਜੇ ਆਪਾਂ ਨੂੰ ਪ੍ਰਿੰਟ ਆਪ ਲਿਖਣਾ ਪਵੇ ਉਹਦਾ ਕੋਡ, ਤਾਂ ਫੋਰ ਐਗਜ਼ਾਮਪਲ ਮੰਨੋ ਕਿ 10 ਲਾਈਨਾਂ ਹੈ ਨਾ, ਪ੍ਰਿੰਟ ਕਰਨ ਦੇ ਜਿਹੜਾ ਕੋਡ ਆ ਉਹਦੀਆਂ 10 ਲਾਈਨਾਂ ਕੋਡਿੰਗ ਦੀਆਂ। ਹੁਣ ਜੇ ਆਪਾਂ 10 ਵਾਰ ਪ੍ਰਿੰਟ ਵਰਤਣਾ ਤਾਂ ਜਿੰਨੀ ਵਾਰ ਪ੍ਰਿੰਟ ਵਰਤਾਂਗੇ ਆਪਾਂ ਨੂੰ ਪਹਿਲਾਂ 10 ਲਾਈਨ ਦਾ ਕੋਡ ਲਿਖਣਾ ਪੈਣਾ। ਜੇ 10 ਵਾਰ ਵਰਤਾਂਗੇ ਤਾਂ 100 ਲਾਈਨ ਦਾ ਕੋਡ ਹੋ ਗਿਆ ਹੈ ਨਾ। ਤਾਂ ਉਹਦੇ 'ਚ ਟਾਈਮ ਆਪਣਾ ਕਿੰਨਾ ਵਰਤ ਹੋਏਗਾ। ਤੇ ਪ੍ਰਿੰਟ ਜਿਹੜਾ ਇੱਕ ਇਹੋ ਜਿਹਾ ਫੰਕਸ਼ਨ ਜੇ ਆਪਾਂ ਹਰ ਟਾਈਮ ਵਰਤੇ, ਹਰ ਟਾਈਮ, ਠੀਕ ਹੈ ਨਾ। ਤਾਂ ਟਾਈਮ ਬਚਾਉਣ ਵਾਸਤੇ ਪਾਈਥਨ ਨੇ ਕੀ ਕੀਤਾ ਕਿ ਜਿਹੜੇ ਫੰਕਸ਼ਨ ਜਿਹੜੀ ਚੀਜ਼ਾਂ ਆਪਾਂ ਹਰ ਟਾਈਮ ਵਰਤਦੇ ਹਾਂ ਨਾ, ਉਹਦਾ ਕੋਡ ਇਕੱਠਾ ਕਰਕੇ, ਪਹਿਲਾਂ ਤਾਂ ਉਹਨੇ ਕੋਡ ਲਿਖਿਆ, ਕੋਡ ਇਕੱਠਾ ਕਰਕੇ ਇੱਕ ਫੰਕਸ਼ਨ ਦੇ ਵਿੱਚ ਪਾ ਕੇ ਆਪਾਂ ਨੂੰ ਦੇਤਾ ਕਿ ਆ ਲੈ ਚੱਕ ਇਹ ਵਰਤ ਲਾ, ਠੀਕ ਆ। ਤਾਂ ਕਿ ਆਪਾਂ ਨੂੰ ਉਹਦੀ ਕੋਡਿੰਗ ਦੁਬਾਰਾ ਨਾ ਲਿਖਣੀ ਪਵੇ, ਠੀਕ ਆ ਨਾ। ਹੁਣ ਮੈਂ ਪ੍ਰਿੰਟ ਵਰਤਿਆ, ਮੈਂ ਇਕੱਲਾ ਪ੍ਰਿੰਟ ਦੱਬ ਕੇ ਐਂਟਰ ਦੱਬਦਾ, ਪ੍ਰਿੰਟ ਦੀ ਵੈਲਿਊ ਆ ਗਈ, ਠੀਕ ਆ। ਉਵੇਂ ਹੋਰ ਜਿਹੜੇ ਫੰਕਸ਼ਨ ਆ, ਜਿਵੇਂ ਮੈਂ ਉਹਦੇ ਦੱਸਿਆ ਕਿ ਹੈਕਸ ਫੰਕਸ਼ਨ ਆ, ਬਾਈਨ ਫੰਕਸ਼ਨ ਆ, ऑक्ट ਫੰਕਸ਼ਨ ਆ, इंट ਫੰਕਸ਼ਨ ਆ, ਇਹ ਸਾਰੇ ਜਿਹੜੇ ਫੰਕਸ਼ਨ ਆਪਾਂ ਹਰ ਟਾਈਮ ਵਰਤਦੇ ਰਹਿੰਦੇ ਆ। ਤਾਂ ਹੀ ਇਹਨਾਂ ਦੀ ਜਿਹੜੀ ਕੋਡਿੰਗ ਆ, ਜਿਹੜਾ ਕੋਡ ਪਿੱਛੇ ਗਿਆ ਇਹ ਫੰਕਸ਼ਨ ਕੰਮ ਕਰਨ ਦੇ, ਉਹ ਸਾਰਾ ਕੋਡ ਪਾਈਥਨ ਨੇ ਲਿਖ ਕੇ ਨਾ ਉਹਨੂੰ ਫੰਕਸ਼ਨ ਦੇ ਵਿੱਚ ਪਾ ਕੇ ਆਪਾਂ ਨੂੰ ਦੇਤਾ ਕਿ ਇਹਨੂੰ ਵਰਤ ਲਓ, ਠੀਕ ਆ। ਇਹਦਾ ਇੱਕ ਦੂਆ ਤਰੀਕਾ ਸਮਝਣ ਦਾ ਐਵੇਂ ਆ ਕਿ ਜਿੱਕਣਾ ਹੁਣ
ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਪਤਾ ਕਿ ਜਿਹੜੇ ਭਾਈ ਕੰਮ ਕਰਦੇ 10 ਘੰਟੇ 12 ਘੰਟੇ ਕੰਮ ਤੇ ਜਾਂਦੇ ਆ, ਕੰਮ ਤੋਂ ਵਾਪਸ ਘਰ ਆਉਂਦੇ ਆ ਕੇ ਰੋਟੀ ਬਣਾਉਣੀ ਪੈਂਦੀ ਆ, ਹੈ ਨਾ। ਪੂਰੀ ਰੋਟੀ ਉਹਨਾਂ ਨੂੰ ਆਪ ਤਿਆਰ ਕਰਨੀ ਪੈਂਦੀ, ਸਬਜ਼ੀ ਰੋਟੀ ਜੋ ਵੀ ਆ, ਠੀਕ ਆ। ਉਹ ਹੋ ਗਿਆ ਕੋਡਿੰਗ ਸਕਰੈਚ ਤੋਂ ਕਰਨੀ, ਪੂਰੀ ਕੋਡਿੰਗ ਆਪ ਕਰਨੀ। ਇੱਕ ਹੋ ਗਿਆ ਤੁਸੀਂ ਕੰਮ ਤੋਂ ਆਏ, ਮੈਕਡੋਨਲਡ ਗਏ, ਬਰਗਰ ਕਿੰਗ ਗਏ, ਉੱਥੋਂ ਬਰਗਰ ਫੜਿਆ ਖਾ ਲਿਆ, ਠੀਕ ਆ। ਉਹ ਜਿਹੜੀ ਰੋਟੀ ਆ ਉਹ ਬਣੀ ਬਣਾਈ ਤਿਆਰ ਆ, ਉਹਨਾਂ ਨੇ ਆਪਾਂ ਨੂੰ ਦੇਤੀ, ਆਪਾਂ ਨੇ ਚੱਕੀ ਖਾ ਲਈ, ਆਪਣਾ ਟਾਈਮ ਬਚ ਗਿਆ, ਠੀਕ ਆ। ਜਾਂ ਫਿਰ ਇੰਡੀਆ ਦੇਖ ਲਓ, ਆਪਾਂ ਇੰਡੀਆ 'ਚ ਬੈਠੇ ਸੀਗੇ, ਸਵੇਰੇ ਉੱਠਦੇ ਚਾਹ ਆਰਡਰ ਕੀਤੀ, ਚਾਹ ਆ ਗਈ, ਠੀਕ ਆ। ਨਾਸ਼ਤਾ ਆ ਗਿਆ, ਰੋਟੀ ਤਿਆਰ ਹੋ ਕੇ ਆ ਗਈ, ਡਿਨਰ ਵੀ ਤਿਆਰ ਹੋ ਕੇ ਆ ਗਿਆ, ਆਪਾਂ ਨੂੰ ਬਣਾਉਣ ਦੀ ਲੋੜ ਨਹੀਂ ਪੈਂਦੀ, ਠੀਕ ਆ। ਤਾਂ ਉਹ ਜਿਹੜਾ ਡਿਨਰ ਲੰਚ ਬ੍ਰੇਕਫਾਸਟ ਆਪਾਂ ਨੂੰ ਤਿਆਰ ਹੋ ਕੇ ਆਉਂਦਾ, ਉਹ ਫੰਕਸ਼ਨ ਆ, ਠੀਕ ਆ ਨਾ। ਉਹ ਆਪਾਂ ਨੂੰ ਤਿਆਰ ਹੋ ਕੇ ਆਉਂਦਾ, ਆਪਾਂ ਬਸ ਉਹਨੂੰ ਚੱਕ ਕੇ ਖਾਣਾ ਹੈ, ਠੀਕ ਆ ਨਾ। ਤੇ ਜੇ ਆਪਾਂ ਆਪ ਬਣਾਈਏ ਤਾਂ ਉਹ ਕੋਡਿੰਗ ਸ਼ੁਰੂ ਤੋਂ ਸਕਰੈਚ ਤੋਂ ਕਰਨੀ ਆ, ਠੀਕ ਆ ਨਾ। ਪਾਈਥਨ ਦੇ ਵਿੱਚ ਕੋਡਿੰਗ ਬਣੀ ਬਣਾਈ ਪਾਈਥਨ ਨੇ ਆਪਣੇ ਲਈ ਤਿਆਰ ਕਰਕੇ ਫੰਕਸ਼ਨ ਦੇ ਵਿੱਚ ਫਿੱਟ ਕਰਕੇ ਆਪਾਂ ਨੂੰ ਦੇ ਦਿੱਤੀ ਕਿ ਆਹ ਵਰਤ ਲਓ, ਠੀਕ ਆ। ਉਹ ਕਹਿੰਦੇ, ਉਹਨੂੰ ਆਪਾਂ ਕਹਿੰਦੇ ਆ ਫੰਕਸ਼ਨ, ਠੀਕ ਆ। ਤੇ ਫੰਕਸ਼ਨ ਦੀ ਆਹ ਨਿਸ਼ਾਨੀ ਆ ਕਿ ਇੱਕ ਕੋਈ ਵੀ ਨਾਂ ਹੋਏਗਾ ਫੰਕਸ਼ਨ ਦਾ, ਠੀਕ ਆ। ਤੇ ਉਹਦੇ ਬਾਅਦ ਆ ਪੈਰੇਂਥੇਸਿਸ ਹੁੰਦੇ ਆ, ਠੀਕ ਹੈ। ਇਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਇਹ ਫੰਕਸ਼ਨ ਆ, ਠੀਕ ਆ ਨਾ। ਤੇ ਇਹ ਫੰਕਸ਼ਨ ਕੀ ਕਰਦੇ ਆ ਕਿ ਜੇ ਮੈਂ ਬਾਈਨਰੀ ਫੰਕਸ਼ਨ ਵਰਤਾਂ, ਹੈ ਨਾ, ਤਾਂ ਬਾਈਨਰੀ ਫੰਕਸ਼ਨ ਦੇ ਵਿੱਚ ਜੇ ਮੈਂ ਕੋਈ ਵੈਲਿਊ ਪੁੱਟ ਕਰਾਂ ਤਾਂ ਉਹ ਵੈਲਿਊ ਨੂੰ ਉਹਨੇ ਕਨਵਰਟ ਕਰ ਦੇਣਾ ਬਾਈਨਰੀ ਦੇ ਵਿੱਚ, ਠੀਕ ਆ। ਉਵੇਂ ਔਕਟਲ ਆ, ਉਵੇਂ ਹੈਕਸ ਆ, ਐਂਟ ਆ। ਇਹਦਾ ਹੁਣ ਆਪਾਂ ਐਗਜ਼ਾਮਪਲ ਦੇਖ ਲਈਏ ਤਾਂ ਸਮਝ ਥੋੜਾ ਜਿਹਾ ਵਧੀਆ ਆਉਂਦਾ। ਉਰੇ ਜੇ ਹੁਣ ਮੈਂ ਕਹਾਂ ਆ ਬਾਈਨਰੀ ਫੰਕਸ਼ਨ ਆ, ਠੀਕ ਆ। ਬਾਈਨਰੀ ਫੰਕਸ਼ਨ ਦੇ ਵਿੱਚ ਮੈਂ ਹੈਕਸਾਡੈਸਿਮਲ ਟਾਈਪ ਕਰਾਂ, ਠੀਕ ਆ ਨਾ, 0x 1 2 3 DEF ਐਂਟਰ, ਠੀਕ ਆ ਨਾ। ਉਰੇ ਕੀ ਹੋਇਆ ਕਿ ਆਹ ਜਿਹੜੀ ਵੈਲਿਊ ਆ ਇਹ ਹੈਕਸਾਡੈਸਿਮਲ ਵੈਲਿਊ ਆ, ਹੈ ਨਾ। ਤੇ ਇਹਨੂੰ ਮੈਂ ਬਾਈਨਰੀ ਫੰਕਸ਼ਨ ਦੇ ਵਿੱਚ ਪਾਇਆ ਤਾਂ ਬਾਈਨਰੀ ਫੰਕਸ਼ਨ ਨੇ ਉਹਨੂੰ ਕਨਵਰਟ ਕਰਕੇ ਉਹਦੀ ਬਾਈਨਰੀ ਵੈਲਿਊ ਬਣਾਤੀ ਆ, ਠੀਕ ਆ ਨਾ। ਉਵੇਂ ਹੀ ਆਪਾਂ ਹੈਕਸਾ ਵੀ ਕਰ ਸਕਦੇ ਹਾਂ। ਹੈਕਸਾ ਦੇ ਵਿੱਚ ਕੀ ਹੁੰਦਾ, ਹੈਕਸਾ ਨੇ ਜਿਹੜੀ ਵੀ ਵੈਲਿਊ ਆਪਾਂ ਹੈਕਸਾ ਦੇ ਵਿੱਚ ਪਾਉਣੀ ਆ ਉਹਨੇ ਕਨਵਰਟ ਕਰਕੇ ਉਹਨੂੰ ਬਾਈਨਰੀ ਬਣਾ, ਉਹਨੂੰ ਹੈਕਸਾਡੈਸਿਮਲ ਬਣਾ ਦੇਣਾ। ਫੋਰ ਐਗਜ਼ਾਮਪਲ ਜੇ ਮੈਂ ਉਹਦੇ ਬਾਈਨਰੀ ਪਾਵਾਂ 0101, ਠੀਕ ਆ, ਤਾਂ ਬਾਈਨਰੀ ਵੈਲਿਊ ਕਨਵਰਟ ਹੋ ਜਾਣੀ ਹੈਕਸਾ ਵਿੱਚ, ਠੀਕ ਆ। ਆਏ ਦੀ ਹੈਕਸਾ ਵੈਲਿਊ ਆ 0x ਹੈ, ਠੀਕ ਆ। ਇੱਕ ਚੀਜ਼ ਨੋਟ ਕਰੇ ਉਰੇ ਕਿ ਬਾਈਨਰੀ ਫੰਕਸ਼ਨ, ਹੈਕਸਾ ਫੰਕਸ਼ਨ ਤੇ ਔਕਟਾ ਫੰਕਸ਼ਨ, ਠੀਕ ਆ। ਇਹਦੇ ਵਿੱਚ ਜੇ ਮੈਂ ਹੁਣ ਟਾਈਪ ਕਰਾਂ, ਇਹਦੇ ਵਿੱਚ ਹੈਕਸਾਡੈਸਿਮਲ ਵੈਲਿਊ ਇੱਕ ਹੈਕਸਾ ਪਾ ਦੇਵਾਂ 1 2 3, ਇਹਨੂੰ ਕਲੋਜ਼ ਕਰਾਂ ਤਾਂ ਉਹਦੇ ਹੈਕਸਾਡੈਸਿਮਲ ਕਨਵਰਟ ਹੋਇਆ ਨਹੀਂ ਔਕਟਲ ਵੈਲਿਊ ਵਿੱਚ, ਠੀਕ ਆ। ਆ ਜਿਹੜੇ ਤਿੰਨੇ ਫੰਕਸ਼ਨ ਆ, ਬਾਈਨਰੀ ਆ, ਹੈਕਸਾ ਹੈ ਤੇ ਔਕਟਾ ਹੈ, ਜਦ ਇਹ ਵੈਲਿਊ ਕਨਵਰਟ ਕਰਦੇ ਆ ਨਾ ਤਾਂ ਉਹ ਜਿਹੜਾ ਆਊਟਪੁੱਟ ਆ ਉਹ ਸਟ੍ਰਿੰਗ ਵੈਲਿਊ ਵਿੱਚ ਆ। ਨਿਗਾਹ ਰੱਖਿਓ ਉਰੇ ਕਿ ਜਿਹੜੀ ਵੀ ਵੈਲਿਊ ਆਪਾਂ ਸਿੰਗਲ ਕੋਡ ਦੇ ਵਿੱਚ ਟਾਈਪ ਕਰਦੇ ਹਾਂ, ਡਬਲ ਕੋਡ ਦੇ ਵਿੱਚ ਟਾਈਪ ਕਰਦੇ ਹਾਂ, ਉਹਨੂੰ ਆਪਾਂ ਸਟ੍ਰਿੰਗ ਕਹਿੰਦੇ ਆ, ਠੀਕ ਆ। ਤਾਂ ਬਾਈਨਰੀ ਫੰਕਸ਼ਨ, ਹੈਕਸਾ ਫੰਕਸ਼ਨ ਦੇ ਔਕਟਲ ਫੰਕਸ਼ਨ ਦਾ ਜਿਹੜਾ ਆਊਟਪੁੱਟ ਆ, ਜਿਹੜੀ ਕਨਵਰਟਡ ਵੈਲਿਊ ਆਪਾਂ ਨੂੰ ਮਿਲਦੀ ਆ ਉਹ ਸਟ੍ਰਿੰਗ ਫਾਰਮ ਦੇ ਵਿੱਚ ਹੁੰਦੀ ਆ, ਠੀਕ ਆ। ਇਹ ਨੋਟ ਕਰਨਾ ਜ਼ਰੂਰੀ ਆ, ਠੀਕ ਆ। ਤਾਂ ਬਾਈਨਰੀ ਵੈਲਿਊ, ਹੈਕਸਾ ਵੈਲਿਊ, ਔਕਟਾ ਵੈਲਿਊ ਇੱਕ ਵੈਲਿਊ ਨੂੰ ਦੂਏ ਵੈਲਿਊ ਵਿੱਚ ਕਨਵਰਟ ਕਰਦੀ ਆ, ਠੀਕ ਆ। ਇੱਕ ਚੀਜ਼ ਆਪਾਂ ਹੋਰ ਤੁਹਾਨੂੰ ਦਿਖਾਉਂਦਾ ਉਰੇ, ਜਦ ਮੈਂ ਉਰੇ ਇੱਕ ਬਾਈਨਰੀ ਵੈਲਿਊ ਲਿਖੀ 0B 010101, ਹੁਣ ਮੈਂ ਐਂਟਰ ਦੱਬਿਆ ਤਾਂ ਪਾਈਥਨ ਨੇ ਇਹਨੂੰ ਕਨਵਰਟ ਕਰਕੇ ਇੰਟੀਜਰ ਦੇ ਵਿੱਚ ਕਰ ਦੇਣਾ। ਆਈ ਦੀ ਇੰਟੀਜਰ ਵੈਲਿਊ ਆ ਗਈ, ਠੀਕ ਆ ਨਾ। ਹੁਣ ਆਹੀ ਬਾਈਨਰੀ ਵੈਲਿਊ ਜੇ ਮੈਂ ਸਿੰਗਲ ਕੋਟ ਦੇ ਵਿੱਚ ਲਿਖਾਂ, ਸਿੰਗਲ ਕੋਟ 0B 010101, ਠੀਕ ਆ, ਤੇ ਬੰਦ ਕਰਾਂ ਇਹਨੂੰ। ਹੁਣ ਜੇ ਮੈਂ ਐਂਟਰ ਦੱਬਾਂ ਤਾਂ ਉਹ ਵੈਲਿਊ ਉੱਦਾਂ ਦੀ ਉੱਦਾਂ ਪ੍ਰਿੰਟ ਹੋ ਜਾਣੀ, ਉਹ ਕਨਵਰਟ ਨਹੀਂ ਹੁੰਦੀ ਹੈਗੀ, ਠੀਕ ਆ ਨਾ। ਆਹ ਵੈਲਿਊ ਜਿਹੜੀ ਮੈਂ ਸਿੰਗਲ ਕੋਟ ਦੇ ਵਿੱਚ ਲਿਖੀ, ਸਟ੍ਰਿੰਗ ਵੈਲਿਊ ਹੋ ਗਈ, ਇਹ ਕਨਵਰਟ ਇੰਟੀਜਰ ਦੇ ਵਿੱਚ ਨਹੀਂ ਹੋਈ, ਇਹ ਉੱਦਾਂ ਦੀ ਉੱਦਾਂ ਹੀ ਟਾਈਪ ਹੋ ਗਈ, ਹੈ ਨਾ। ਹੁਣ ਜੇ ਆਪਾਂ ਨੂੰ ਇਹੋ ਜਿਹੀ ਕੋਈ ਵੈਲਿਊ ਕਨਵਰਟ ਕਰਨੀ ਹੋਵੇ ਜਿਹੜੀ ਸਟ੍ਰਿੰਗ ਦੇ ਵਿੱਚ ਆ ਤੇ ਆਪਾਂ ਕਰਨੀ ਹੈ ਕਨਵਰਟ ਇੰਟੀਜਰ ਦੇ ਵਿੱਚ, ਹੈ ਨਾ, ਤਾਂ ਉਹਦੇ ਲਈ ਆਪਾਂ ਵਰਤਾਂਗੇ ਇੰਟ ਫੰਕਸ਼ਨ। ਇੰਟ ਫੰਕਸ਼ਨ ਵਰਤਿਆ, ਇਹਦੇ ਵਿੱਚ ਜਿਹੜੀ ਵੀ ਵੈਲਿਊ ਸਟ੍ਰਿੰਗ ਫਾਰਮ ਦੇ ਵਿੱਚ ਉਹ ਆਪਾਂ ਨੇ ਲਿਖਤੀ। ਫੋਰ ਐਗਜ਼ਾਮਪਲ ਬਾਈਨਰੀ ਵੈਲਿਊ ਆਪਣੀ 0101, ਠੀਕ ਆ, ਕੌਮਾ, ਠੀਕ ਆ। ਇਹਦੇ ਬਾਅਦ ਆਪਾਂ ਨੇ ਲਿਖਣਾ ਹੈ 2 ਕਾਹਤੇ ਲਿਖਣਾ ਹੈ, ਆਪਾਂ ਪਾਈਥਨ ਨੂੰ ਦੱਸ ਰਹੇ ਹਾਂ ਕਿ ਆ ਜਿਹੜੀ ਵੈਲਿਊ ਆ ਸਟ੍ਰਿੰਗ ਫਾਰਮ ਦੇ ਵਿੱਚ ਇਹ ਬਾਈਨਰੀ ਵੈਲਿਊ ਆ, ਬਾਈਨਰੀ ਵੈਲਿਊ ਦਾ ਬੇਸ 2 ਆ, ਤਾਂ ਹੀ ਆਪਾਂ ਨੇ 2 ਲਿਖਿਆ। ਹੁਣ ਜੇ ਆਪਾਂ ਐਂਟਰ ਕਰਾਂਗੇ ਤਾਂ ਇਹਦੀ ਇੰਟੀਜਰ ਵੈਲਿਊ ਕਨਵਰਟ ਹੋ ਜਾਣੀ, ਇੰਟੀਜਰ, ਠੀਕ ਆ। ਆ ਦੇਖੋ ਸਟ੍ਰਿੰਗ ਫਾਰਮ ਦੇ ਵਿੱਚ ਜੇ ਇੱਕ ਬਾਈਨਰੀ ਵੈਲਿਊ ਸੀ ਉਹ ਕਨਵਰਟ ਹੋ ਗਈ ਇੰਟੀਜਰ ਦੇ ਵਿੱਚ। ਇੰਟੀਜਰ ਵੈਲਿਊ ਕੀ ਆ 10। ਉਵੇਂ ਜੇ ਮੈਂ ਕਰਾਂ ਇੰਟ ਸਿੰਗਲ ਕੋਡ ਦੇ ਵਿੱਚ ਮੈਂ ਕੋਈ ਹੈਕਸਾਡੈਸਿਮਲ ਵੈਲਿਊ ਪਾਵਾਂ 01 2 3 4 BED ਕੁਝ ਵੀ, ਹੈ ਨਾ, ਤੇ ਕੌਮਾ। ਹੁਣ ਮੈਨੂੰ ਦੱਸਣਾ ਪੈਣਾ ਪਾਈਥਨ ਨੂੰ ਕਿ ਇਹ ਜਿਹੜੀ ਹੈਕਸਾਡੈਸਿਮਲ ਵੈਲਿਊ ਆ, ਹੈਕਸਾਡੈਸਿਮਲ ਵੈਲਿਊ ਦਾ ਜਿਹੜਾ ਬੇਸ ਸੀਗਾ ਉਹ ਸੀਗਾ 16, ਇਹ ਦੱਸਣਾ ਪੈਣਾ ਜ਼ਰੂਰੀ, ਠੀਕ ਆ। ਆ ਇਹਦੀ ਇੰਟੀਜਰ ਵੈਲਿਊ ਆ ਗਈ, ਠੀਕ ਆ। ਉੱਦਾਂ ਹੀ ਜੇ ਮੈਂ ਹੁਣ ਕਰਾਂ ਔਕਟਲ ਦੀ ਵੈਲਿਊ
0 O 1 2 3 4 ਉਰੇ ਹੁਣ ਬੇਸ ਇਹਦਾ ਕੀ ਆ ਆਕਟਲ ਦਾ 8 ਠੀਕ ਆ ਅੱਜ ਦੀ ਇੰਟੀਜਰ ਵੈਲਿਊ ਆ ਗਈ ਠੀਕ ਆ ਇੱਕ ਹੋਰ ਫਾਰਮੈਟ ਆ ਉਹ ਮੈਂ ਲਿਖ ਦਵਾਂ ਉਰੇ ਫਾਰਮੈਟ ਜਿਹੜਾ ਫਾਰਮੈਟ ਵੀ ਇੱਕ ਫੰਕਸ਼ਨ ਆ ਫਾਰਮੈਟ ਵੀ ਇੱਕ ਵੈਲਿਊ ਨੂੰ ਦੂਜੀ ਵੈਲਿਊ 'ਚ ਕਨਵਰਟ ਕਰਦਾ ਠੀਕ ਆ ਇਹਦੇ ਵਿੱਚ ਆਪਾਂ ਜੋ ਕੋਈ ਵੀ ਜਿਹੜੀ ਵੈਲਿਊ ਆ ਬਾਈਨਰੀ ਜਾਂ ਹੈਕਸਾਡੈਸੀਮਲ ਜਾਂ ਆਕਟਲ ਵੈਲਿਊ ਠੀਕ ਆ ਉਹ ਟਾਈਪ ਕਰਾਂਗੇ ਤੇ ਜਿਹੜੀ ਵੈਲਿਊ 'ਚ ਆਪਾਂ ਨੇ ਕਨਵਰਟ ਕਰਨਾ ਠੀਕ ਆ ਉਹ ਆਪਾਂ ਨੇ ਉਰੇ ਟਾਈਪ ਕਰਨਾ ਉਹ ਆਪਾਂ ਨੇ ਉਰੇ ਸਿੰਗਲ ਕੋਡ ਦੇ ਵਿੱਚ ਵੈਲਿਊ ਟਾਈਪ ਕਰਨੀ ਹੈ ਫॉर एग्जांपल ਜੇ ਬਾਈਨਰੀ ਵੈਲਿਊ ਆ ਮੈਂ ਕਨਵਰਟ ਕਰਨੀ ਹੈ ਹੈਕਸਾ ਦੇ ਵਿੱਚ ਠੀਕ ਆ ਤਾਂ ਮੈਂ H ਪਾਉਂਗਾ ਜੇ ਮੈਂ ਕਨਵਰਟ ਕਰਨਾ ਬਾਈਨਰੀ ਤਾਂ ਮੈਂ B ਪਾਉਂਗਾ ਠੀਕ ਆ ਇਦਾਂ ਆਹ ਇਹਦਾ ਫਾਰਮੈਟ ਆ ਇਹ ਵੀ ਆਪਾਂ ਦੇਖ ਲਈਏ ਇੱਕ ਵਾਰ ਆਈਡਲ ਨੂੰ ਮੈਂ ਇੱਕ ਵਾਰ ਬੰਦ ਕਰਕੇ ਫਿਰ ਖੋਲਦਾ ਮੈਕਸਿਮਾਈਜ਼ ਓਕੇ ਫਾਰਮੈਟ ਫੰਕਸ਼ਨ ਠੀਕ ਆ ਫਾਰਮੈਟ ਫੰਕਸ਼ਨ ਹੈ ਇੱਕ ਇਹਦੇ ਵਿੱਚ ਜੇ ਮੈਂ ਕਹਾਂ ਕਿ ਆਪਣੇ ਕੋਲ ਬਾਈਨਰੀ ਵੈਲਿਊ ਆ 010101 ਠੀਕ ਆ ਇਹਨੂੰ ਮੈਂ ਕਨਵਰਟ ਕਰਨਾ ਹੈ ਹੈਕਸਾਡੈਸੀਮਲ ਦੇ ਵਿੱਚ ਠੀਕ ਆ ਤਾਂ ਮੈਂ ਉਰੇ ਸਿੰਗਲ ਕੋਟ ਸੌਰੀ x ਇੱਦਾਂ ਠੀਕ ਆ ਤਾਂ ਆ ਜਿਹੜੀ ਵੈਲਿਊ ਆ ਬਾਈਨਰੀ ਕਨਵਰਟ ਹੋ ਗਈ ਹੈਕਸਾਡੈਸੀਮਲ 'ਚ ਠੀਕ ਆ ਉਰੇ ਇੱਕ ਚੀਜ਼ ਦੀ ਨਿਗਾਹ ਰੱਖੋ ਇੱਕ ਆ ਜਿਹੜੀ ਹੈਕਸਾਡੈਸੀਮਲ ਵੈਲਿਊ ਆ ਇਹਦਾ ਆਊਟਪੁੱਟ ਇੱਕ ਤਾਂ ਸਟ੍ਰਿੰਗ ਆ ਠੀਕ ਆ ਇਹ ਪਤਾ ਹੋਣਾ ਜ਼ਰੂਰੀ ਆ ਦੂਜਾ ਆਪਾਂ ਦੇਖਿਆ ਕਿ ਹੈਕਸਾਡੈਸੀਮਲ ਵੈਲਿਊ ਬਾਈਨਰੀ ਵੈਲਿਊ ਆਕਟਲ ਵੈਲਿਊ ਜਿਹੜੀ ਸਟਾਰਟ ਹੁੰਦੀ ਹੈ 0 ਤੋਂ ਫਿਰ ਉਹਦੇ ਬਾਅਦ ਜਾਂ x ਆਉਂਦਾ ਜਾਂ b ਆਉਂਦਾ ਜਾਂ o ਆਉਂਦਾ ਹੈ ਨਾ ਪਰ ਉਰੇ ਉਹ ਵੈਲਿਊ ਨਹੀਂ ਆਈ ਹੈਗੀ ਪਰ ਫਿਰ ਵੀ ਇਹ ਵੈਲਿਊ ਜਿਹੜੀ ਆ ਹੈਕਸਾਡੈਸੀਮਲ ਵੈਲਿਊ ਆ ਠੀਕ ਆ ਜੇ ਆਪਾਂ ਨੇ ਉਸ ਫਾਰਮੈਟ ਦੇ ਵਿੱਚ ਟਾਈਪ ਕਰਨਾ ਹੈ ਤਾਂ ਉਹ ਆਪਾਂ ਇਦਾਂ ਕਰਨਾ ਹੈ ਤਾਂ ਫਾਰਮੈਟ ਦੇ ਦੋ ਟਾਈਪ ਆ ਉਹ ਤਾਂ ਹੋ ਗਿਆ 0b 010101 ਕੌਮਾ ਠੀਕ ਆ ਆਪਾਂ ਨੇ ਉਸ ਸਿੰਟੈਕਸ ਦੇ ਵਿੱਚ ਆਪਾਂ ਆਊਟਪੁੱਟ ਲੈਣਾ ਤਾਂ ਆਪਾਂ ਕੀ ਕਰਨਾ ਉਰੇ ਸਿੰਗਲ ਕੋਟ ਹੈਸ਼ ਠੀਕ ਆ ਫਿਰ x ਠੀਕ ਆ ਹੁਣ ਦੇਖੋ ਜਿਹੜੀ ਆਹ ਵੈਲਿਊ ਆਈ ਆ ਹੈਕਸਾਡੈਸੀਮਲ ਦੀ ਇਹ ਸਟਾਰਟ ਹੋਈ ਹੈ 0 ਤੋਂ ਫਿਰ ਆਇਆ x ਫਿਰ ਆਇਆ 2 ਫਿਰ ਆਇਆ a ਠੀਕ ਆ ਉਦਾਂ ਹੀ ਆਪਾਂ ਕਰ ਸਕਦੇ ਹਾਂ ਫਾਰਮੈਟ ਆਫ ਜੇ ਉਰੇ ਹੈਗੀ ਵੈਲਿਊ ਉਹ ਆਕਟਲ ਵੈਲਿਊ ਆ ਠੀਕ ਆ 1 2 3 4 ਇਹਨੂੰ ਆਪਾਂ ਕਨਵਰਟ ਕਰਨਾ ਬਾਈਨਰੀ ਦੇ ਵਿੱਚ ਠੀਕ ਆ ਹੈਸ਼ b ਇਹਨੂੰ ਕਰਦੇ ਹਾਂ ਕਲੋਜ਼ ਠੀਕ ਆ ਤਾਂ ਆਹ ਕਨਵਰਟ ਹੋ ਗਈ ਬਾਈਨਰੀ ਵਿੱਚ ਇੱਦਾਂ ਆਪਾਂ ਕਨਵਰਟ ਕਰ ਸਕਦੇ ਹਾਂ ਆਕਟਲ ਦੇ ਵਿੱਚ ਵੀ ਠੀਕ ਆ ਤਾਂ ਇਹ ਤਾਂ ਹੋ ਗਿਆ ਇੰਟੀਜਰ ਡੇਟਾ ਟਾਈਪ ਠੀਕ ਆ ਨਾ ਉਹ ਤੋਂ ਬਾਅਦ ਆਪਾਂ ਦੇਖਦੇ ਹਾਂ ਫਲੋਟ ਡੇਟਾ ਟਾਈਪ ਠੀਕ ਆ ਜਿਹੜੀ ਵੀ ਵੈਲਿਊ ਦੇ ਵਿੱਚ ਆਪਾਂ ਪੁਆਇੰਟ ਯੂਜ਼ ਕਰਦੇ ਹਾਂ ਉਹ ਸਾਰੀਆਂ ਫਲੋਟ ਡੇਟਾ ਟਾਈਪ ਹੋ ਗਈਆਂ ਜਿਵੇਂ ਆਪਾਂ ਦੇਖਣਾ ਕਾਊਂਟ ਕਰਨਾ ਕਿ ਟੈਂਪਰੇਚਰ ਕਿਸੇ ਦਾ ਹੈ ਨਾ 98.3 ਉਹ ਫਲੋਟ 'ਚ ਆਪਾਂ ਸੇਵ ਕਰਨਾ ਠੀਕ ਆ ਜਿਵੇਂ ਰੁਪਏ ਹੋ ਗਏ 100 ਰੁਪਏ 50 ਪੈਸੇ ਜਾਂ 100 ਰੁਪਏ ਜੋ ਵੀ ਆ ਜਿਸ ਤੇ ਪੁਆਇੰਟ ਆ ਗਿਆ ਉਹ ਸਾਰੇ ਆਪਾਂ ਨੇ ਫਲੋਟ ਵਿੱਚ ਵਰਤਣੇ ਆ ਠੀਕ ਆ ਤਾਂ ਫਲੋਟ ਦੇ ਵਿੱਚ ਆਪਾਂ ਵੈਲਿਊ ਵਰਤ ਸਕਦੇ ਜਿਵੇਂ 2.3 ਹੋ ਗਈ 4.5 ਹੋ ਗਏ ਇਹ ਜੀ ਵੈਲਿਊ ਸਾਰੀ ਫਲੋਟ ਦੇ ਵਿੱਚ ਆਉਂਦੀਆਂ ਠੀਕ ਆ ਜੇ ਕੋਈ ਬੜੀ ਵੈਲਿਊ ਆ ਬਹੁਤ ਜ਼ਿਆਦਾ ਤਾਂ ਉਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ 2.3 ਠੀਕ ਆ e to the power 4 ਠੀਕ ਆ ਤਾਂ ਆਹ ਵੈਲਿਊ ਜਿਹੜੀ ਆ ਕਨਵਰਟ ਹੋ ਜਾਂਦੀ ਹੈ 2.3 e ਦੀ ਜਗ੍ਹਾ ਜਿਹੜਾ ਆਇਆ ਨਾ 10 ਓਕੇ ਜਿਹੜੀ ਆ 2.3 e ਜਿਹੜਾ 4 ਆ e ਤੇ ਬਾਅਦ ਇਹ e to the power 4 ਆ ਤਾਂ ਇਹ ਇੱਦਾਂ ਕਨਵਰਟ ਹੋ ਜਾਂਦੀ 2.3 ਮਲਟੀਪਲਾਈ ਠੀਕ ਆ ਉਹਦੇ ਬਾਅਦ 10 ਦਾ ਪਾਵਰ 4 ਇਹ ਇੱਦਾਂ ਹੁੰਦੀ ਕਨਵਰਟ ਠੀਕ ਆ ਇਹ ਆਪਾਂ ਦੇਖ ਲੈਂਦੇ ਆ ਉਰੇ ਐਗਜ਼ਾਮਪਲ 'ਚ ਜੇ ਆਪਾਂ ਦੇਖਾਂਗੇ ਤਾਂ ਸਮਝ ਆਉਣਾ ਵੀ ਇਹ ਕੀ ਹੋ ਰਿਹਾ ਉਰੇ ਠੀਕ ਆ ਤਾਂ ਮੈਂ ਕਹਾਂ ਕਿ 2.3 ਆ ਫਲੋਟ ਵੈਲਿਊ ਆ ਠੀਕ ਆ ਇਹ ਮੈਂ ਕਲਿੱਕ ਕਰਾਂ ਤਾਂ 2.3 ਆ ਗਈ ਹੁਣ ਇਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ a ਦੇ ਵਿੱਚ 2.3 ਜੇ ਬੜੀ ਵੈਲਿਊ ਲਿਖਣੀ ਆ e to the power 3 ਠੀਕ ਆ ਦੁਬਾਰਾ a ਟਾਈਪ ਕਰੀਏ ਠੀਕ ਆ ਤਾਂ ਇੱਦਾਂ ਦੀ ਵੈਲਿਊ ਠੀਕ ਆ ਤਾਂ ਜਿਹੜੀ e ਆ e ਰਿਪਲੇਸ ਹੋ ਗਈ 10 ਦੇ ਨਾਲ ਤੇ ਜਿਹੜੀ 3 ਆ ਉਹ 10 ਦਾ ਪਾਵਰ 3 ਹੋ ਗਈ ਠੀਕ ਆ ਇਹ ਹੋ ਗਈ ਫਲੋ ਡੇਟਾ ਟਾਈਪ ਉਹਦੇ ਬਾਅਦ ਆਪਣੀ ਆਉਂਦੀ ਆ ਬੂਲੀਅਨ ਡੇਟਾ ਟਾਈਪ ਦੇਖ ਲਈਏ ਬੂਲੀਅਨ ਦੇ ਵਿੱਚ ਦੋ ਵੈਲਿਊਆਂ ਹੁੰਦੀਆਂ ਟਰੂ ਤੇ ਫਾਲਸ ਟਰੂ ਦਾ ਜਿਹੜਾ ਪਹਿਲਾ ਲੈਟਰ ਆ ਉਹ ਕੈਪੀਟਲ ਆ ਫਾਲਸ ਦਾ ਵੀ ਪਹਿਲਾ ਲੈਟਰ ਕੈਪੀਟਲ ਆ ਇਹ ਨਿਗਾਹ ਇਹਦਾ ਧਿਆਨ ਰੱਖਣਾ ਟਰੂ ਤੇ ਫਾਲਸ ਠੀਕ ਆ ਟਰੂ ਦੀ ਵੈਲਿਊ ਜਿਹੜੀ ਆ ਇੰਟਰਨਲੀ ਕੰਪਿਊਟਰ ਦੇ ਵਿੱਚ 1 ਨਾਲ ਸਟੋਰ ਹੁੰਦੀ ਆ ਇਹ ਯਾਦ ਰੱਖਿਓ ਤੇ ਫਾਲਸ ਦੀ ਵੈਲਿਊ ਜਿਹੜੀ ਇੰਟਰਨਲੀ ਆ ਉਹ 0 ਨਾਲ ਸਟੋਰ ਹੁੰਦੀ ਆ ਟਰੂ ਦੀ ਵੈਲਿਊ ਜਿਹੜੀ ਆ ਇੰਟਰਨਲੀ 1 ਨਾਲ ਸਟੋਰ ਹੁੰਦੀ ਆ ਫਾਲਸ ਦੀ ਵੈਲਿਊ ਜਿਹੜੀ ਇੰਟਰਨਲੀ 0 ਨਾਲ ਸਟੋਰ ਹੁੰਦੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਆਹ ਆਪਰੇਟਰ ਦੇਖ ਲਈਏ ਐਂਡ ਆਪਰੇਟਰ ਔਰ ਆਪਰੇਟਰ ਤੇ ਨਾਟ ਆਪਰੇਟਰ ਠੀਕ ਆ ਇਹਨਾਂ ਨੂੰ ਕਹਿੰਦੇ ਐਂਡ ਆਪਰੇਟਰ ਔਰ ਆਪਰੇਟਰ ਨਾਟ ਆਪਰੇਟਰ ਇਹ ਕਿੱਦਾਂ ਕੰਮ ਕਰਦੇ ਆ ਠੀਕ ਆ ਜੇ ਮੈਂ ਕਹਾਂ ਟਰੂ ਐਂਡ ਟਰੂ
ਇਹਦੀ ਵੈਲਿਊ ਆਉਂਦੀ ਟਰੂ ਹਮੇਸ਼ਾ, ਠੀਕ ਆ। ਐਂਡ ਆਪਰੇਟਰ ਦੇ ਵਿੱਚ ਜੇ ਮੈਂ ਟਰੂ ਐਂਡ ਟਰੂ ਕਰਾਂ ਤਾਂ ਇਹਦੀ ਵੈਲਿਊ ਟਰੂ ਆਉਂਦੀ ਆ, ਠੀਕ ਆ। ਹੁਣ ਆ ਜਿਹੜਾ ਚਾਰਟ ਆ ਆਪਾਂ ਯਾਦ ਰੱਖਣਾ, ਠੀਕ ਆ ਨਾ। ਟਰੂ ਐਂਡ ਟਰੂ ਹਮੇਸ਼ਾ ਟਰੂ, ਠੀਕ ਆ। ਐਂਡ ਦੇ ਵਿੱਚ ਜੇ ਇੱਕ ਵੈਲਿਊ ਫਾਲਸ ਆ ਗਈ, ਪਹਿਲੀ ਜਾਂ ਦੂਜੀ, ਤਾਂ ਉਹਦਾ ਰਿਜ਼ਲਟ ਹਮੇਸ਼ਾ ਫਾਲਸ ਹੁੰਦਾ, ਠੀਕ ਆ। ਐਂਡ ਦੇ ਵਿੱਚ ਜੇ ਇੱਕ ਵੈਲਿਊ ਫਾਲਸ ਆ ਜਾਵੇ, ਚਾਹੇ ਉਹ ਪਹਿਲੀ ਵੈਲਿਊ ਹੋਵੇ ਚਾਹੇ ਦੂਜੀ ਹੋਵੇ, ਚਾਹੇ ਦੋਹੇ ਵੈਲਿਊ ਫਾਲਸ ਹੋਵੇ, ਜੇ ਇੱਕ ਵੈਲਿਊ ਫਾਲਸ ਆ ਗਈ ਤਾਂ ਆਨਸਰ ਹਮੇਸ਼ਾ ਫਾਲਸ ਹੁੰਦਾ। ਉਰੇ ਹੁਣ ਟਰੂ ਆ ਐਂਡ ਫਾਲਸ, ਇੱਕ ਫਾਲਸ ਆਇਆ ਤਾਂ ਫਾਲਸ ਆ ਗਈ। ਉਰੇ ਹੁਣ ਫਾਲਸ ਐਂਡ ਟਰੂ ਆ, ਇੱਕ ਫਾਲਸ ਆਈ ਤਾਂ ਫਾਲਸ ਆ। ਲਾਸਟ ਵੈਲਿਊ ਤਾਂ ਦੋਹੇ ਫਾਲਸ ਆ, ਉਹ ਵੀ ਫਾਲਸ ਆ, ਠੀਕ ਆ। ਇੱਦਾਂ ਹੀ ਔਰ ਆਪਰੇਟਰ ਆ, ਟਰੂ ਔਰ ਟਰੂ ਇਜ਼ ਇਕੁਅਲ ਟੂ ਟਰੂ, ਠੀਕ ਆ। ਔਰ ਦੇ ਵਿੱਚ ਆ ਜੇ ਇੱਕ ਵੈਲਿਊ ਟਰੂ ਆ ਗਈ, ਐਂਡ ਦੇ ਜੇ ਆਪਾਂ ਦੇਖੀਏ ਐਂਡ ਦਾ ਪੁੱਠਾ ਹਿਸਾਬ ਹੈ ਇਹਦੇ 'ਚ। ਐਂਡ ਦੇ ਵਿੱਚ ਕੀ ਹੁੰਦਾ, ਜੇ ਇੱਕ ਵੈਲਿਊ ਫਾਲਸ ਆ ਗਈ ਤਾਂ ਜਿਹੜੀ ਵੈਲਿਊ ਫਾਈਨਲ ਰਿਜ਼ਲਟ ਆ ਉਹ ਹਮੇਸ਼ਾ ਫਾਲਸ ਹੁੰਦਾ, ਠੀਕ ਆ ਨਾ। ਔਰ ਦੇ ਵਿੱਚ ਜੇ ਇੱਕ ਵੈਲਿਊ ਟਰੂ ਆ ਜਾਵੇ ਤਾਂ ਫਾਈਨਲ ਰਿਜ਼ਲਟ ਆ ਜਿਹੜਾ ਫਾਈਨਲ ਆਨਸਰ ਆ ਉਹ ਹਮੇਸ਼ਾ ਟਰੂ ਹੁੰਦਾ। ਜਿਵੇਂ ਉਰੇ ਟਰੂ ਔਰ ਟਰੂ ਟਰੂ, ਠੀਕ ਆ। ਟਰੂ ਔਰ ਫਾਲਸ ਆ, ਕਿਉਂਕਿ ਇੱਕ ਵੈਲਿਊ ਟਰੂ ਆ ਤਾਂ ਆਨਸਰ ਟਰੂ ਆ। ਫਾਲਸ ਔਰ ਟਰੂ, ਕਿਉਂਕਿ ਇੱਕ ਵੈਲਿਊ ਟਰੂ ਆ ਤਾਂ ਟਰੂ। ਫਾਲਸ ਔਰ ਫਾਲਸ ਫਾਲਸ ਆ। ਜੇ ਦੋਹੇ ਵੈਲਿਊਆਂ ਫਾਲਸ ਹੁੰਦੀਆਂ ਔਰ ਦੇ ਵਿੱਚ ਤਾਂ ਫਾਈਨਲ ਰਿਜ਼ਲਟ ਜਿਹੜਾ ਫਾਲਸ ਆਊਗਾ, ਅਦਰਵਾਈਜ਼ ਉਹ ਟਰੂ ਆਉਂਦਾ, ਠੀਕ ਆ। ਇਹ ਵੀ ਆਪਾਂ ਦੇਖ ਲਈਏ ਉਰੇ, ਠੀਕ ਆ। ਟਰੂ ਜੇ ਮੈਂ ਇਕੱਲਾ ਟਰੂ ਟਾਈਪ ਕਰਾਂ ਤਾਂ ਕੀ ਆਏਗਾ ਉਰੇ, ਟਰੂ, ਠੀਕ ਆ। ਟਰੂ ਐਂਡ ਟਰੂ, ਠੀਕ ਆ। ਟਰੂ ਐਂਡ ਟਰੂ ਹਮੇਸ਼ਾ ਟਰੂ ਆ। ਟਰੂ ਐਂਡ ਫਾਲਸ ਆ, ਫਾਲਸ, ਕਿਉਂਕਿ ਇੱਕ ਵੈਲਿਊ ਫਾਲਸ ਆ ਗਈ ਤਾਂ ਫਾਈਨਲ ਰਿਜ਼ਲਟ ਫਾਲਸ ਆ। ਫਾਲਸ ਐਂਡ ਟਰੂ, ਇੱਕ ਵੈਲਿਊ ਫਾਲਸ ਆ ਗਈ ਤਾਂ ਫਾਈਨਲ ਰਿਜ਼ਲਟ ਫਾਲਸ ਆ, ਠੀਕ ਆ। ਤੇ ਫਾਲਸ ਐਂਡ ਫਾਲਸ ਉਰੇ ਤਾਂ ਦੋਹੇ ਫਾਲਸ ਆ ਤਾਂ ਇਹ ਤਾਂ ਫਾਲਸ ਆਉਣਾ ਹੀ ਆਉਣਾ, ਠੀਕ ਆ। ਹੁਣ ਆਪਾਂ ਦੇਖ ਲਈ ਔਰ ਆਪਰੇਟਰ, ਟਰੂ ਔਰ ਟਰੂ, ਇੱਕ ਜੇ ਵੈਲਿਊ ਟਰੂ ਆ ਗਈ ਤਾਂ ਆਨਸਰ ਟਰੂ ਆ ਹਮੇਸ਼ਾ। ਟਰੂ ਔਰ ਫਾਲਸ, ਇੱਕ ਵੈਲਿਊ ਟਰੂ ਤਾਂ ਟਰੂ, ਉਰੇ ਵੀ ਇੱਕ ਵੈਲਿਊ ਟਰੂ ਆ ਤਾਂ ਟਰੂ। ਦੋਹੇ ਵੈਲਿਊ ਜਦ ਫਾਲਸ ਹੁੰਦੀ ਆ ਔਰ ਦੇ ਵਿੱਚ ਤਾਂ ਫਾਈਨਲ ਰਿਜ਼ਲਟ ਫਾਲਸ ਹੁੰਦਾ, ਅਦਰਵਾਈਜ਼ ਟਰੂ ਆਉਂਦਾ, ਠੀਕ ਆ। ਚਲ ਆ ਹੋ ਗਿਆ। ਹੁਣ ਇਹਦੇ ਆਪਾਂ ਦੇਖੀਏ ਐਕਸਪ੍ਰੈਸ਼ਨ, ਠੀਕ ਆ ਨਾ। ਰਿਲੇਸ਼ਨਲ ਐਕਸਪ੍ਰੈਸ਼ਨ ਗ੍ਰੇਟਰ ਦੈਨ, ਗ੍ਰੇਟਰ ਦੈਨ ਹੋ ਗਿਆ, ਗ੍ਰੇਟਰ ਦੈਨ ਐਂਡ ਇਕੁਅਲ ਟੂ, ਠੀਕ ਆ। ਲੈਸ ਦੈਨ ਐਂਡ ਇਕੁਅਲ ਟੂ, ਇਹਨੂੰ ਕਹਿੰਦੇ ਆ ਰਿਲੇਸ਼ਨਲ ਆਪਰੇਟਰ। ਜਿਵੇਂ ਐਂਡ ਔਰ ਆਪਰੇਟਰ ਆ ਨਾ, ਉਵੇਂ ਆਹ ਵੀ ਆਪਰੇਟਰ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਰਿਲੇਸ਼ਨਲ ਆਪਰੇਟਰ, ਠੀਕ ਆ। ਇਹਦੇ ਨਾਲ ਆਪਾਂ ਹਮੇਸ਼ਾ ਚੈੱਕ ਕਰਦੇ ਹਾਂ ਜਿੱਕਣਾ ਵੀ ਇੱਕ ਵੈਲਿਊ ਦੂਜੀ ਵੈਲਿਊ ਨਾਲ ਬੜੀ ਆ ਕਿ ਛੋਟੀ ਆ ਕਿ ਇਕੁਅਲ ਆ ਕਿ ਕੀ ਆ, ਹੈ ਨਾ। ਇਹ ਹੋ ਗਏ ਰਿਲੇਸ਼ਨਲ ਆਪਰੇਟਰ, ਠੀਕ ਆ। ਜਦ ਆਪਾਂ ਇਹ ਕਿਸੇ ਐਕਸਪ੍ਰੈਸ਼ਨ ਦੇ ਵਿੱਚ ਵਰਤਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਰਿਲੇਸ਼ਨਲ ਐਕਸਪ੍ਰੈਸ਼ਨ। ਜਿੱਕਣਾ ਹੁਣ ਮੈਂ ਕਹਾਂ 2 ਗ੍ਰੇਟਰ ਦੈਨ 3, ਹੁਣ ਆ 2 ਗ੍ਰੇਟਰ ਦੈਨ 3 ਜਿਹੜੀ ਆ, ਹੁਣ ਉਰੇ ਇੱਕ ਰਿਲੇਸ਼ਨਲ ਆਪਰੇਟਰ ਆਪਾਂ ਯੂਜ਼ ਕੀਤਾ ਗ੍ਰੇਟਰ ਦੈਨ, ਹੈ ਨਾ। ਤਾਂ ਆ ਪੂਰੀ ਜਿਹੜੀ ਵੈਲਿਊ ਆ 2 ਗ੍ਰੇਟਰ ਦੈਨ 3 ਇਹ ਹੋ ਗਈ ਰਿਲੇਸ਼ਨਲ ਐਕਸਪ੍ਰੈਸ਼ਨ। ਇਹਨੂੰ ਆਪਾਂ ਕਹਾਂਗੇ ਰਿਲੇਸ਼ਨਲ ਐਕਸਪ੍ਰੈਸ਼ਨ, ਠੀਕ ਆ। ਰਿਲੇਸ਼ਨਲ ਐਕਸਪ੍ਰੈਸ਼ਨ ਦੀ ਜਿਹੜੀ ਫਾਈਨਲ ਵੈਲਿਊ ਆ ਹਮੇਸ਼ਾ ਟਰੂ ਜਾਂ ਫਾਲਸ ਹੋਏਗੀ ਹਮੇਸ਼ਾ, ਠੀਕ ਆ। ਆਪਾਂ ਚੈੱਕ ਕਰ ਲੈਂਦੇ ਹਾਂ ਹੁਣ ਉਰੇ ਆਰਲ ਦੇ ਵਿੱਚ, ਠੀਕ ਆ। 3 ਗ੍ਰੇਟਰ ਦੈਨ 2 ਜਾਂ ਆਏਗਾ ਟਰੂ ਜਾਂ ਫਾਲਸ, ਟਰੂ, ਠੀਕ ਆ। 2 ਗ੍ਰੇਟਰ ਦੈਨ 4 ਫਾਲਸ, 2 ਗ੍ਰੇਟਰ ਦੈਨ ਇਕੁਅਲ ਟੂ 1 ਟਰੂ, ਠੀਕ ਆ। 3 ਲੈਸ ਦੈਨ ਇਕੁਅਲ ਟੂ 6 ਟਰੂ, ਠੀਕ ਆ। ਰਿਲੇਸ਼ਨਲ ਐਕਸਪ੍ਰੈਸ਼ਨ ਦੀ ਵੈਲਿਊ ਹਮੇਸ਼ਾ ਫਾਈਨਲ ਟਰੂ ਜਾਂ ਫਾਲਸ ਆਉਂਦੀ ਆ, ਬੂਲੀਅਨ ਵੈਲਿਊ, ਠੀਕ ਆ। ਆ ਹੋਊਗਾ ਰਿਲੇਸ਼ਨਲ ਆਪਰੇਟਰ, ਠੀਕ ਆ। ਰਿਲੇਸ਼ਨਲ ਆਪਰੇਟਰ 'ਚ ਜਿਹੜਾ ਜੇ ਆਪਾਂ ਵਰਤਦੇ ਹਾਂ ਰਿਲੇਸ਼ਨਲ ਐਕਸਪ੍ਰੈਸ਼ਨ ਤਾਂ ਉਹਦਾ ਫਾਈਨਲ ਰਿਜ਼ਲਟ ਹਮੇਸ਼ਾ ਟਰੂ ਜਾਂ ਫਾਲਸ ਆਏਗਾ, ਠੀਕ ਆ। ਹੁਣ ਜੇ ਆਪਾਂ ਰਿਲੇਸ਼ਨਲ ਐਕਸਪ੍ਰੈਸ਼ਨ ਨੂੰ ਯੂਜ਼ ਕਰੀਏ ਐਂਡ ਜਾਂ ਔਰ ਆਪਰੇਟਰ ਨਾਲ ਤਾਂ ਵੀ ਫਾਈਨਲ ਰਿਜ਼ਲਟ ਹਮੇਸ਼ਾ ਟਰੂ ਜਾਂ ਫਾਲਸ ਆਏਗਾ। ਮਤਲਬ ਜੇ ਮੈਂ ਕਹਾਂ ਕਿ 2 ਗ੍ਰੇਟਰ ਦੈਨ 3 ਇੱਕ ਰਿਲੇਸ਼ਨਲ ਐਕਸਪ੍ਰੈਸ਼ਨ ਆ, ਇਹਨੂੰ ਹੁਣ ਮੈਂ ਵਰਤਾਂ ਐਂਡ ਨਾਲ ਜਾਂ ਔਰ ਆਪਰੇਟਰ ਨਾਲ, ਠੀਕ ਆ। ਹੁਣ ਮੈਂ ਕਰਾਂ 3 ਗ੍ਰੇਟਰ ਦੈਨ 4, ਠੀਕ ਆ। ਫਾਈਨਲ ਰਿਜ਼ਲਟ ਜਿਹੜਾ ਹੈ ਹਮੇਸ਼ਾ ਟਰੂ ਹੋਏਗਾ ਜਾਂ ਫਾਲਸ ਹੋਏਗਾ। ਤਾਂ ਇਹ ਇੱਦਾਂ ਕੈਲਕੂਲੇਟ ਹੋਏਗਾ 2 ਗ੍ਰੇਟਰ ਦੈਨ 3 ਕੀ ਆ ਫਾਲਸ ਐਂਡ 3 ਗ੍ਰੇਟਰ ਦੈਨ 4 ਇਹ ਵੀ ਫਾਲਸ, ਠੀਕ ਆ। ਤੇ ਫਾਲਸ ਐਂਡ ਫਾਲਸ ਕੀ ਆ ਫਾਲਸ ਇੱਦਾਂ, ਠੀਕ ਆ। ਉਵੇਂ ਆਪਾਂ ਕਰ ਸਕਦੇ ਹਾਂ 3 ਗ੍ਰੇਟਰ ਦੈਨ 4 ਔਰ 4 ਗ੍ਰੇਟਰ ਦੈਨ 5, ਠੀਕ ਆ। ਇਹਦਾ ਕੀ ਵੈਲੂ ਆਏਗਾ 3 ਗ੍ਰੇਟਰ ਦੈਨ 4 ਕੀ ਆ ਫਾਲਸ ਔਰ 4 ਗ੍ਰੇਟਰ ਦੈਨ 5 ਇਹ ਵੀ ਫਾਲਸ, ਠੀਕ ਆ। ਤਾਂ ਫਾਈਨਲ ਵੈਲੂ ਕੀ ਆ ਗਈ ਫਾਲਸ, ਠੀਕ ਆ।
ਤਾਂ ਉਹਦੇ ਮੈਂ ਆ ਸਮਝਾਉਣਾ ਚਾਹ ਰਿਹਾ ਕਿ ਜਦ ਆਪਾਂ ਐਂਡ ਜਾਂ ਔਰ ਆਪਰੇਟਰ ਦੇ ਨਾਲ ਰਿਲੇਸ਼ਨ ਐਕਸਪ੍ਰੈਸ਼ਨ ਯੂਜ਼ ਕਰਦੇ ਹਾਂ, ਠੀਕ ਆ, ਤਾਂ ਫਾਈਨਲ ਰਿਜ਼ਲਟ ਜਿਹੜਾ ਹੈ ਹਮੇਸ਼ਾ ਟਰੂ ਹੋਏਗਾ ਜਾਂ ਫਾਲਸ ਹੋਏਗਾ। ਇਹ ਧਿਆਨ 'ਚ ਰੱਖਣਾ ਆਪਾਂ ਨੇ। ਮੈਂ ਲਿਖ ਦਵਾਂ ਉਰੇ, ਹੈ ਨਾ। ਰਿਲੇਸ਼ਨ ਐਕਸਪ੍ਰੈਸ਼ਨ ਜਦ ਆਪਾਂ ਯੂਜ਼ ਕਰਾਂਗੇ ਐਂਡ ਆਪਰੇਟਰ ਨਾਲ ਜਾਂ ਔਰ ਆਪਰੇਟਰ ਨਾਲ, ਤਾਂ ਫਾਈਨਲ ਰਿਜ਼ਲਟ ਹੋਏਗਾ ਹਮੇਸ਼ਾ ਟਰੂ ਆ ਫਾਲਸ ਆ। ਇਹਦਾ ਇੱਕ ਐਗਜ਼ਾਮਪਲ ਦੇਖ ਲਈ ਆਪਾਂ। 2 greater than 3 ਰਿਲੇਸ਼ਨ ਆਪਰੇਟਰ ਹੈ ਇੱਕ, ਠੀਕ ਆ, ਇਹਨੂੰ ਵਰਤਦੇ ਐਂਡ ਦੇ ਨਾਲ। 3 greater than 4 ਟਰੂ ਜਾਂ ਫਾਲਸ ਆ। 2 greater than 3 ਔਰ 4 greater than 3, ਠੀਕ ਆ, ਆਂਸਰ ਟਰੂ ਜਾਂ ਫਾਲਸ ਹੈ, ਠੀਕ ਆ। ਆ ਹੋ ਗਿਆ। ਹੁਣ ਆਪਾਂ ਦੇਖਦੇ ਹਾਂ, ਹੁਣ ਐਂਡ ਤੇ ਔਰ ਆਪਰੇਟਰ ਨਾਲ ਜੇ ਆਪਾਂ ਨੰਬਰ ਵਰਤੀਏ, ਜੇ ਆਪਾਂ ਐਂਡ ਜਾਂ ਔਰ ਆਪਰੇਟਰ ਨਾਲ ਕੋਈ ਵੀ ਨੰਬਰ ਵਰਤਦੇ ਹਾਂ, ਤਾਂ ਜਿਹੜਾ ਫਾਈਨਲ ਰਿਜ਼ਲਟ ਆ ਉਹ ਹਮੇਸ਼ਾ ਨੰਬਰ ਹੀ ਹੋਏਗਾ, ਨਾ ਤਾਂ ਉਹ ਟਰੂ ਹੋਣਾ ਨਾ ਉਹ ਫਾਲਸ ਹੋਣਾ, ਠੀਕ ਆ। ਠੀਕ ਆ, ਜਦ ਆਪਾਂ ਨੰਬਰ ਵਰਤਾਂਗੇ ਐਂਡ ਆਪਰੇਟਰ ਨਾਲ ਜਾਂ ਫਿਰ ਔਰ ਆਪਰੇਟਰ ਨਾਲ, ਤਾਂ ਫਾਈਨਲ ਰਿਜ਼ਲਟ ਜਿਹੜਾ, ਉਹ ਗਲਤ ਲਿਖਤਾ ਰਿਹਾ ਮੈਂ, ਤਾਂ ਫਾਈਨਲ ਰਿਜ਼ਲਟ ਜਿਹੜਾ ਹੈ ਉਹ ਹਮੇਸ਼ਾ ਨੰਬਰ ਹੋਏਗਾ, ਠੀਕ ਆ। ਇਹਦਾ ਆਪਾਂ ਹੁਣ ਐਗਜ਼ਾਮਪਲ ਦੇਖ ਲਈਏ। ਹੁਣ ਨੰਬਰ ਤਾਂ ਹੋਣਗੇ ਫਾਈਨਲ ਰਿਜ਼ਲਟ, ਹੁਣ ਉਹ ਨੰਬਰ ਕੈਲਕੂਲੇਟ ਕਿੱਦਾਂ ਹੋਣਗੇ ਉਹ ਵੀ ਆਪਾਂ ਦੇਖ ਲੈਂਦੇ ਆ। ਜੇ ਹੁਣ ਮੈਂ ਕਹਾਂ 1 and 3, ਠੀਕ ਆ, ਜਦ ਵੀ ਪਹਿਲਾ ਨੰਬਰ ਨੋਨ ਜ਼ੀਰੋ ਹੋਵੇ ਐਂਡ ਦੇ ਨਾਲ ਤੇ ਦੂਜਾ ਨੰਬਰ ਵੀ ਨੋਨ ਜ਼ੀਰੋ ਹੋਵੇ, ਠੀਕ ਆ ਨਾ, ਤਾਂ ਜਿਹੜਾ ਫਾਈਨਲ ਰਿਜ਼ਲਟ ਆ ਹਮੇਸ਼ਾ ਸੈਕਿੰਡ ਨੰਬਰ ਹੁੰਦਾ, ਠੀਕ ਆ। ਜਿਵੇਂ 1 and 3 ਆਪਾਂ ਯੂਜ਼ ਕਰ ਰਹੇ ਹਾਂ, 1 ਵੀ ਨੋਨ ਜ਼ੀਰੋ ਆ ਤੇ 3 ਵੀ ਨੋਨ ਜ਼ੀਰੋ ਆ, ਹੈ ਨਾ। ਜੇ ਦੋ ਨੰਬਰ ਦੋਹੇ ਨੋਨ ਜ਼ੀਰੋ ਹੋਵੇ ਤਾਂ ਆਂਸਰ ਹਮੇਸ਼ਾ ਸੈਕਿੰਡ ਨੰਬਰ ਹੁੰਦਾ, 3 ਹੋਏਗਾ ਆਂਸਰ, ਠੀਕ ਆ। ਉਵੇਂ ਹੀ ਜੇ ਪਹਿਲਾ ਅੱਖਰ ਜ਼ੀਰੋ ਹੋਵੇ, ਠੀਕ ਆ, ਤਾਂ ਰਿਜ਼ਲਟ ਹਮੇਸ਼ਾ ਪਹਿਲਾ ਅੱਖਰ ਹੋਏਗਾ, ਠੀਕ ਹੈ ਨਾ। ਜੇ ਪਹਿਲਾ ਅੱਖਰ ਜੇ ਜ਼ੀਰੋ ਹੋਇਆ ਪਹਿਲਾ ਨੰਬਰ, ਤਾਂ ਰਿਜ਼ਲਟ ਹਮੇਸ਼ਾ ਪਹਿਲਾ ਵਾਲੀ ਵੈਲੂ ਹੋਏਗੀ, ਠੀਕ ਆ। ਇਹ ਆਪਾਂ ਚੈੱਕ ਕਰ ਲਈਏ। ਜੇ ਮੈਂ ਕਹਾਂ 1 and 3, ਠੀਕ ਆ, 1 ਵੀ ਨੋਨ ਜ਼ੀਰੋ ਆ 3 ਵੀ ਨੋਨ ਜ਼ੀਰੋ ਆ, ਤਾਂ ਜਿਹੜਾ ਆਂਸਰ ਹੋਏਗਾ ਸੈਕਿੰਡ ਵੈਲੂ ਹੋਏਗੀ ਹਮੇਸ਼ਾ 3, ਠੀਕ ਆ। ਜੇ 0 and ਮੈਂ 4 ਕਰਾਂ, ਪਹਿਲੀ ਵੈਲੂ 0 ਆ ਤਾਂ ਆਂਸਰ ਹਮੇਸ਼ਾ ਪਹਿਲੀ ਵੈਲੂ ਹੋਏਗੀ 0, ਠੀਕ ਆ। 1 and 0 ਕਰਾਂ, ਕਿਉਂਕਿ ਪਹਿਲੀ ਵੈਲੂ ਨੋਨ ਜ਼ੀਰੋ ਆ ਤਾਂ ਹਮੇਸ਼ਾ ਵੈਲੂ ਸੈਕਿੰਡ ਵੈਲੂ ਹੋਏਗੀ, ਠੀਕ ਆ। ਉਵੇਂ ਹੀ ਔਰ ਵਿੱਚ ਵੀ ਆ, ਔਰ ਦੇ ਵਿੱਚ ਇਹਦਾ ਜਸਟ ਪੁੱਠਾ ਹੈ। ਜੇ ਆਪਾਂ ਕਰੀਏ 1 ਔਰ 2, ਠੀਕ ਆ, ਤਾਂ ਵੈਲੂ ਹੋਏਗੀ ਇਹ 1, ਠੀਕ ਆ। ਜੇ ਔਰ ਆਪਰੇਟਰ ਨਾਲ ਆਪਾਂ ਨੋਨ ਜ਼ੀਰੋ ਵੈਲੂ ਵਰਤਦੇ ਹਾਂ, ਪਹਿਲੀ ਵੀ ਨੋਨ ਜ਼ੀਰੋ ਸੈਕਿੰਡ ਵੀ ਨੋਨ ਜ਼ੀਰੋ, ਠੀਕ ਆ, ਤਾਂ ਔਰ ਆਪਰੇਟਰ ਨਾਲ ਜੇ ਆਪਾਂ ਦੋਹੇ ਜਿਹੜੀ ਪਹਿਲੀ ਵੈਲੂ ਤੇ ਸੈਕਿੰਡ ਵੈਲੂ ਆ ਜੇ ਨੋਨ ਜ਼ੀਰੋ ਵਰਤਦੇ ਹਾਂ ਤਾਂ ਰਿਜ਼ਲਟ ਹਮੇਸ਼ਾ ਹੋਏਗਾ ਪਹਿਲੀ ਵੈਲੂ ਔਰ ਆਪਰੇਟਰ ਦੇ ਨਾਲ, ਠੀਕ ਆ। ਜੇ ਪਹਿਲੀ ਵੈਲੂ 0 ਹੁੰਦੀ ਆ ਔਰ ਆਪਰੇਟਰ ਨਾਲ, ਠੀਕ ਆ, ਤਾਂ ਰਿਜ਼ਲਟ ਹਮੇਸ਼ਾ ਹੋਏਗਾ ਸੈਕਿੰਡ ਵੈਲੂ। ਉਹਦਾ ਆਪਾਂ ਐਗਜ਼ਾਮਪਲ ਦੇਖ ਲਈਏ ਉਰੇ ਆਇਰਲ ਦੇ ਵਿੱਚ 1 ਔਰ 3, ਠੀਕ ਆ। ਉਰੇ ਦੇਖੋ ਔਰ ਆਪਰੇਟਰ ਦੇ ਵਿੱਚ ਜੇ ਆਪਾਂ 1 and 3 ਕੀਤੀ ਤਾਂ ਆਂਸਰ ਆਇਆ 3 ਐਂਡ ਆਪਰੇਟਰ ਵਿੱਚ, ਠੀਕ ਆ। ਔਰ ਆਪਰੇਟਰ ਦੇ ਵਿੱਚ ਜਦ ਆਪਾਂ ਨੋਨ ਜ਼ੀਰੋ ਵੈਲੂ ਵਰਤਦੇ ਹਾਂ, ਪਹਿਲੀ ਤੇ ਦੂਜੀ ਨੋਨ ਜ਼ੀਰੋ ਵੈਲੂ, ਤਾਂ ਆਂਸਰ ਜਿਹੜਾ ਹੋਏਗਾ ਹਮੇਸ਼ਾ ਪਹਿਲੀ ਵੈਲੂ ਹੋਏਗੀ, ਤਾਂ ਆਂਸਰ ਆਏਗਾ 1, ਠੀਕ ਆ। ਜੇ ਆਪਾਂ 0 ਵਰਤੀਏ 0 and 3, ਤਾਂ ਜਿਹੜੀ ਆਪਣੀ ਵੈਲੂ ਆਂਸਰ ਆਉਣਾ ਉਹ ਹਮੇਸ਼ਾ ਸੈਕਿੰਡ ਵੈਲੂ ਆਏਗੀ, ਠੀਕ ਆ। 3 ਆਂਸਰ ਆਏਗਾ ਆਪਣਾ, ਠੀਕ ਆ। ਇਹ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਦ ਆਪਾਂ ਲੌਜਿਕ ਜਾਂ ਆਪਾਂ ਜੇ ਕੈਲਕੂਲੇਸ਼ਨ ਕਰਾਂਗੇ ਮੈਥਮੈਟੀਕਲ ਕੋਈ ਵੀ ਕੈਲਕੂਲੇਸ਼ਨ, ਉਹਦੇ 'ਚ ਆਪਾਂ ਇਹ ਵਰਤਾਂਗੇ, ਠੀਕ ਹੈ ਨਾ, ਇਹ ਕਨਸੈਪਟ ਜਿਹੜਾ। ਤਾਂ ਇਹ ਤਾਂ ਹੋ ਗਿਆ ਬੁਲੀਅਨ। ਹੁਣ ਆਪਾਂ ਕਰਦੇ ਹਾਂ ਕੰਪਲੈਕਸ ਨੰਬਰ। ਸਕੂਲ ਦੇ ਵਿੱਚ ਆਪਾਂ ਨੇ ਕੰਪਲੈਕਸ ਨੰਬਰ ਪੜ੍ਹਿਆ, ਕਾਲਜ ਦੇ ਵਿੱਚ ਵੀ ਪੜ੍ਹਿਆ, ਹੈ ਨਾ। ਇਹਦਾ ਕੀ ਸਿੰਟੈਕਸ ਆ, a plus bj, ਠੀਕ ਆ, ਜਾਂ ਫਿਰ ਜਿਵੇਂ 2 plus 3j। ਇਹਦੇ ਵਿੱਚ ਜਿਹੜੇ 2 ਆ ਉਹ ਰੀਅਲ ਨੰਬਰ ਆ, 3 ਆ ਇਮੈਜਨਰੀ ਨੰਬਰ ਆ, ਠੀਕ ਹੈ ਨਾ। ਕਿਉਂਕਿ ਪਾਇਥਨ ਬਹੁਤ ਜ਼ਿਆਦਾ ਵਰਤੋਂ ਹੁੰਦੀ ਆ बड़े बड़े मैथमैटिकल कैलकुलेशन वास्ते, साइंटिफिक कैलकुलेशन वास्ते, साइंटिफिक रिसर्च वास्ते उत्थे कॉम्पलैक्स नंबर की बड़ी लोड़ पैंदी है, तो इसलिए पाइथन ने कॉम्पलैक्स जिहड़ा टाइप प्रोवाइड किया वा, ठीक है ना। तो ये जे आप जो जे आ 2 plus 3j, जे की जगह आप KLM कोई अखर होर यूज़ नहीं कर सकते, जे ही यूज़ करना। तो जे जरा है इमैजनरी वैल्यू जी सैकेंड वैल्यू वो बाद में आएगा, तो पहला नहीं आप लिख सकते, आप इदा नहीं लिख सकते 2 plus J3 ये आप लिखांगे तो ये एरर आ, ये गलत है, ठीक है। तो आप भी नहीं लिख सकते 2 plus 3j की जगह जो मैं कहा मैं K लिखना, नहीं, ये भी गलत है, एरर, ठीक है। ये भी आप चेक कर लिए 2 plus 3j वैलिड आ, ठीक है ना। हम जे मैं स्टोर करा 2 plus 3j
ਇੱਦਾਂ ਵੈਲਿਡ ਆ, ਠੀਕ ਆ। ਜੇ ਮੈਂ ਰੀਅਲ ਵੈਲਿਊ ਇਹਦੀ ਹੁਣ ਐਕਸੈਸ ਕਰਨੀ ਆ, a ਡਾਟ ਰੀਅਲ 2 ਆ ਗਿਆ, ਠੀਕ ਆ। a ਡਾਟ ਇਮੈਜਨਰੀ ਵੈਲਿਊ ਆ ਗਈ, ਠੀਕ ਆ। ਉਹਦੇ ਬਾਅਦ ਜੇ ਮੈਂ ਕਹਾਂ 2 + 3k ਲਿਖਾਂ ਐਰਰ, ਜੇ ਮੈਂ ਕਹਾਂ 2 + j ਨੂੰ ਪਹਿਲਾਂ ਲਿਖਾਂ ਦੂਏ ਨੰਬਰ ਤੋਂ ਪਹਿਲਾਂ ਤਾਂ ਵੀ ਐਰਰ ਆ, ਠੀਕ ਆ। ਤਾਂ ਇਹਦਾ ਸਿੰਟੈਕਸ 2 + 3j a + b j ਆਏਗਾ ਬਾਅਦ ਦੇ ਵਿੱਚ ਆਏਗਾ ਸੈਕੰਡ ਵੈਲਿਊ ਦੇ ਤੇ j ਹੀ ਹੋਏਗਾ। j ਨੂੰ ਆਪਾਂ ਰਿਪਲੇਸ ਨਹੀਂ ਕਰ ਸਕਦੇ k ਨਾਲ l ਨਾਲ m ਨਾਲ ਕਿਸੇ ਹੋਰ ਅੱਖਰ ਨਾਲ, ਠੀਕ ਆ। ਤਾਂ ਇਹ ਹੋ ਗਿਆ ਕੰਪਲੈਕਸ ਦੇ ਵਿੱਚ ਹੁਣ, ਠੀਕ ਆ। ਕੰਪਲੈਕਸ ਦੇ ਵਿੱਚ ਹੁਣ ਆਪਾਂ ਦੋ ਵੈਲਿਊ ਵਰਤਦੇ ਹਾਂ, ਠੀਕ ਆ। ਇੱਕ ਤਾਂ ਹੋਗੀ ਰੀਅਲ ਵੈਲਿਊ ਆ ਜਿਹੜੀ ਪਹਿਲੀ ਵਾਲੀ ਆ, ਉਹਦੇ ਬਾਅਦ ਹੋਗੀ ਦੂਜੀ ਵੈਲਿਊ, ਉਹਨੂੰ ਕਹਿੰਦੇ ਇਮੈਜਨਰੀ ਵੈਲਿਊ। ਪਹਿਲੀ ਵੈਲਿਊ ਤੇ ਦੂਜੀ ਵੈਲਿਊ ਆਪਾਂ ਇੰਟੀਜਰ ਵਰਤ ਸਕਦੇ ਹਾਂ, ਠੀਕ ਆ ਨਾ। ਇੰਟੀਜਰ ਕਹਿਣ ਦਾ ਮਤਲਬ ਵੀ ਜਿਵੇਂ ਨੰਬਰ ਆ ਬਿਨਾਂ ਡਾਟ ਤੋਂ। ਪਹਿਲੀ ਵੈਲਿਊ ਤੇ ਸੈਕੰਡ ਵੈਲਿਊ ਜਿਹੜੀ ਆ ਆਪਾਂ ਫਲੋਟ ਵੀ ਵਰਤ ਸਕਦੇ ਹਾਂ, ਠੀਕ ਆ ਨਾ। ਮਤਲਬ ਡਾਟ ਵਾਲੀ ਵੈਲਿਊ ਜਿਵੇਂ 2.3 ਹੋਗਾ 3.4 ਹੋਗਾ। ਪਹਿਲੀ ਵੈਲਿਊ ਜਿਹੜੀ ਆ ਕੰਪਲੈਕਸ ਦੇ ਵਿੱਚ ਉਹ ਆਪਾਂ ਬੁਲੀਅਨ ਵਰਤ ਸਕਦੇ ਹਾਂ, ਟਰੂ ਜਾਂ ਫਾਲਸ ਆ, ਠੀਕ ਆ ਨਾ। ਪਰ ਸੈਕੰਡ ਜਿਹੜੀ ਵੈਲਿਊ ਆ ਉਹ ਆਪਾਂ ਬੁਲੀਅਨ ਨਹੀਂ ਵਰਤ ਸਕਦੇ, ਜੇ ਬੁਲੀਅਨ ਵਰਤਾਂਗੇ ਤਾਂ ਐਰਰ ਆਏਗਾ, ਠੀਕ ਆ। ਪਹਿਲੀ ਤੇ ਦੂਜੀ ਵੈਲਿਊ ਕੰਪਲੈਕਸ ਦੇ ਵਿੱਚ ਸਟ੍ਰਿੰਗ ਆਪਾਂ ਵਰਤ ਨਹੀਂ ਸਕਦੇ ਹੈਗੇ, ਠੀਕ ਆ। ਇਹਦਾ ਹੁਣ ਆਪਾਂ ਦੇਖ ਲਈਏ ਇੱਕ ਐਗਜ਼ਾਮਪਲ ਦੇ ਵਿੱਚ। ਪਹਿਲੀ ਵੈਲਿਊ ਇੰਟੀਜਰ ਆ, ਦੂਜੀ ਵੈਲਿਊ ਵੀ ਇੰਟੀਜਰ ਆ, ਵੈਲਿਡ ਆ, ਠੀਕ ਆ। ਪਹਿਲੀ ਵੈਲਿਊ ਫਲੋਟ ਆ, ਦੂਜੀ ਵੈਲਿਊ ਵੀ ਫਲੋਟ ਆ, ਇਹ ਵੀ ਵੈਲਿਡ ਆ, ਠੀਕ ਆ। ਪਹਿਲੀ ਵੈਲਿਊ ਬੁਲੀਅਨ ਆ, ਟਰੂ ਜਾਂ ਫਾਲਸ ਆ, ਦੂਜੀ ਵੈਲਿਊ ਆਪਾਂ ਕੋਈ ਵੀ ਦੇ ਦਈਏ ਇਹ ਵੀ ਵੈਲਿਡ ਆ। ਜੇ ਮੈਂ ਕਹਾਂ ਕਿ ਦੂਜੀ ਵੈਲਿਊ ਵੀ ਮੈਂ ਬੁਲੀਅਨ ਰੱਖਣੀ ਆ ਕੋਈ ਵੀ ਫਾਲਸ ਜੇ, ਤਾਂ ਇਹਦਾ ਐਰਰ ਆ। ਆਪਾਂ ਸੈਕੰਡ ਵੈਲਿਊ ਜਿਹੜੀ ਆ ਬੁਲੀਅਨ ਨਹੀਂ ਕਰ ਸਕਦੇ ਹੈਗੇ, ਪਹਿਲੀ ਵੈਲਿਊ ਹੀ ਇਕੱਲੀ ਬੁਲੀਅਨ ਹੋਏਗੀ, ਠੀਕ ਆ। ਉਹਦੇ ਬਾਅਦ ਹੁਣ ਜੇ ਮੈਂ ਟਰਾਈ ਕਰਾਂ ਸਟ੍ਰਿੰਗ, ਕੋਈ ਵੀ ਸਟ੍ਰਿੰਗ ਪਾਵਾਂ ਹਾਏ, ਠੀਕ ਆ, ਪਲੱਸ ਹੈਲੋ ਜੇ, ਇਹ ਵੀ ਐਰਰ ਆ, ਠੀਕ ਆ। ਜੇ ਮੈਂ ਕਹਾਂ ਸਟ੍ਰਿੰਗ ਦੀ ਪਹਿਲੀ ਵੈਲਿਊ ਪਾ ਕੇ ਦੇਖਾਂ ਤਾਂ ਪਲੱਸ 2j, ਇਹ ਵੀ ਐਰਰ ਆ। ਸਟ੍ਰਿੰਗ ਜਿਹੜਾ ਨਾ ਪਹਿਲੀ ਵੈਲਿਊ ਹੋਊਗੀ ਨਾ ਸੈਕੰਡ ਵੈਲਿਊ ਹੋਏਗੀ, ਠੀਕ ਆ। ਇਹਨੂੰ ਮੈਂ ਦੁਬਾਰਾ ਬੰਦ ਕਰਕੇ ਖੋਲ ਮਾਰ ਲੂੰ। ਤਾਂ ਇਹ ਤਾਂ ਹੋ ਗਈ ਆਪਣੀ ਸਟ੍ਰਿੰਗ ਵੈਲਿਊ, ਠੀਕ ਆ। ਇਹ ਤੋਂ ਬਾਅਦ ਆਉਂਦਾ ਹੈ ਇਹ ਤਾਂ ਹੋ ਗਈ ਆਪਣੀ ਕੰਪਲੈਕਸ ਵੈਲਿਊ। ਇਹ ਤੋਂ ਬਾਅਦ ਆਉਂਦਾ ਸਟ੍ਰਿੰਗ ਡੇਟਾ ਟਾਈਪ। ਸਟ੍ਰਿੰਗ ਡੇਟਾ ਟਾਈਪ ਜਿਹੜਾ ਹੈ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ, ਕਿਉਂਕਿ ਸਟ੍ਰਿੰਗ ਡੇਟਾ ਟਾਈਪ ਕਾਫੀ ਲੰਬਾ ਚੈਪਟਰ ਹੈ ਤੇ ਇਹਨੂੰ ਟਾਈਮ ਬੜਾ ਲੱਗਣਾ, ਤੇ ਆਪਣੀ ਵੀਡੀਓ ਆਲਰੇਡੀ ਕਾਫੀ ਲੰਬੀ ਵੀ ਹੋ ਰਹੀ ਹੈ ਅੱਜ, ਹੈ ਨਾ। ਤਾਂ ਇਹਨੂੰ ਸਟ੍ਰਿੰਗ ਨੂੰ ਆਪਾਂ ਅਗਲੀ ਵਾਰ ਕਰਾਂਗੇ। ਤੇ ਆਪਾਂ ਇੱਕ ਹੋਰ ਕਨਸੈਪਟ ਦੇਖ ਲਈ ਜਾਨੂੰ। ਆਪਾਂ ਪਹਿਲਾਂ ਕਨਵਰਜਨ ਦੇਖੀ ਤੀ ਹੈਕਸਾਡੈਸੀਮਲ ਦੀ, ਬਾਇਨਰੀ ਤੇ ਔਕਟਲ ਦੀ, ਹੈ ਨਾ। ਉਹ ਇੰਟੀਜਰ ਦੇ ਡੇਟਾ ਟਾਈਪ ਆ, ਹੈ ਨਾ। ਹੁਣ ਆਪਾਂ ਦੇਖਣਾ ਕਿ ਇੰਟੀਜਰ ਟੂ ਫਲੋਟ, ਫਲੋਟ ਟੂ ਸਟ੍ਰਿੰਗ, ਸਟ੍ਰਿੰਗ ਟੂ ਬੂਲੀਅਨ ਆਪਾਂ ਕਰ ਸਕਦੇ ਕਿ ਨਹੀਂ ਕਰ ਸਕਦੇ। ਪਹਿਲਾਂ ਆਪਾਂ ਦੇਖਦੇ ਇੰਟੀਜਰ। ਫਲੋਟ ਵੈਲਿਊ ਜਿਹੜੀ ਆ ਇਹਨੂੰ ਆਪਾਂ ਇੰਟੀਜਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਠੀਕ ਆ, ਵੈਲਿਡ ਆ। ਬੁਲੀਅਨ ਵੈਲਿਊ ਜਿਹੜੀ ਆ ਇਹਨੂੰ ਵੀ ਆਪਾਂ ਇੰਟੀਜਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਠੀਕ ਆ। ਸਟ੍ਰਿੰਗ ਵੈਲਿਊ ਜਿਹੜੀ ਆ ਉਹਨੂੰ ਆਪਾਂ ਇੰਟੀਜਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਜੇ ਹੁਣ ਸਟ੍ਰਿੰਗ ਆਪਾਂ ਕਿਵੇਂ ਲਿਖਦੇ ਹਾਂ, ਸਿੰਗਲ ਕੋਟ ਜਾਂ ਡਬਲ ਕੋਟ ਦੇ ਵਿੱਚ ਜਿਹੜੀ ਵੀ ਵੈਲਿਊ ਆਪਾਂ ਲਿਖਦੇ ਹਾਂ ਉਹ ਸਟ੍ਰਿੰਗ ਹੋ ਗਈ, ਹੈ ਨਾ। ਸਟ੍ਰਿੰਗ ਵੈਲਿਊ ਆਪਾਂ ਇੰਟੀਜਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਜੇ ਉਹ ਸਟ੍ਰਿੰਗ ਵੈਲਿਊ ਜਿਹੜੀ ਸਿੰਗਲ ਕੋਟ ਦੇ ਵਿੱਚ ਲਿਖੀ ਹੋਈ ਆ ਜੇ ਉਹ ਇੰਟੀਜਰ ਫਾਰਮ ਦੇ ਵਿੱਚ ਹੋਵੇ ਤਾਂ ਆਪਾਂ ਉਹਨੂੰ ਕਨਵਰਟ ਕਰ ਸਕਦੇ ਇੰਟੀਜਰ ਦੇ ਵਿੱਚ। ਐਗਜ਼ਾਮਪਲ ਦੇ ਵਿੱਚ ਆਪਾਂ ਦੇਖਾਂਗੇ ਕੰਪਲੈਕਸ ਜਿਹੜੀ ਵੈਲਿਊ ਆ ਇੰਟੀਜਰ ਦੇ ਵਿੱਚ ਆਪਾਂ ਕਨਵਰਟ ਨਹੀਂ ਕਰ ਸਕਦੇ। ਇੰਟ ਫੰਕਸ਼ਨ, ਠੀਕ ਆ। ਫੰਕਸ਼ਨ ਤਾਂ ਹੁਣ ਤੱਕ ਤੁਹਾਨੂੰ ਸਮਝ ਆ ਗਿਆ ਨਾ ਵੀ ਫੰਕਸ਼ਨ ਹੈ ਕੀ, ਹੈ ਨਾ। ਫੰਕਸ਼ਨ ਰੈਡੀਮੇਡ ਰੋਟੀ ਆਪਣੀ ਵੀ ਰੈਡੀਮੇਡ ਬਣੀ ਬਣਾਈ ਆਪਾਂ ਨੂੰ ਮਿਲ ਗਈ, ਆਪਾਂ ਨੇ ਖਾ ਲਈ, ਠੀਕ ਆ। ਇੰਟ ਫੰਕਸ਼ਨ ਹੈ ਇੱਕ, ਠੀਕ ਆ। ਪਾਈਥਨ ਨੇ ਆਪਾਂ ਆਪਣੇ ਲਈ ਕ੍ਰੀਏਟ ਕਰਕੇ ਰੱਖਿਆ, ਆਪਾਂ ਨੂੰ ਦੇਤਾ ਤੇ ਆਪਾਂ ਵਰਤ ਲਿਆ। ਇੰਟ ਫਲੋਟ ਵੈਲਿਊ ਪਹਿਲਾਂ ਆਪਾਂ ਦੇਖਦੇ ਹਾਂ, ਠੀਕ ਆ। ਉਰੇ ਕਨਵਰਟ ਹੋ ਰਹੀ ਆ ਫਲੋਟ ਵੈਲਿਊ ਟੂ ਇੰਟ ਵੈਲਿਊ, ਠੀਕ ਆ, ਪੋਸੀਬਲ ਆ, ਠੀਕ ਆ। ਆਪਾਂ ਨੂੰ ਇੰਟ ਵੈਲਿਊ ਮਿਲ ਗਈ, ਉਰੇ ਕਨਵਰਟ ਹੋਈ ਫਲੋਟ ਵੈਲਿਊ ਟੂ ਇੰਟ, ਪੋਸੀਬਲ ਆ, ਠੀਕ ਆ। ਬੁਲੀਅਨ ਟੂ ਇੰਟ, ਬੁਲੀਅਨ ਦੀ ਵੈਲਿਊ ਟਰੂ ਤੇ ਫਾਲਸ ਆ। ਬੁਲੀਅਨ ਟੂ ਇੰਟ ਇਹ ਵੀ ਪੋਸੀਬਲ ਆ, ਠੀਕ ਆ ਨਾ। ਮੈਂ ਕਹਿ ਦਿੰਦਾ ਵੀ ਇੰਟੀਜਰ ਬਈ ਜਿਹੜੀ ਟਰੂ ਆ ਇੰਟਰਨਲੀ ਇਹਦੀ ਜਿਹੜੀ ਵੈਲਿਊ ਆ ਨਾ ਇਹ ਪਾਈਥਨ ਇੰਟ 1 ਵੈਲਿਊ ਸਟੋਰ ਕਰਦਾ ਹਮੇਸ਼ਾ, ਤੇ ਜਿਹੜੀ ਫਾਲਸ ਆ ਉਹਨੂੰ 0 ਸਟੋਰ ਕਰਦਾ। ਉਰੇ ਆਪਾਂ ਜੇ ਹੁਣ ਆਪਾਂ ਕਨਵਰਟ ਕਰੀਏ ਬੁਲੀਅਨ ਟੂ ਇੰਟ, ਫਾਲਸ ਦੀ ਵੈਲਿਊ ਇਹ ਵੀ ਪੋਸੀਬਲ ਆ, ਠੀਕ ਆ। ਉਹਦੇ ਬਾਅਦ ਆਪਾਂ ਕਨਵਰਟ ਕਰਨਾ ਸਟ੍ਰਿੰਗ ਟੂ ਇੰਟ। ਮੈਂ ਕਿਹਾ ਕਿ ਸਿੰਗਲ ਕੋਟ ਦੇ ਵਿੱਚ ਜਾਂ ਡਬਲ ਕੋਟ ਦੇ ਵਿੱਚ ਸਟ੍ਰਿੰਗ ਟੂ ਇੰਟ ਪੋਸੀਬਲ ਹੈ ਜੇ ਉਹ ਇੰਟੀਜਰ ਫਾਰਮ ਦੇ ਵਿੱਚ ਹੋਵੇ। ਮਤਲਬ ਸਿੰਗਲ ਕੋਟ ਦੇ ਵਿੱਚ ਜੇ ਆਪਾਂ ਐਂ ਦਾ ਨੰਬਰ ਲਿਖੀਏ, ਠੀਕ ਆ, ਇਹ ਇੱਕ ਸਟ੍ਰਿੰਗ ਆ, ਕੋਈ ਵੀ ਨੰਬਰ ਜਾਂ ਅੱਖਰ ਜੋ ਵੀ ਆਪਾਂ ਸਿੰਗਲ ਕੋਟ ਦੇ ਵਿੱਚ ਲਿਖਦੇ ਹਾਂ ਸਟ੍ਰਿੰਗ ਆ, ਪਰ ਇਹ ਸਟ੍ਰਿੰਗ ਦੇ ਵਿੱਚ ਸਿਰਫ ਅੱਖਰ ਆ, ਸੌਰੀ ਨੰਬਰ ਆ,
ਤਾਂ ਇਹਨੂੰ ਇਹ ਕਨਵਰਟ ਕਰ ਸਕਦਾ ਹੈ, ਪੋਸੀਬਲ ਆ। ਠੀਕ ਆ, ਜੇ ਮੈਂ ਕਹਾਂ ਸਟ੍ਰਿੰਗ ਟੂ ਇਨਵਰਟ ਕਨਵਰਟ ਕਰਨਾ ਪਰ ਉਹਦੇ ਵਿੱਚ ਹੋਰ ਕੋਈ ਅੱਖਰ ਹੋਵੇ, ਜਿਵੇਂ ਮੈਂ ਕਹਾਂ ਹੈਲੋ, ਠੀਕ ਆ, ਤਾਂ ਇਹ ਐਰਰ ਆ, ਇਹ ਕਨਵਰਟ ਨਹੀਂ ਕਰ ਸਕਦਾ ਹੈਗਾ। ਇਹ ਸਿਰਫ ਐਂਡ ਸਿਰਫ ਕਨਵਰਟ ਕਰੇਗਾ ਸਟ੍ਰਿੰਗ ਟੂ ਇੰਟ ਜੇ ਉਹ ਜਿਹੜੀ ਆ ਵੈਲਿਊ ਆ ਇੰਟ ਫਾਰਮ ਦੇ ਵਿੱਚ ਹੋਵੇ। ਠੀਕ ਆ, ਹੁਣ ਆਪਾਂ ਦੇਖ ਲਈਏ ਕੰਪਲੈਕਸ ਵੈਲਿਊ ਟੂ ਇੰਟ 1 + 2j। ਠੀਕ ਆ, ਇਹ ਵੀ ਐਰਰ ਆ, ਇਹ ਵੀ ਕਨਵਰਟ ਨਹੀਂ ਹੋਏਗਾ। ਠੀਕ ਆ, ਉਵੇਂ ਆਪਾਂ ਦੇਖਦੇ ਹਾਂ ਹੁਣ ਫਲੋਟ ਵੈਲਿਊ, ਆ ਫਲੋਟ ਦਾ ਫੰਕਸ਼ਨ ਆ। ਠੀਕ ਆ, ਇਹਦੇ ਵਿੱਚ ਫਲੋਟ ਤੇ ਇੰਟ ਆਲਮੋਸਟ ਜਿਹੜੇ ਆ ਸੇਮ ਆ, ਇੱਕੇ ਫਰਕ ਆ ਇਹਨਾਂ ਦੇ ਵਿੱਚ। ਠੀਕ ਆ, ਫਲੋਟ ਵਿੱਚ ਕੀ ਆ ਕਿ ਇੰਟੀਜਰ ਦੀ ਵੈਲਿਊ ਆਪਾਂ ਫਲੋਟ 'ਚ ਕਨਵਰਟ ਕਰ ਸਕਦੇ ਹਾਂ, ਬੂਲੀਅਨ ਦੀ ਵੈਲਿਊ ਵੀ ਕਨਵਰਟ ਹੁੰਦੀ ਆ। ਸਟ੍ਰਿੰਗ ਦੀ ਵੈਲਿਊ ਫਲੋਟ ਦੇ ਵਿੱਚ ਕਨਵਰਟ ਹੋਏਗੀ ਜੇ ਸਟ੍ਰਿੰਗ ਜਿਹੜਾ ਹੈ ਉਹ ਇੰਟੀਜਰ ਫਾਰਮ ਦੇ ਵਿੱਚ ਹੋਵੇ ਜਾਂ ਫਲੋਟ ਫਾਰਮ ਦੇ ਵਿੱਚ ਹੋਵੇ। ਇੰਟੀਜਰ ਮਤਲਬ ਨੰਬਰ, ਫਲੋਟ ਮਤਲਬ ਉਹਦੇ ਵਿੱਚ ਇੱਕ ਡਾਟ ਸਾਈਨ ਆਏਗਾ। ਠੀਕ ਆ, ਕੰਪਲੈਕਸ ਦੀ ਵੈਲਿਊ ਕਨਵਰਟ ਨਹੀਂ ਹੁੰਦੀ। ਇਹ ਵੀ ਆਪਾਂ ਐਗਜ਼ਾਮਪਲ ਦੇਖ ਲਈਏ, ਫਲੋਟ। ਠੀਕ ਆ, 2 ਇੰਟੀਜਰ ਆ, ਇੰਟੀਜਰ ਤੋਂ ਫਲੋਟ ਆਪਾਂ ਦੇਖਣਾ ਪਹਿਲਾਂ, ਕਨਵਰਟ ਹੋ ਗਈ। ਠੀਕ ਆ, ਉਹ ਤੋਂ ਬਾਅਦ ਬੁਲੀਅਨ ਟੂ ਫਲੋਟ ਆਪਾਂ ਦੇਖ ਰਹੇ ਹੁਣ, ਉਹ ਵੀ ਕਨਵਰਟ ਆ। ਫਿਰ ਬੁਲੀਅਨ ਟੂ ਫਲੋਟ ਆਪਾਂ ਦੇਖਦੇ ਹਾਂ, ਫਾਲਸ ਦੀ ਵੈਲਿਊ, ਉਹ ਵੀ ਪੋਸੀਬਲ ਆ। ਠੀਕ ਆ, ਸਟ੍ਰਿੰਗ ਟੂ ਫਲੋਟ ਆਪਾਂ ਜੇ ਦੇਖੀਏ, ਜੇ ਸਟ੍ਰਿੰਗ ਇੰਟੀਜਰ ਫਾਰਮ ਦੇ ਵਿੱਚ ਆ 1 2 3, ਇਹ ਪੋਸੀਬਲ ਆ। ਠੀਕ ਆ, ਸਟ੍ਰਿੰਗ ਟੂ ਫਲੋਟ ਜੇ ਸਟ੍ਰਿੰਗ ਜਿਹੜਾ ਹੈ ਫਲੋਟ ਫਾਰਮ ਵਿੱਚ ਆ। ਠੀਕ ਆ, ਪੋਸੀਬਲ ਆ। ਸਟ੍ਰਿੰਗ ਟੂ ਫਲੋਟ ਪੋਸੀਬਲ ਆ ਜੇ ਸਟ੍ਰਿੰਗ ਜਿਹੜਾ ਇੰਟੀਜਰ ਫਾਰਮ ਦੇ ਵਿੱਚ ਹੋਵੇ ਜਾਂ ਫਲੋਟ ਫਾਰਮ ਦੇ ਵਿੱਚ ਹੋਵੇ। ਠੀਕ ਆ, ਕੰਪਲੈਕਸ ਟੂ ਫਲੋਟ ਜੇ ਆਪਾਂ ਦੇਖੀਏ, ਐਰਰ। ਠੀਕ ਆ, ਕੰਪਲੈਕਸ ਨਾ ਇੰਟੀਜਰ ਕਨਵਰਟ ਹੁੰਦਾ ਨਾ ਫਲੋਟ ਕਨਵਰਟ ਹੁੰਦਾ। ਹੁਣ ਆਪਾਂ ਤੀਜਾ ਦੇਖ ਲਈਏ, ਹੁਣ ਆਪਣਾ ਰਹਿ ਗਿਆ ਬੂਲੀਅਨ, ਇਹਦਾ ਫੰਕਸ਼ਨ ਆ ਬੁੱਲ। ਬੂਲੀਅਨ ਦੇ ਵਿੱਚ ਇੰਟੀਜਰ ਦੀ ਵੈਲਿਊ ਜਿਹੜੀ ਆ ਬੂਲੀਅਨ 'ਚ ਕਨਵਰਟ ਹੁੰਦੀ ਆ, ਫਲੋਟ ਦੇ ਵੀ ਹੁੰਦੀ, ਸਟ੍ਰਿੰਗ ਦੇ ਵੀ ਹੁੰਦੀ, ਕੰਪਲੈਕਸ ਦੀ। ਪਰ ਹੁੰਦੀ ਕਿੱਦਾਂ ਉਹ ਆਪਾਂ ਦੇਖਦੇ ਹਾਂ। ਇੰਟੀਜਰ ਦੇ ਵਿੱਚ ਹੁਣ ਜਿਹੜੀ ਬੂਲੀਅਨ ਆ ਇਹਦੀ ਵੈਲਿਊ ਜਾਂ ਤਾਂ ਟਰੂ ਹੋਏਗੀ ਜਾਂ ਫਾਲਸ ਹੋਏਗੀ, ਹੈ ਨਾ। ਤਾਂ ਉਹ ਕਿੱਦਾਂ ਕੈਲਕੂਲੇਟ ਹੁੰਦੀ ਆਪਾਂ ਦੇਖਦੇ ਹਾਂ। ਇੰਟੀਜਰ ਦੇ ਵਿੱਚ ਜੇ ਤਾਂ ਨੋਨ ਜ਼ੀਰੋ ਵੈਲਿਊ ਆ, ਮੈਂ ਲਿਖ ਕੇ ਦਿੰਦਾ ਉਹਨੇ, ਜੇ ਨੋਨ ਜ਼ੀਰੋ ਵੈਲਿਊ ਆ 1 2 3 4 ਕੋਈ ਵੀ, ਉਹ ਕਨਵਰਟ ਹੁੰਦੀ ਆ ਟਰੂ ਦੇ ਵਿੱਚ। ਤੇ ਜੇ ਜ਼ੀਰੋ ਦੀ ਵੈਲਿਊ ਹੋਈ ਉਹ ਕਨਵਰਟ ਹੁੰਦੀ ਆ ਫਾਲਸ ਦੇ ਵਿੱਚ। ਫਲੋਟ ਦੇ ਵਿੱਚ ਵੀ ਉੱਦਾਂ ਹੀ ਆ, ਜੇ ਤਾਂ ਵੈਲਿਊ ਫਲੋਟ ਦੇ ਵਿੱਚ ਡਾਟ ਆਉਂਦਾ ਹਮੇਸ਼ਾ। ਜੇ ਫਲੋਟ ਦੇ ਵਿੱਚ ਜਿਕਣਾ ਜੇ ਵੈਲਿਊ ਹੋਈ 2.3 4.3 ਕਨਵਰਟ ਹੋਏਗੀ ਟਰੂ ਦੇ ਵਿੱਚ। ਜੇ ਫਲੋਟ ਦੀ ਵੈਲਿਊ ਹੋਈ 0.0 ਜਾਂ 0.00 ਉਹ ਕਨਵਰਟ ਹੁੰਦੀ ਆ ਫਾਲਸ ਦੇ ਵਿੱਚ। ਠੀਕ ਆ, ਸਟ੍ਰਿੰਗ ਦੇ ਵਿੱਚ ਕੀ ਆ, ਜੇ ਤਾਂ ਐਮਟੀ ਸਟ੍ਰਿੰਗ ਹੋਈ ਤਾਂ ਉਹ ਕਨਵਰਟ ਹੁੰਦੀ ਆ ਫਾਲਸ ਦੇ ਵਿੱਚ। ਜੇ ਐਮਟੀ ਸਟ੍ਰਿੰਗ ਨਹੀਂ ਆ, ਹੋਰ ਕੋਈ ਵੀ ਵੈਲਿਊ ਆ, ਉਹ ਕਨਵਰਟ ਹੁੰਦੀ ਆ ਟਰੂ ਦੇ ਵਿੱਚ, ਫਾਲਸ। ਠੀਕ ਆ, ਹੁਣ ਕੋਈ ਵੀ ਵੈਲਿਊ ਜੇ ਆਪਾਂ ਸਿੰਗਲ ਕੋਟ ਦੇ ਵਿੱਚ ਲਿਖਦੇ ਹਾਂ ਜਾਂ ਡਬਲ ਕੋਟ ਦੇ ਵਿੱਚ ਲਿਖਦੇ ਹਾਂ, ਉਹਨੂੰ ਆਪਾਂ ਸਟ੍ਰਿੰਗ ਕਹਿੰਦੇ ਆ। ਠੀਕ ਆ, ਹੁਣ ਐਮਟੀ ਸਟ੍ਰਿੰਗ ਦਾ ਮਤਲਬ ਦੱਸਦਾ। ਐਮਟੀ ਸਟ੍ਰਿੰਗ ਮਤਲਬ ਵੀ ਸਿੰਗਲ ਕੋਟ ਆਪਾਂ ਐਂ ਕੀਤਾ, ਖੋਲਿਆ ਤੇ ਸਿੰਗਲ ਕੋਟ ਫਿਰ ਲਿਖਤਾ, ਇਹ ਹੋ ਗਈ ਐਮਟੀ ਸਟ੍ਰਿੰਗ। ਇਹਦੀ ਵੈਲਿਊ ਜਿਹੜੀ ਆ ਫਾਲਸ ਹੋਏਗੀ। ਜੇ ਆਪਾਂ ਇੱਦਾਂ ਦੀ ਵੈਲਿਊ ਲਿਖੀਏ ਐਮਟੀ ਸਿੰਗਲ ਕੋਟ, ਉਹਦੇ ਬਾਅਦ ਮੈਂ ਇੱਕ ਸਪੇਸ ਦੱਬਾਂ, ਫਿਰ ਮੈਂ ਇਹਨੂੰ ਕਲੋਜ਼ ਕਰ ਦੇਵਾਂ। ਠੀਕ ਆ, ਇਹ ਦੋਹੇ ਦੇਖਣ ਨੂੰ ਸੇਮ ਲੱਗ ਰਿਹਾ ਪਰ ਫਰਕ ਇਹਦੇ 'ਚ ਆ। ਜਿਹੜਾ ਸੈਕਿੰਡ ਆਪਾਂ ਨੇ ਉਹਦੇ ਸਿੰਗਲ ਕੋਟ ਕੀਤਾ ਨਾ, ਇਹਦੇ ਵਿੱਚ ਇੱਕ ਸਪੇਸ ਆਇਆ ਵਾ। ਸਪੇਸ ਵੀ ਇੱਕ ਕਰੈਕਟਰ ਆ ਪਾਈਥਨ ਦੇ ਵਿੱਚ। ਠੀਕ ਆ, ਤਾਂ ਕਿਉਂਕਿ ਇੱਕ ਕਰੈਕਟਰ ਆ ਤਾਂ ਉਹਦੀ ਵੈਲਿਊ ਟਰੂ ਆਏਗੀ। ਠੀਕ ਆ ਨਾ, ਜੇ ਐਮਟੀ ਹੋਏਗੀ ਸਟ੍ਰਿੰਗ ਤਾਂ ਉਹਦੀ ਵੈਲਿਊ ਫਾਲਸ ਆਉਂਦੀ ਆ। ਕੰਪਲੈਕਸ ਦੇ ਵਿੱਚ ਵੀ ਉਵੇਂ ਹੀ ਆ, ਜੇ ਰੀਅਲ ਵੈਲਿਊ ਤੇ ਇਮੈਜਨਰੀ ਵੈਲਿਊ ਕੰਪਲੈਕਸ ਦੇ ਵਿੱਚ ਦੋਹੇ 0 ਆ ਤਾਂ ਜਿਹੜਾ ਫਾਈਨਲ ਰਿਜ਼ਲਟ ਆ ਉਹ ਫਾਲਸ ਆਏਗਾ, ਅਦਰਵਾਈਜ਼ ਟਰੂ ਆਏਗਾ। ਹੁਣ ਇਹਦਾ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ। ਬੋਲਣਾ ਪਹਿਲਾਂ ਆਪਾਂ ਇੰਟੀਜਰ ਰੱਖ, ਉਹਦੇ ਇੰਟੀਜਰ ਟੂ ਬੂਲੀਅਨ ਕਨਵਰਟ ਹੋਣਾ। ਠੀਕ ਆ, ਤਾਂ 1 ਦੀ ਵੈਲਿਊ ਟਰੂ 'ਚ ਹੋ ਗਈ। ਦੁਬਾਰਾ ਫਿਰ ਕਰਦੇ ਹਾਂ, ਕੋਈ ਹੋਰ ਨੰਬਰ ਪਾਈ ਲਿਖੀ ਹੋਈ ਆਪਾਂ 2 3 4, ਇਹ ਵੀ ਟਰੂ 'ਚ ਆ। ਠੀਕ ਆ, ਸਿਰਫ ਐਂਡ ਸਿਰਫ ਜੇ ਵੈਲਿਊ 0 ਹੋਏਗੀ ਤਾਂ ਉਹ ਵੈਲਿਊ ਜਿਹੜੀ ਆ ਜੇ ਆਪਾਂ ਕਨਵਰਟ ਕਰਦੇ ਇੰਟੀਜਰ ਟੂ ਬੂਲੀਅਨ ਤਾਂ ਫਾਲਸ ਕਨਵਰਟ ਹੁੰਦੀ ਆ। ਠੀਕ ਆ, ਹੁਣ ਆਪਾਂ ਦੇਖਦੇ ਹਾਂ ਫਲੋਟ ਵੈਲਿਊ। ਉਹਦੇ ਆਪਾਂ ਕਨਵਰਟ ਕਰ ਰਹੇ ਹਾਂ ਫਲੋਟ ਟੂ ਬੂਲੀਅਨ 2.3, ਇਹਦੀ ਵੈਲਿਊ ਟਰੂ। ਠੀਕ ਆ, ਫਲੋਟ ਟੂ ਬੂਲੀਅਨ ਜੇ ਮੈਂ ਟਾਈਪ ਕਰਾਂ 0.0 ਸਿਰਫ ਇਹਦੀ ਵੈਲਿਊ ਫਾਲਸ ਹੋਏਗੀ। ਠੀਕ ਆ, ਜਾਂ ਫਿਰ ਜੇ ਮੈਂ ਕਹਾਂ 0.000 ਉਹਦੇ ਕਨਵਰਟ ਹੋ ਰਹੀ ਹੈ ਫਲੋਟ ਟੂ ਬੂਲੀਅਨ ਤਾਂ ਇਹਦੀ ਵੈਲਿਊ 0 ਹੋਏਗੀ। ਠੀਕ ਆ, ਹੁਣ ਆਪਾਂ ਦੇਖ ਲਈ ਸਟ੍ਰਿੰਗ ਟੂ ਬੂਲੀਅਨ। ਜੇ ਮੈਂ ਕੋਈ ਵੀ ਸਟ੍ਰਿੰਗ ਲਿਖਾਂ ਉਹਦੇ ਹੈਲੋ, ਇਹਦੀ ਵੈਲਿਊ ਟਰੂ ਆ। ਠੀਕ ਆ, ਬੂਲੀਅਨ ਹਾਏ, ਇਹਦੀ ਵੈਲਿਊ ਵੀ ਟਰੂ ਆ। ਠੀਕ ਆ,
ਬੂਲੀਅਨ ਉਰੇ ਉਰੇ ਐਮਟੀ ਸਪੇਸ ਹੈ, ਇੱਕ ਸਿੰਗਲ ਕੋਟ ਦੇ ਵਿੱਚ ਇੱਕ ਐਮਟੀ ਸਪੇਸ ਹੈ, ਕਲੋਜ਼ ਸਿੰਗਲ ਕੋਟ, ਉਹਦੇ ਬਾਅਦ ਇਹ ਵੀ ਟਰੂ ਆ, ਠੀਕ ਆ। ਸਿਰਫ ਐਂਡ ਸਿਰਫ ਐਮਟੀ ਸਟ੍ਰਿੰਗ ਜੇ ਆਹ ਐਮਟੀ ਸਟ੍ਰਿੰਗ ਆ, ਸਿੰਗਲ ਕੋਟ ਤੇ ਫਿਰ ਸਿੰਗਲ ਕੋਟ, ਇਹਦੀ ਵੈਲਿਊ ਫਾਲਸ ਆਏਗੀ, ਠੀਕ ਆ। ਹੁਣ ਆਪਾਂ ਦੇਖ ਲਈਏ ਕੰਪਲੈਕਸ ਦੀ ਵੈਲਿਊ, ਬੋਲ 2 + 3j, ਇਹਦੀ ਵੈਲਿਊ ਟਰੂ ਆ ਕਿਉਂਕਿ ਰੀਅਲ ਤੇ ਇਮੈਜਿਨਰੀ ਵੈਲਿਊ ਦੋ ਹੈ, ਨॉन ਜ਼ੀਰੋ ਆ। ਬੋਲ 2 + 0j, ਇਹ ਵੀ ਟਰੂ ਆ, ਠੀਕ ਹੈ ਨਾ, ਕਿਉਂਕਿ ਇੱਕ ਵੈਲਿਊ ਜਿਹੜੀ ਰੀਅਲ ਵੈਲਿਊ ਆ ਉਹ ਨॉन ਜ਼ੀਰੋ ਆ। ਬੋਲ 0 + 2j, ਉਹਦੇ ਵੀ ਟਰੂ ਆ ਕਿਉਂਕਿ ਇਮੈਜਿਨਰੀ ਵੈਲਿਊ ਨॉन ਜ਼ੀਰੋ ਆ, ਠੀਕ ਆ। ਸਿਰਫ ਐਂਡ ਸਿਰਫ ਜੇ ਦੋਹੇ ਵੈਲਿਊਆਂ ਜ਼ੀਰੋ ਆ ਕੰਪਲੈਕਸ ਦੇ ਵਿੱਚ ਤਾਂ ਉਹਦੀ ਵੈਲਿਊ ਫਾਲਸ ਆਏਗੀ, ਅਦਰਵਾਈਜ਼ ਟਰੂ ਆ, ਠੀਕ ਆ। ਹੁਣ ਆਪਣਾ ਰਹਿ ਗਿਆ ਇਹਦੇ ਵਿੱਚ ਸਟ੍ਰਿੰਗ, ਠੀਕ ਆ, ਸਟ੍ਰਿੰਗ ਤੇ ਇਹਦਾ ਫੰਕਸ਼ਨ ਹੈਗਾ str। ਹੁਣ ਸਟ੍ਰਿੰਗ ਦਾ ਬੜਾ ਸੌਖਾ ਕੰਮ, ਇਹਦੇ ਵਿੱਚ ਕੋਈ ਵੀ ਡੇਟਾ ਟਾਈਪ ਆ, ਸਟ੍ਰਿੰਗ ਨੇ ਉਹਨੂੰ ਕਨਵਰਟ ਕਰ ਦੇਣਾ ਸਟ੍ਰਿੰਗ ਦੇ ਵਿੱਚ। ਜੇ ਆਪਾਂ ਕਨਵਰਟ ਕਰੀਏ ਇੰਟੀਜਰ ਟੂ ਸਟ੍ਰਿੰਗ 1 2 3 ਪੋਸੀਬਲ ਆ। ਹੁਣ ਆਪਾਂ ਟਰਾਈ ਕਰੀਏ ਫਲੋਟ, ਉਹ ਵੀ ਪੋਸੀਬਲ ਆ। ਹੁਣ ਆਪਾਂ ਟਰਾਈ ਕਰੀਏ ਬੂਲੀਅਨ ਟੂ ਸਟ੍ਰਿੰਗ, ਉਹ ਵੀ ਠੀਕ ਆ, ਠੀਕ ਆ। ਹੁਣ ਆਪਾਂ ਟਰਾਈ ਕਰੀਏ ਕੰਪਲੈਕਸ ਟੂ ਸਟ੍ਰਿੰਗ, ਉਹ ਵੀ ਪੋਸੀਬਲ ਆ, ਠੀਕ ਆ। ਆ ਹੋਗਾ ਸਟ੍ਰਿੰਗ। ਤੇ ਇਹਦੇ ਨਾਲ ਹੁਣ ਆਪਾਂ ਅੱਜ ਦੀ ਜਿਹੜੀ ਵੀਡੀਓ ਆ ਪੂਰੀ ਆਪਾਂ ਫਿਨਿਸ਼ ਕਰਦੇ ਹਾਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ। ਜਿਹੜਾ ਹੋਰ ਡੇਟਾ ਟਾਈਪ ਰਹਿ ਗਿਆ ਉਹ ਹੁਣ ਆਪਾਂ ਅਗਲੀ ਕਲਾਸ 'ਚ ਡਿਸਕਸ ਕਰਾਂਗੇ, ਠੀਕ ਆ। ਜੇ ਤਾਂ ਭਾਈ ਮੇਰੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਸਬਸਕ੍ਰਾਈਬ ਕਰੋ, ਚੈਨਲ ਨੂੰ ਲਾਈਕ ਕਰੋ, ਤੇ ਜਿਹੜੀ ਵੀਡੀਓ ਆ ਆਪਣੇ ਫਰੈਂਡ ਤੇ ਫੈਮਿਲੀ ਨਾਲ ਸ਼ੇਅਰ ਕਰੋ, ਠੀਕ ਆ। ਮਿਲਦੇ ਹਾਂ ਅਗਲੀ ਕਲਾਸ ਵਿੱਚ।